पंजाबी का ते कीमती गल्लां दे रलवे मंच ते सब सज्जणा मित्रां नूं जी आਇਆਂ ਨੂੰ ਆਖਦੇ ਹਾਂ। ਅੱਜ ਤੁਹਾਨੂੰ ਅਸੀਂ ਜਿਸ ਨਵੇਕਲੇ ਸ਼ਾਇਰ ਨਾਲ ਮਿਲਾਉਣ ਜਾ ਰਹੇ ਹਾਂ, ਉਹ ਉਹਨਾਂ ਦਾ ਕਲਾਮ ਸੁਣ ਕੇ ਮੈਨੂੰ ਤਾਂ ਲੱਗਦਾ ਹੈ ਕਿ ਉਹ ਆਪਣੀ ਉਮਰ ਤੋਂ ਅੱਗੇ ਚੱਲ ਰਹੇ ਨੇ ਔਰ ਪੇਸ਼ੇ ਦੇ ਲਿਹਾਜ਼ ਨਾਲ ਸਿਵਲ ਇੰਜੀਨੀਅਰ ਨੇ। ਇਹ ਵੀ ਇੱਕ ਪੰਜਾਬੀ ਦੇ ਸ਼ਾਇਰਾਂ ਤੋਂ ਧੋਣਾ ਧੋਣ ਦੀ ਗੱਲ ਏ। ਜਿਹੜੇ ਪੰਜਾਬੀ ਤੋਂ ਚਾਲੂ ਲੋਕ ਨੇ ਉਹ ਆਖਦੇ ਨੇ ਕਿ ਪੰਜਾਬੀ ਦੇ ਸ਼ਾਇਰ ਬਹੁਤ ਪੜ੍ਹੇ ਲਿਖੇ ਨਹੀਂ ਹੁੰਦੇ, ਤੇ ਹੁਣ ਉਹ ਗੱਲ ਮੁੱਕ ਗਈ ਏ। ਪੰਜਾਬੀ 'ਚ ਹਰ ਸਤ੍ਹਾ ਦੇ ਨਵੇਕਲੇ, ਪੜ੍ਹੇ ਲਿਖੇ, ਸੂਝਵਾਨ ਹਰ ਤਰ੍ਹਾਂ ਦੇ ਲੋਕ ਸ਼ਾਇਰੀ ਕਰ ਰਹੇ ਨੇ ਔਰ ਮਾਂ ਬੋਲੀ ਆਪਣੀ ਥਾਂ ਨੂੰ ਪਹੁੰਚ ਰਹੀ ਹੈ ਜਿੱਥੇ ਉਹਦਾ ਮੁਕਾਮ ਹੈ। ਮੇਰੀ ਮੁਰਾਦ ਏ ਚੜ੍ਹਦੇ ਪੰਜਾਬ ਤੋਂ ਬੜੇ ਹੀ ਸੋਹਣੇ ਮੁਨਫਰਦ ਲਹਿਜੇ ਦੇ ਸ਼ਾਇਰ ਰਮਨ ਸੰਧੂ ਹੋਰੀ ਸਾਡੇ ਅੱਜ ਪ੍ਰਾਹੁਣੇ ਨੇ। ਮੈਂ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ। ਰਮਨ ਸੰਧੂ ਜੀ, ਜੀ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਮਲਿਕ ਸਾਹਿਬ। ਤੇ ਪੰਜਾਬੀ ਕਾ ਕੀਮਤੀ ਗੱਲਾਂ ਪੇਜ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ, ਜੇ ਦਰਸ਼ਕਾਂ ਨੂੰ, ਭੈਣਾਂ ਭਰਾਵਾਂ ਨੂੰ, ਅਦੀਬਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਅਸਲਾਮ ਵਾਲੇਕਮ। ਤੁਹਾਡਾ ਤੇ ਹਰਵਿੰਦਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਤੁਸੀਂ ਮੈਨੂੰ ਆਪਣੇ ਪੇਜ ਤੇ ਲਿਆ। ਥੈਂਕ ਯੂ ਸੋ ਮਚ। ਹਾਂ, ਅਸੀਂ ਅਸਲ 'ਚ ਰਵਿੰਦਰ ਵੀ ਜੀ ਜੋ ਦੋਸਤਾਂ ਨੂੰ ਲੱਭਦੇ ਰਹਿੰਦੇ ਹਾਂ ਦੁਨੀਆ ਭਰ 'ਚੋਂ, ਜਿਹੜੇ ਮਾਂ ਬੋਲੀ ਲਈ ਕੰਮ ਕਰ ਰਹੇ ਨੇ, ਜਿਹੜੀ ਆਪਣੀ ਮਾਂ ਬੋਲੀ 'ਚ ਲਿਖ ਕੇ ਤੇ ਕੋਈ ਉਦੋਂ ਉੱਥੇ ਪੜਾਉਣਾ ਚਾਹੁੰਦੇ ਨੇ ਜਿੱਥੇ ਦਾ ਖਾਬ ਸਾਡੇ ਵੱਡਿਆਂ ਵੇਖਿਆ ਸੀ। ਤੇ ਨਵੀਂ ਨਸਲ 'ਚ ਖਾਸ ਤੌਰ ਤੇ ਮਾਂ ਬੋਲੀ ਨਾਲ ਜ਼ਰੂਰਤ ਘੱਟ ਏ। ਲੋਕ ਅੰਗਰੇਜ਼ੀ ਤੇ ਵਿਦੇਸ਼ੀ ਦਬਾਅ ਨਾਲ ਭੱਜੇ ਨੇ। ਤੇ ਜੇ ਅੱਜ ਵੀ ਕੋਈ ਬੰਦਾ ਆਪਣੀ ਮਾਂ ਬੋਲੀ 'ਚ ਇਜ਼ਹਾਰ ਕਰ ਰਿਹਾ ਹੈ, ਲੋਕਾਂ ਨੂੰ ਜੋੜ ਰਿਹਾ ਹੈ, ਤੇ ਸਾਡੇ ਧੰਨਵਾਦ, ਤੁਸੀਂ ਸਾਡੇ ਨਾਲ ਹੋ। ਤੁਹਾਨੂੰ ਜਦੋਂ ਤੱਕ ਸੁਣਿਆ ਨਹੀਂ ਸੀ ਉਦੋਂ ਤੱਕ ਉਸ ਤਰ੍ਹਾਂ ਪਤਾ ਨਹੀਂ ਸੀ, ਉਨੀ ਕਦਰ ਨਹੀਂ ਸੀ। ਜਦੋਂ ਤੁਹਾਨੂੰ ਸੁਣਿਆ ਤੇ ਫਿਰ ਚਾਅ ਵੀ ਚੜਿਆ ਔਰ ਇਹ ਵੀ ਮਾਣ ਹੋਇਆ ਕਿ ਕਿੱਡੀ ਸਾਡੇ ਜਿਹੜੀ ਨਵੀਂ ਨਸਲ ਹੈ, ਸਾਡੇ ਨੌਜਵਾਨ ਕਿੱਡੀ ਸੋਹਣੀ ਸ਼ਾਇਰੀ ਕਰ ਰਹੇ ਨੇ। ਔਰ ਮੈਂ ਦੋਸਤਾਂ ਨੂੰ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲੇ ਤੁਹਾਡੇ ਦੋ ਸ਼ੇਰ ਜਿਹੜੇ ਨੇ ਮੈਂ ਉਹ ਖੁਦ ਚਾਹਾਂਗਾ ਜੋ ਕਿ ਮੈਂ ਉਹ ਪੜ੍ਹਾਂ। ਮੈਨੂੰ ਖੁਦ ਲੱਗਾ ਕਿ ਉਹ ਮੇਰੇ ਦਿਲ ਦੀ ਕੋਈ ਆਵਾਜ਼ ਹੈ, ਕਿਉਂਕਿ ਅੱਛੀ ਸ਼ਾਇਰੀ ਉਹੀ ਹੁੰਦੀ ਹੈ ਜਿਹੜੀ ਹਰ ਪੜ੍ਹਨ ਤੇ ਸੁਣਨ ਨੂੰ ਲੱਗੇ ਕਿ ਉਹਦੇ ਤਰਜਮਾਨੀ ਕਰ ਰਹੀ ਹੈ ਜਜ਼ਬਿਆਂ ਦੀ। ਤੇ ਸੁਣਨ ਵਾਲੇ ਜ਼ਰੂਰ ਇਸ ਗੱਲ ਦਾ ਫੈਸਲਾ ਕਰਨਗੇ ਕਿ ਸ਼ਮਾ ਦੀ ਰੋਸ਼ਨੀ ਤੇ ਰੋਜ਼ ਤੋਹਮਤ ਠੀਕ ਨਹੀਂ ਹੁੰਦੀ। ਸ਼ਮਾ ਦੀ ਰੋਸ਼ਨੀ ਤੇ ਰੋਜ਼ ਤੋਹਮਤ ਠੀਕ ਨਹੀਂ ਹੁੰਦੀ ਕਿ ਸੂਰਜ ਦੀ ਪਹੁੰਚ ਵੀ ਹਰ ਹਨੇਰੇ ਤੀਕ ਨਹੀਂ ਹੁੰਦੀ। ਜਦੋਂ ਉਹ ਹੋਵਣ ਤੇ ਆਵੇ ਤਾਂ ਆਪਣੇ ਆਪ ਹੋ ਜਾਵੇ। ਮੁਹੱਬਤ ਕਰਨ ਦੀ ਕਿਧਰੇ ਕੋਈ ਤਕਨੀਕ ਨਹੀਂ ਹੁੰਦੀ। ਇਹ ਨੇ ਰਮਨ ਸੰਧੂ। ਇਹ ਸ਼ੇਰ ਅਸੀਂ ਆਪਣੀ ਉਸ ਪੋਸਟ ਤੇ ਵੀ ਖਾਸ ਤੌਰ ਤੇ ਲਾਏ। ਤੇ ਰਮਨ ਸੰਧੂ ਜੀ, ਦੱਸੋ ਕਿ ਤੁਸੀਂ ਸਿਵਲ ਇੰਜੀਨੀਅਰਿੰਗ ਕੀਤੀ, ਮੈਂ ਸਮਝਦਾ ਇੰਜੀਨੀਅਰ ਔਰ ਡਾਕਟਰ ਜਿਹੜੇ ਨੇ ਇਹ ਚੋਟੀ ਦੇ ਲੋਕ ਗਿਣੇ ਜਾਂਦੇ ਨੇ ਕਿਸੇ ਵੀ ਮੁਆਸ਼ਰੇ 'ਚ। ਤੇ ਤੁਸੀਂ ਇੰਨੀ ਵੱਡੀ ਡਿਗਰੀ ਕਰਕੇ 2-3 ਮੁਲਕਾਂ 'ਚ ਕੰਮ ਵੀ ਕਰਕੇ ਵਿਦੇਸ਼ ਵੀ ਫਿਰ ਕੇ ਤੇ ਫਿਰ ਆਪਣੀ ਮਿੱਟੀ ਨਾਲ ਕਿਹੜੀ ਐਡੀ ਸਾਂਝ ਸੀ ਤੁਹਾਡੀ ਪੱਕੀ ਕਿ ਤੁਹਾਨੂੰ ਵਾਪਸ ਖਿੱਚ ਲਿਆਈ ਔਰ ਤੁਹਾਡੇ ਹਜ਼ਾਰ 'ਚ ਬਿਲਕੁਲ ਪੁਰਾਣੇ ਲੱਗਦਾ ਤੁਹਾਡੇ ਅੰਦਰ ਕੋਈ ਬੁੱਢੀ ਰੂਹ ਹੈ ਜੀ, ਕਿਸੇ ਬਾਬੇ ਦੀ ਰੂਹ ਜਿਹੜੀ ਇਹਨੇ ਸ਼ਾਇਰੀ 'ਚ ਬਾਹਰ ਨਿਕਲ ਰਹੀ ਹੈ। ਸ਼ੁਰੂ 'ਚ ਤੁਸੀਂ ਜ਼ਿਕਰ ਕੀਤਾ ਮੇਰਾ ਕਿ ਮੈਂ ਚੜ੍ਹਦੇ ਪੰਜਾਬ ਤੋਂ ਆ ਜੀ। ਮੈਂ ਰਾਤੀ ਇੱਕ ਲਿਖਿਆ ਸੀਗਾ ਕਿ ਇੱਧਰ ਉੱਧਰ ਵਸਦਾ ਬੰਦਾ ਇੱਕ ਦੂਜੇ ਦੇ ਦਿਲ ਵਿੱਚ ਰਹਿੰਦਾ। ਆਹਾ। ਇੱਧਰ ਉੱਧਰ ਵਸਦਾ ਬੰਦਾ ਇੱਕ ਦੂਜੇ ਦੇ ਦਿਲ ਵਿੱਚ ਰਹਿੰਦਾ। ਪੰਜ ਆਬਾਂ ਦਾ ਇੱਕੋ ਟੁਕੜਾ ਮੈਂ ਨਹੀਂ ਕਹਿਣਾ ਚੜ੍ਹਦਾ ਲੈਂਦਾ। ਕਿਆ ਬਾਤ ਹੈ, ਵਾਹ ਵਾਹ ਵਾਹ। ਪੰਜਾਬ ਤੇ ਪੰਜਾਬ ਆ, ਉਹ ਇੱਧਰ ਆ ਜਾਂ ਉੱਧਰ ਆ। ਵਾਹ। ਦੂਸਰੀ ਗੱਲ ਤੁਸੀਂ ਕੀਤੀ ਕਿ ਮੈਂ ਇੰਨਾ ਕੁਛ ਕਰਕੇ ਵਾਪਸ ਆਉਣ ਦਾ ਸਬੱਬ ਕਿਵੇਂ ਬਣਿਆ। ਇਹ ਤੁਹਾਡਾ ਮੁਕੱਦਰ ਹੁੰਦਾ ਜਿਵੇਂ ਜਿਵੇਂ ਤੁਹਾਨੂੰ ਲਈ ਜਾਂਦਾ ਆ। ਮੈਂ ਕੋਈ ਸਬੱਬ ਹੀ ਬਣਿਆ। ਮੈਂ ਕਾਫੀ ਸਾਲ ਦੁਬਈ ਵਿੱਚ, ਕਾਫੀ ਸਾਲ ਕਤਰ ਵਿੱਚ, ਥੋੜਾ ਜਿਹਾ ਸਿੰਗਾਪੁਰ ਵਿੱਚ ਵੀ ਮੈਂ ਪੇਸ਼ੇ ਵਜੋਂ, ਜਿਵੇਂ ਤੁਸੀਂ ਦੱਸੇ, ਮੈਂ ਸਿਵਲ ਇੰਜੀਨੀਅਰ ਆ ਤੇ ਮੈਂ ਕੰਮ ਕਰਦਾ ਸੀਗਾ। ਫਿਰ ਕੋਈ ਸਬੱਬ ਇਦਾਂ ਦਾ ਬਣਿਆ ਕਿ 2011-12 ਵਿੱਚ ਮੈਨੂੰ ਵਾਪਸ ਆਪਣੇ ਦੇਸ਼, ਆਪਣੇ ਮੁਲਕ ਪਰਤਣਾ ਪੈ ਗਿਆ ਜੀ। ਜਿੱਥੋਂ ਤੱਕ ਪੰਜਾਬੀ ਦਾ ਸੀਗਾ, ਇਹ ਤਾਂ ਤੁਹਾਡੇ ਨਾਲ ਨਾਲ ਚੱਲਦੀ ਰਹਿੰਦੀ ਆ। ਜਿਵੇਂ ਤੁਸੀਂ ਤੁਹਾਨੂੰ ਵੀ ਪਤਾ, ਜਦੋਂ ਪੋਇਟ ਕੋਈ ਬੰਦਾ ਹੁੰਦਾ ਨਹੀਂ ਆ ਤੇ ਪੋਇਟ ਸਾਰੇ ਹੀ ਹੁੰਦੇ ਆ। ਲਫ਼ਜ਼ ਤੁਹਾਡੇ ਅੰਦਰ, ਚਾਹੇ ਤੁਸੀਂ ਲਿਖਦੇ ਆ, ਚਾਹੇ ਤੁਸੀਂ ਜ਼ਿਆਦਾ ਪੜ੍ਹੇ ਆ, ਘੱਟ ਪੜ੍ਹੇ ਆ, ਲਫ਼ਜ਼ ਤੁਹਾਡੇ ਅੰਦਰ ਚੱਲਦੇ ਰਹਿੰਦੇ ਆ। ਜਿਹੜਾ ਮੇਰਾ ਤੁਸੀਂ ਪਹਿਲਾ ਸ਼ੇਰ 2 ਪੜ੍ਹੇ, ਮੈਂ ਉਹਦੇ 'ਚ ਇੱਕ ਹੋਰ ਸ਼ੇਰ ਆ ਕਿ ਜਿਵੇਂ ਉਹ ਤੁਸੀਂ ਪੜ੍ਹਿਆ ਕਿ ਸ਼ਮਾ ਦੀ ਰੋਸ਼ਨੀ ਤੇ ਰੋਜ਼ ਤੋਹਮਤ ਠੀਕ ਨਹੀਂ ਹੁੰਦੀ ਕਿ ਸੂਰਜ ਦੀ ਪਹੁੰਚ ਵੀ ਹਰ ਹਨੇਰੇ ਤੀਕ ਨਹੀਂ ਹੁੰਦੀ। ਜਦੋਂ ਉਹ ਹੋਣ ਤੇ ਆਵੇ ਤਾਂ ਆਪਣੇ ਆਪ ਹੋ ਜਾਵੇ।
ਮੁਹੱਬਤ ਕਰਨ ਦੀ ਕਿਧਰੇ ਕੋਈ ਤਕਨੀਕ ਨਹੀਂ ਹੁੰਦੀ। ਇਹਦੇ 'ਚ ਇੱਕ ਸ਼ੇਰ ਆ ਕੇ, ਮੁਕਾ ਕੇ ਰੋਜ਼ ਕੰਮ ਸੋਚਾਂ ਕਿ ਛੇਤੀ ਘਰ ਪਰਤ ਆਵਾਂ, ਮੁਕਾ ਕੇ ਮਗਰ ਮੁਕਾ ਕੇ ਰੋਜ਼ ਕੰਮ ਸੋਚਾਂ ਕਿ ਛੇਤੀ ਘਰ ਪਰਤ ਆਵਾਂ, ਮਗਰ ਜਦ ਘਰ ਪਰਤਦਾ ਹਾਂ ਕਿਸੇ ਨੂੰ ਉਡੀਕ ਨਹੀਂ ਹੁੰਦੀ। ਕਿਆ ਬਾਤ ਹੈ, ਵਾਹ ਵਾਹ। ਸੋ ਇਹ ਜਿਹੜੀਆਂ ਘੁੰਮਣ ਫਿਰੀਆਂ ਚੱਲਦੀਆਂ ਆ ਕਿ ਘਰ ਤੇ ਤੁਹਾਡਾ ਕਿਤੇ ਵੀ ਨਹੀਂ ਹੁੰਦਾ। ਘਰ ਅਸੀਂ ਮਕਾਨਾਂ ਨੂੰ ਹੀ ਘਰਾਂ ਦੇ ਮਖੌਟੇ ਪਾ ਕੇ ਤੁਰੇ ਫਿਰਦੇ ਆ। ਵਾਹ ਵਾਹ। ਅਸਲ 'ਚ ਮਕਾਨ ਹੁੰਦੇ ਆ ਉਹ, ਕਿ ਅਸੀਂ ਉਹਨਾਂ ਨੂੰ ਘਰ ਕਹੀ ਜਾਂਦੇ ਸਾਰੀ ਉਮਰ। हाँ, वो कह रहे मिश्रा जी कि मैं जिस मकान में रहता हूँ उसको घर कर दे। अच्छा, बड़ी थोड़ी गल बड़ा सुनील चौधरी, अवतार सिंह सोहिया, सिद्धू गुरमीत और निसार अली, बूटा सिंह मान, ये सारे अच्छा किरणदीप कौर, ये सारे दोस्त तुहानू जे एन आख रहे ने। और एक दोस्त ने भी लिखा है कि सिविल इंजीनियर जियो ऐसी। क्योंकि मैं शुरू ਚ ਮੇਰਾ ਹੁੰਦਾ ਹੈ ਕਿ ਜਿਹੜੇ ਦੋਸਤ ਸਾਡੇ ਨਾਲ ਪਹਿਲੇ ਜੁੜ ਰਹੇ ਨੇ ਉਹਨਾਂ ਦੇ ਫੌਰੀ ਤੌਰ ਤੇ ਨਾਂ ਲੈ ਲਵਾਂ। ਫਿਰ ਅਸੀਂ ਇਹ ਕਰਨੇ ਤਰਸੀਮ ਨੂਰ ਸਾਹਿਬ ਵੀ ਸਾਡੇ ਨਾਲ, ਫਿਰ ਮੈਂ ਇਹ ਕਰਨਾ ਉਹਨਾਂ ਦੋਸਤਾਂ ਨੂੰ ਕਹਿੰਦਾ ਕਿ ਤੁਹਾਡੀ ਵਜ੍ਹਾ ਤੋਂ ਇਹ ਪ੍ਰੋਗਰਾਮ ਹੈ। ਲੇਕਿਨ ਇਹ ਵੀ ਕਿ ਅਸੀਂ ਜਦੋਂ ਪੁਰਾਣੇ ਨਾਲ ਗੱਲ ਕਰ ਰਹੇ ਹੁੰਦੇ ਹਾਂ ਤੇ ਉਹ ਸਵਾਲ ਵੀ ਖੋਜ ਰਹੇ ਹੁੰਦੇ ਹਾਂ ਤੁਹਾਡੇ ਵਾਸਤੇ ਕਿ ਤੁਹਾਡੇ ਲਈ ਕੋਈ ਐਸੇ ਜਵਾਬ ਕੱਢ ਲਈਏ ਜਿਹੜੇ ਤੁਹਾਨੂੰ ਮਜ਼ਾ ਆਵੇ, ਤੁਸੀਂ ਅਗਲੇ ਬੰਦੇ ਨੂੰ ਜ਼ਿਆਦਾ ਅੱਛਾ ਜਾਣ ਸਕੋ। ਤੇ ਉਹ ਉਹਨਾਂ ਨੂੰ ਅਸੀਂ ਕਿਹਾ ਕਿ ਜਿਹੜੇ ਐਂਡ ਤੇ ਹੋਏਗਾ ਤੇ ਜਿਹੜਾ ਸਾਡਾ ਪ੍ਰਾਹੁਣਾ ਹੈ, ਚੇਚਾ ਪ੍ਰਾਹੁਣਾ, ਉਹ ਵੀ ਜਾ ਕੇ ਤੁਹਾਨੂੰ ਜਵਾਬ ਦੇਗਾ ਜਿਹੜੀ ਤੁਸੀਂ ਮੁਹੱਬਤ ਲਿਖ ਰਹੇ ਹੋ ਉਹਦੇ ਲਈ ਪ੍ਰੋਗਰਾਮ ਤੋਂ ਬਾਅਦ। ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਭ ਦੇ ਨਾਂ ਲਈਏ, ਅਗਰ ਕਿਸੇ ਦਾ ਨਾਂ ਰਹਿ ਜਾਏ ਤਾਂ ਉਹਦੇ ਕੋਲੋਂ ਅਸੀਂ ਮਾਫੀ ਚਾਹੁੰਦੇ ਹਾਂ। ਤੇ ਇਹ ਦੱਸੋ ਰਮਨਵੀਰ ਜੀ, ਤੁਸੀਂ 2 ਕਿਤਾਬਾਂ ਤੁਸੀਂ ਪੰਜਾਬੀ ਸੁਲੇਖ ਨੂੰ ਦਿੱਤੀਆਂ, ਪਹਿਲੀ ਸੀ ਤਾਂ ਸੁਪਨੇ ਕੀ ਸੋਚਣਗੇ, ਔਰ ਦੂਜੀ ਸੀ ਸੁਪਨਿਆਂ ਸੰਗ ਸੰਵਾਦ। ਅੱਛਾ, ਇਹ ਸੁਪਨੇ ਦੋਵਾਂ ਕਿਤਾਬਾਂ ਦੇ ਨਾਮਾਂ ਜਿਹੜਾ ਸੁਪਨੇ ਆਉਣਾ ਹੈ, ਇਹਦੀ ਕੋਈ ਖਾਸ ਵਜ੍ਹਾ ਹੈ ਕਿ ਤੁਸੀਂ ਸੁਪਨਿਆਂ 'ਚ ਰਹਿਣ ਵਾਲੇ ਬੰਦੇ ਹੋ, ਜ਼ਿੰਦਗੀ ਨੂੰ ਸੁਪਨਿਆਂ ਨੂੰ ਬੜਾ ਅਹਿਮੀਅਤ ਦਿੰਦੇ ਹੋ, ਜਾਂ ਕੀ ਵਜ੍ਹਾ ਹੈ ਕਿ ਦੋਵਾਂ ਕਿਤਾਬਾਂ 'ਚ ਕੋਈ, ਜਾਂ ਮਹਿਜ਼ ਇਤਫਾਕ ਹੈ ਕਿ ਦੋਵਾਂ ਦੇ ਨਾਮਾਂ 'ਚ ਸੁਪਨਿਆਂ ਦਾ ਲਫ਼ਜ਼ ਆ ਗਿਆ? ਮੇਰਾ ਇੱਕ ਸ਼ੇਰ ਵੀ ਹੈ ਕਿ ਨਮੀ ਵੀ ਹੈ ਮੇਰੇ ਨੈਣੀ, ਬੜਾ ਅਨੁਕੂਲ ਮੌਸਮ ਵੀ, ਵਾਹ, ਪਤਾ ਨਹੀਂ ਫੇਰ ਪੁੰਗਰਨ ਤੋਂ ਕਿਵੇਂ ਘਬਰਾ ਗਿਆ ਸੁਪਨਾ। ਆਹਾ ਵਾਹ, ਪਤਾ ਨਹੀਂ ਫੇਰ ਪੁੰਗਰਨ ਤੋਂ ਕਿਵੇਂ ਘਬਰਾ ਗਿਆ ਸੁਪਨਾ। ਆਹਾ ਵਾਹ ਵਾਹ। ਨਮੀ ਵੀ ਹੈ ਮੇਰੇ ਨੈਣੀ, ਬੜਾ ਅਨੁਕੂਲ ਮੌਸਮ ਵੀ, ਪਤਾ ਨਹੀਂ ਫੇਰ ਪੁੰਗਰਨ ਤੋਂ ਕਿਵੇਂ ਘਬਰਾ ਗਿਆ ਸੁਪਨਾ। ਕੀ ਬਾਤ ਹੈ। ਅਸੀਂ ਸੁਪਨੇ ਸਾਡੇ ਨਾਲ ਨਾਲ ਹੀ ਚੱਲਦੇ ਆ, ਜਿਵੇਂ ਡਿਜ਼ਾਇਰਸ ਹੁੰਦੀਆਂ, ਸਾਡੀਆਂ ਇੱਛਾਵਾਂ ਹੁੰਦੀਆਂ ਕਿ ਜਦੋਂ ਸਾਡੀ ਇੱਛਾ ਹੁੰਦੀ ਹੈ ਅਸੀਂ ਆਹ ਪਾ ਲਈਏ, ਜਦੋਂ ਅਸੀਂ ਉੱਥੇ ਪਹੁੰਚਦੇ ਆ ਫਿਰ ਉਹ ਸਾਨੂੰ ਛੋਟਾ ਲੱਗਣ ਲੱਗ ਪੈਂਦਾ ਆ। ਉਹ ਨਾਲ ਨਾਲ ਚੱਲਦੇ ਰਹਿੰਦੇ ਆ। ਸੁਪਨਿਆਂ ਦੇ ਅਸੀਂ ਸੁਪਨਿਆਂ ਦੇ ਵਿੱਚ ਜਿੰਦੇ ਆ, ਸੁਪਨੇ ਸਾਡੇ ਵਿੱਚ ਜਿੰਦੇ ਆ। ਵਾਹ। ਅੱਛਾ, ਮੈਂ ਤੁਹਾਡੇ ਨੇ ਇੱਕ ਦੋ ਇੰਟਰਵਿਊ ਸੁਣੇ, ਤੁਹਾਡੇ ਨਾਲ ਗੱਲਬਾਤ ਵੀ ਹੋਈ, ਬਲਕਿ ਤੁਹਾਡਾ ਧੰਨਵਾਦ ਕਿ ਤੁਸੀਂ ਮੇਰੀ ਕੁਝ ਗਜ਼ਲ ਦੇ ਕੁਝ ਸ਼ੇਰ ਵੀ ਤੁਸੀਂ ਪੜ੍ਹੇ ਔਰ ਬੜੇ ਲੋਕਾਂ ਨੇ ਪਸੰਦ ਕੀਤੇ। ਮੈਨੂੰ ਬੜੇ ਦੋਸਤਾਂ ਦੇ ਫੋਨ ਆਏ। ਕੱਲ ਰਾਤ ਇੱਕ ਦੋਸਤ ਅਮਰੀਕਾ ਤੋਂ ਫੋਨ ਆਇਆ ਕਿ ਜੀ ਮੈਂ ਤੁਹਾਡੀ ਗਜ਼ਲ ਸੁਣੀ ਹੈ ਜਿਹੜੀ ਰਮਨ ਸੰਧੂ ਹੋਰਾਂ ਪੜ੍ਹੀ ਹੈ। ਉਹਨਾਂ ਨਾਲ ਮੇਰਾ ਇੱਕ ਬੜਾ ਸੋਹਣਾ ਉੱਥੇ ਇੱਕ ਜੁੜ ਗਿਆ ਤਾਲੁਕ, ਉਹ ਵੀ ਪੰਜਾਬੀ ਲਈ ਕੰਮ ਕਰ ਰਹੇ ਨੇ ਤੇ ਸਾਡੀ ਸਾਰਿਆਂ ਦੀ ਸਾਂਝ ਤੇ ਮਾਂ ਬੋਲੀ ਹੈ। ਅੱਛਾ, ਇਹ ਦੱਸੋ ਜਿਹੜੀ ਤੁਹਾਡੀ ਕਿਤਾਬ ਪਹਿਲਾਂ ਆਈ 2014 ਦੀ, ਇਹ ਬੜੀ ਛੋਟੀ ਉਮਰ ਇਹ ਕਿਤਾਬ ਆ ਗਈ ਸੀ, ਇਹ ਵਰਨਾ ਤੇ ਲੋਕ ਸਾਰੀ ਉਮਰ ਕੋਸ਼ਿਸ਼ ਕਰਦੇ ਨੇ। ਉਮਰ ਨਾ ਵੇਖਣ ਨੂੰ ਛੋਟੀ ਲੱਗਦੀ ਹੈ ਪਰ ਛੋਟਾ ਹੈ ਨਹੀਂ ਆ ਮੈਂ। ਅੱਛਾ ਨਹੀਂ, 14 ਹੀ ਛੋਟੇ ਹੀ ਹੋਗੇ, 2014 ਕਿਉਂਕਿ 6 ਸਾਲ ਪਿਛਾ ਵੇਖੀ ਇਹਦੇ। ਕਈ ਵਾਰ ਭੁਲੇਖਾ ਪੈ ਜਾਂਦਾ ਹੁੰਦਾ, ਪਰ ਛੋਟੀ ਨਹੀਂ ਹੈ, ਮੈਂ ਵੀ ਕਰੀਬ 50 ਸਾਲ ਦਾ ਹੋ ਚੱਲਿਆ ਆ। ਅੱਛਾ, ਫਿਰ ਤਾਂ ਤੁਹਾਨੂੰ ਵੀ ਪੁੱਛਣਾ ਪਏਗਾ ਕਿ ਕਿਵੇਂ ਤੁਸੀਂ ਉਮਰ ਲਗਾਉਂਦੇ ਹੋ, ਕਿਵੇਂ ਤੁਸੀਂ ਵੇਲੇ ਨੂੰ ਹਰਾਇਆ ਕਿ ਤੁਹਾਡੇ ਚਿਹਰੇ ਤੋਂ ਏਦਾਂ ਲੱਗਦਾ ਨਹੀਂ 50 ਸਾਲਾਂ ਦਾ ਜੀ। ਹਾਂਜੀ, 2014 ਚ ਪਹਿਲੀ ਕਿਤਾਬ ਆਈ ਸੀਗੀ ਤੇ 2017 ਵਿੱਚ ਦੂਸਰੀ ਕਿਤਾਬ ਆਈ ਸੀ ਸੁਪਨਿਆਂ ਸੰਗ ਸੰਵਾਦ। ਤੇ ਦੋਨੋਂ ਹੀ ਸ਼ਾਹਮੁਖੀ ਚ ਕੋਈ ਨਹੀਂ ਛਪੀ ਇਹਨਾਂ ਚੋਂ? ਨਹੀਂ, ਸ਼ਾਹਮੁਖੀ ਦੋਵੇਂ ਗੁਰਮੁਖੀ ਆ। ਹਾਂਜੀ। ਅੱਛਾ, ਦੋਵੇਂ ਛਪੀਆਂ ਨੇ? ਦੋਵੇਂ ਛਪੀਆਂ, ਹਾਂਜੀ, ਕਿਤਾਬਾਂ। ਤੇ ਤੀਸਰੀ ਕਿਤਾਬ ਹੁਣ ਮੇਰੇ ਖਿਆਲ ਨਾਲ ਇਸੇ ਸਾਲ ਵਿੱਚ ਹੀ ਆ ਜੂਗੀ, 2020 ਵਿੱਚ ਹੀ। ਅੱਛਾ, ਉਹਦਾ ਕੀ ਨਾਮ ਹੈ ਜੀ? ਉਹਦਾ ਜੀ ਨਾਮ ਫਾਈਨਲ ਕੀਤਾ ਨਹੀਂ ਆ, ਮੈਟਰ ਸਾਰਾ ਤਿਆਰ ਹੈ ਪਰ ਜੇ ਨਾਮ ਉਹਦਾ ਫਾਈਨਲ ਹੋਇਆ ਨਹੀਂ ਹੈ ਜੀ। ਅੱਛਾ, ਮੈਂ ਤੁਹਾਡੇ ਕੁਝ ਇੰਟਰਵਿਊ ਸੁਣੇ ਮੈਂ ਜੀ, ਉਹਦੇ ਕੁਝ ਦੋਸਤਾਂ ਨਾਲ ਤੁਹਾਡੇ ਬਾਰੇ ਗੱਲ ਹੁੰਦੀ ਰਹੀ। ਤੇ ਜਿਹੜੀ ਇਹ ਅਦਬੀ ਹੈਗੀ ਨਾ ਜੀ ਧੜੇਬੰਦੀ, ਜਿਹੜੀ ਪਾੜ ਦੀਆਂ ਦੀਪਾਂ ਨੂੰ ਗਰੁੱਪ ਬਣੇ ਨੇ ਕਿ ਕਿਸੇ ਦਾ ਬਹੁਤ ਸੋਹਣਾ ਸ਼ੇਰ ਵੀ ਉੱਤੇ ਦਾਸ ਥੋੜੀ ਦੇਣਾ ਕਿ ਸਾਡੇ ਗਰੁੱਪ ਦਾ ਬੰਦਾ ਨਹੀਂ,
ਤੇ ਮੈਂ ਦੇਖਿਆ ਉੱਥੇ ਵੀ ਤੁਸੀਂ ਬੜੀ ਸੋਹਣੀ ਗੱਲ ਕੀਤੀ, ਤੁਹਾਨੂੰ ਵੀ ਉਨੀ ਤਕਲੀਫ ਪਹੁੰਚਾਉਂਦੀ ਉਹ ਗੱਲ ਜਿੰਨੀ ਸ਼ਾਇਦ ਮੈਨੂੰ ਪਹੁੰਚਾਉਂਦੀ ਹੋਵੇ। ਇਹ ਤੇ ਜ਼ਰੂਰ ਵਿਚਾਰ ਸਾਂਝੇ ਕਰੋ ਕਿ ਅਦਬ ਨੂੰ ਕਿਵੇਂ ਇਹ ਸ਼ੈ ਜਿਹੜੀ ਏ ਇਹ ਤੁਹਾਡੇ ਨਜ਼ਰ 'ਚ ਰੋਕਦੀ ਏ ਜਾਂ ਨਵੇਂ ਲਿਖਣ ਵਾਲਿਆਂ ਦੀ ਹੌਸਲਾ ਸ਼ਿਕਣੀ ਕਰਦੀ ਏ। ਦੇਖੋ, ਮੈਂ ਇੱਕ ਦੋ ਸ਼ੇਰ ਇਹਦੇ ਵਾਸਤੇ ਲਿਖੇ ਵੀ ਸੀਗੇ ਕਿ ਉਹ ਜਿਵੇਂ ਕਿ ਕੱਲ ਉਸ ਦੱਸਿਆ ਉਹ ਵੀ ਲਿਖਦਾ ਚਿਰਦਾ ਹੈ, ਹਾਂ, ਤੌਬਾ ਹਰ ਕੋਈ ਲੇਖਕ ਬਣਿਆ ਫਿਰਦਾ ਹੈ। ਵਾਹ ਵਾਹ ਵਾਹ। ਇੱਕ ਸ਼ਹਿਰ 'ਚ 9 ਸਾਹਿਤ ਸਭਾਵਾਂ ਨੇ, ਸਮਝ ਨਹੀਂ ਆਉਂਦੀ ਕਿਹੜਾ ਕਿਹੜੀ ਧਿਰ ਦਾ ਹੈ। ਵਾਹ ਵਾਹ ਵਾਹ। ਸੋ ਜੇ ਅਸੀਂ ਇੱਕ ਸ਼ਹਿਰ ਵਿੱਚ ਜੇ ਇੱਕੋ ਹੀ ਸਭਾ ਹੋਵੇ ਤੇ ਮੇਰੇ ਖਿਆਲ ਨਾਲ ਧੜੇਬੰਦੀਆਂ ਵੀ ਨਾ ਹੋਣ ਤੇ ਨਵੇਂ ਜਿਹੜੇ ਕਵੀ ਆਉਂਦੇ ਆ ਉਹਨਾਂ ਨੂੰ ਮੌਕਾ ਵੀ ਮਿਲੇ। ਮੇਰੀ ਪਰਸਨਲ ਰਾਏ ਇਹੀ ਹੈ ਕਿ ਇੱਕ ਸ਼ਹਿਰ 'ਚ ਇੱਕ ਸਾਹਿਤ ਸਭਾ ਜਿਹੜੀ ਐਨਫ ਹੁੰਦੀ ਆ। ਅੱਛਾ ਸਰ, ਇਹ ਬੜੀ ਸੋਹਣੀ ਤੁਸੀਂ ਗੱਲ ਕੀਤੀ। ਇਸੇ ਗੱਲ ਦੇ ਨਾਲ ਹੀ ਮੇਰਾ ਧਿਆਨ ਪਿਆ ਤੇ ਸਾਡੇ ਪੰਜਾਬ ਚੋਂ ਲਾਹੌਰ ਚੋਂ ਸਾਡੇ ਦੋਸਤ ਪ੍ਰੋਫੈਸਰ ਡਾਕਟਰ ਆਬਾਦ ਨਬੀਲ ਅਲੀ ਸੁਣ ਰਹੇ ਨੇ। ਉਹ ਪੰਜਾਬੀ ਅਦਬੀ ਸੰਗਤ ਦੇ ਆਗੂ ਨੇ ਔਰ ਬਹੁਤ ਸਾਰਾ ਕੰਮ ਮਾਂ ਬੋਲੀ ਉਹਨਾਂ ਦਾ, ਔਰ ਉਹ ਆਪਣੀ ਜ਼ਾਤ ਨਾਲ ਜ਼ਿਆਦਾ ਦੂਜੇ ਪੰਜਾਬੀ ਲਿਖਣ ਵਾਲਿਆਂ ਨੂੰ ਹਲਾਸ਼ਰੀ ਦਿੰਦੇ ਨੇ, ਅੱਗੇ ਕਰਦੇ ਨੇ ਤੇ ਉਹ ਖੁੱਲੇ ਹੁੰਦੇ ਨੇ ਹਰ ਫੋਰਮ ਵਾਸਤੇ ਨਾ। ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅਗਰ ਅਸੀਂ ਇੱਕ ਹੀ ਫੋਰਮ ਦੇ ਜਿਵੇਂ ਮੈਂ ਔਰ ਪੰਜਾਬੀ ਕਾ ਔਰ ਪੰਜਾਬੀ ਕੀਮਤੀ ਗੱਲਾਂ ਰਲੇ ਆ, ਸਾਡਾ ਮਕਸਦ ਮਾਂ ਬੋਲੀ ਦਾ ਫਰੋਗ ਸੀ, ਮਾਂ ਬੋਲੀ ਦੇ ਗਵਾਚੇ ਲਾਲ ਲੱਭਣੇ ਸਨ ਤੇ ਉਹਨਾਂ ਨੂੰ ਲੋਕਾਂ ਨੂੰ ਬੁਲਾਉਣਾ ਸੀ। ਤੇ ਅਸੀਂ ਕਿਹਾ ਰਲ ਕੇ ਕਿਉਂ ਨਾ ਕਰੀਏ ਜਦੋਂ ਸਾਡਾ ਮਕਸਦ ਹੀ ਇੱਕ ਹੈ। ਤੇ ਇਹ ਜਿਹੜੇ ਲੋਕ ਵੱਖੋ ਵੱਖ ਬਣਾਈ ਫਿਰਦੇ ਨੇ, ਮੇਰਾ ਖਿਆਲ ਇਹਨਾਂ ਦੇ ਮਕਸਦ ਸ਼ਾਇਦ ਆਪਣੇ ਮਕਸਦ ਨਾਲੇ ਸੱਚੇ ਨਹੀਂ ਹੋਏ ਹੈਗੇ। ਵਰਨਾ ਅਗਰ ਇੱਕ ਬੰਦਾ ਚੰਗਾ ਕੰਮ ਕਰ ਰਿਹਾ ਤਾਂ ਦੂਜਾ ਉਹਦੇ ਨਾਲ ਜੁਆਇਨ ਕਰ ਲਵੇ। ਕੀ ਲੋੜ ਹੈ ਨਵਾਂ ਕੋਈ ਪਲੇਟਫਾਰਮ ਬਣਾ ਕੇ ਉਹਦਾ ਸਦਰ ਸੈਕਟਰੀ ਬਣਨ ਦੀ? ਤਾਂ ਮੈਨੂੰ ਲੱਗਦਾ ਰੌਲੇ ਕੋਈ ਅਹੁਦਿਆਂ ਦੇ ਹੁੰਦੇ ਨੇ ਮੋਸਟਲੀ, ਕੋਈ ਬੰਦਾ ਇਖਤਲਾਫ ਵੀ ਕਰ ਸਕਦਾ ਹੈ, ਲੇਕਿਨ ਅਗਰ ਸਿਰਫ ਮਕਸਦ ਹੀ ਹੋਵੇ ਤੇ ਮੈਨੂੰ ਤੇ ਹਮੇਸ਼ਾ ਲੱਗਦਾ ਹੈ ਇਹ ਰਮਨ ਸਿੰਘ ਨਾਲੋਂ ਬਹੁਤ ਸਾਰੇ ਬੰਦੇ ਕੰਮ ਚੰਗਾ ਕਰ ਰਹੇ ਹੁੰਦੇ ਨੇ। ਮੈਂ ਉਹਨਾਂ ਨੂੰ ਵਡਿਆਨਾ ਵਾ ਤੇ ਕਈ ਬੰਦੇ ਕਹਿੰਦੇ ਯਾਰ ਤੁਸੀਂ ਬੰਦੇ ਹੋ ਨਾ ਜੀ ਬਹੁਤ ਜ਼ਿਆਦਾ ਵਡਿਆਉਂਦੇ ਹੋ। ਮੈਂ ਕਿਹਾ ਯਾਰ ਮੇਰੀ ਨਜ਼ਰ ਨਾਲ ਵੇਖੋ ਤੇ ਮੈਨੂੰ ਉਹਦਾ ਕੰਮ ਹੀ ਬੜਾ ਲੱਗਦਾ ਹੈ। ਹੁਣ ਦੇਖੋ ਨਾ, ਜਿਵੇਂ ਤੁਸੀਂ ਪੇਸ਼ੇ ਦੇ ਲਿਹਾਜ਼ ਨਾਲ ਇੱਕ ਕਾਮਯਾਬ ਤੁਸੀਂ ਪ੍ਰੋਫੈਸ਼ਨਲ ਹੋ ਤੇ ਲੇਕਿਨ ਤੁਸੀਂ ਜਿਵੇਂ ਮਾਂ ਬੋਲੀ ਨੂੰ ਵਕਤ ਦੇ ਰਹੇ ਹੋ, ਮੈਂ ਸਮਝਦਾ ਬੜੀ ਮਾਣਯੋਗ ਗੱਲ ਹੈ ਔਰ ਇਹਨੂੰ ਵਡਿਆਉਣਾ ਚਾਹੀਦਾ ਹੈ ਕਿਉਂਕਿ ਨਵੀਂ ਨਸਲ 'ਚ ਬਹੁਤ ਘੱਟ ਨਜ਼ਰ ਆ ਰਹੀ। ਅੱਛਾ, ਤੁਸੀਂ ਨਜ਼ਮ ਲਿਖਦੇ ਹੋ ਜ਼ਿਆਦਾ, ਗਜ਼ਲ ਲਿਖਦੇ ਹੋ ਜਾਂ ਕੀ ਇਜ਼ਹਾਰ ਦਾ ਜ਼ਰੀਆ ਤੁਸੀਂ ਬਣਾਉਂਦੇ ਹੋ ਜ਼ਿਆਦਾ? ਨਹੀਂ, ਮੈਂ ਗਜ਼ਲ ਹੀ ਲਿਖਦਾ ਜੀ। ਮੈਂ ਨਜ਼ਮ ਤੇ ਲਿਖਦਾ। ਮੇਰੀਆਂ ਜਿਹੜੇ ਪਹਿਲੀਆਂ 2 ਕਿਤਾਬਾਂ ਉਹ ਦੋਵੇਂ ਗਜ਼ਲ ਸੰਗ੍ਰਹਿ ਆ। ਅੱਛਾ ਵਾਹ। ਅੱਛਾ, ਗਜ਼ਲ ਦਾ ਤੀਜੀ ਕਿਤਾਬ ਵੀ ਮੇਰੀ ਗਜ਼ਲ ਦੀ ਹੈ ਜੀ। ਨਵੀਂ ਗਜ਼ਲ 'ਚ ਬੜੀ ਲੋੜ ਹੈ ਜੀ। ਜਿਵੇਂ ਇਸ ਪਾਸੇ ਤਜਮਲ ਕਲੀਮ ਹਰਾ ਨੇ ਗਜ਼ਲ ਨੂੰ ਨਵਾਂ ਰੰਗ ਦਿੱਤਾ ਔਰ ਬਹੁਤ ਸਾਰੇ ਦੋਸਤ ਹੋਰ ਵੀ ਇਹ ਕੰਮ ਕਰ ਰਹੇ ਨੇ ਤੇ ਉਹ ਤੁਹਾਡੇ ਵਾਲੇ ਪਾਸੇ ਚੁੱਕੇ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਤੁਹਾਡੇ ਵਾਲੇ ਹੈ ਨਾ ਜੀ ਪੰਜਾਬੀ ਜ਼ਰੀਆ ਤਾਲੀਮ ਗੁਰਮੁਖੀ, ਉਹ ਸਾਡੇ ਨਹੀਂ ਪੜ੍ਹਾਈ ਜਾ ਰਹੀ ਤੇ ਸਾਡਾ ਤਲਕ ਪੰਜਾਬੀ ਨਾਲ ਥੋੜਾ ਜਿਹਾ ਕਮਜ਼ੋਰ ਹੋਇਆ ਇਸ ਵਜ੍ਹਾ ਤੋਂ ਕਿ ਸਾਡੇ ਬੱਚਿਆਂ ਨੂੰ ਲੱਗਦਾ ਹੈ ਕੋਈ ਪੰਜਾਬੀ ਨਹੀਂ ਪੜ੍ਹ ਸਕਦੇ। ਅੱਛਾ, ਮੈਂ ਹਾਲਾਂ ਕਹਿੰਦਾ ਕਿ ਜਦੋਂ ਸਾਰਾ ਦਿਨ ਤੁਸੀਂ ਪੰਜਾਬੀ 'ਚ ਗੱਲਾਂ ਕਰਦੇ ਹੋ ਤੇ ਤੁਸੀਂ ਕੋਈ ਇੱਕ ਸਫਾ ਪੜ੍ਹ ਕੇ ਵੇਖੋ, ਤੁਹਾਨੂੰ ਪੜ੍ਹਨੀ ਆਉਂਦੀ ਹੈ, ਤੁਹਾਡੇ ਅੰਦਰ ਹੈ, ਤੁਹਾਨੂੰ ਇੱਕ ਝਾਕਾ ਹੈ ਕਿ ਤੁਹਾਨੂੰ ਨਹੀਂ ਆਉਂਦੀ। ਤੇ ਉਹ ਜਿਹੜੇ ਦੋਸਤ ਕੋਸ਼ਿਸ਼ ਕਰਦੇ ਨੇ ਕਦੇ ਯਾਰ ਸਾਰੀਆਂ ਗੱਲਾਂ ਸਮਝ ਆ ਰਹੀਆਂ ਨੇ। ਜਿਵੇਂ ਸਾਨੂੰ ਸ਼ਾਹਮੁਖੀ ਔਰ ਗੁਰਮੁਖੀ ਦਾ ਇੱਕ ਮਸਲਾ ਸੀ ਦੋ ਪਾਸੇ ਕਿ ਸਾਡੇ ਕੋਲ ਨਹੀਂ ਸੀ ਪੜ੍ਹੀ ਜਾਂਦੀ, ਲੇਕਿਨ ਜਿਹੜੀ ਅਸੀਂ ਹੁਣ ਗੱਲਾਂ ਕਰ ਰਹੇ ਹਾਂ ਇਹ ਤਾਂ ਸਭ ਨੂੰ ਸਮਝ ਆ ਰਹੀਆਂ ਨੇ ਤੇ ਵਕਤ ਨੇ ਬਹੁਤ ਸਾਰੀਆਂ ਕੰਧਾਂ ਢਾਹਦੀਆਂ ਨੇ ਔਰ ਅਦਬ ਜੁੜਿਆ ਪਿਆ ਔਰ ਮਾਂ ਬੋਲੀ ਲਈ ਅਸੀਂ ਇੱਕ ਹੀ ਨਾਲ ਚ ਆ ਗਏ ਹਾਂ ਸਾਰੇ। ਤੇ ਕੋਈ ਕਲਾਮ ਸਰ ਆਪਣਾ ਸਾਂਝਾ ਕਰੋ ਜੀ, ਕੋਈ ਨਜ਼ਮ ਜਿਹੜੀ। ਮੈਂ ਨਾ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੱਧਰ ਸਾਡੇ ਵਾਲੇ ਪਾਸੇ ਵੀ ਨਾ ਜੀ ਅਸੀਂ ਲੋਕ ਸਣੇ ਮੇਰੇ ਮੀਨਸ ਇਨਕਲੂਡਿੰਗ ਮੀ ਕਿ ਅਸੀਂ ਲੋਕ ਪੰਜਾਬੀ ਦੀ ਗਜ਼ਲ ਜਾਂ ਕਵਿਤਾ ਲਿਖਦੇ ਵੀ ਵਿੱਚ ਨਾ ਕਈ ਵਾਰ ਜ਼ਬਰਦਸਤੀ ਉਰਦੂ ਦੇ ਸ਼ਬਦ ਵਿੱਚ ਮਾਰਦੇ ਆ ਜੀ ਜੀ। ਉਹ ਸਾਨੂੰ ਜਾਂ ਤੇ ਸਾਡੇ ਕੋਲ ਆਲਟਰਨੇਟ ਨਹੀਂ ਹੁੰਦਾ ਉਹਦਾ ਕੋਈ ਸ਼ਬਦ ਦਾ ਕਿ ਸਾਡੇ ਕੋਲ ਪੰਜਾਬੀ 'ਚ ਸ਼ਬਦ ਸਾਨੂੰ ਲੱਭਦਾ ਨਹੀਂ ਆ, ਜਾਂ ਅਸੀਂ ਉਹਨੂੰ ਇੱਕ ਮੈਂ ਸ਼ੇਅਰ ਲਿਖਿਆ ਸੀਗਾ ਕਿ ਮੈਨੂੰ ਮਾਂ ਬੋਲੀ ਵਿੱਚ ਔੜਨ, ਮੈਨੂੰ ਮੇਰੀ ਮਾਂ ਬੋਲੀ ਵਿੱਚ ਔੜਨ ਇੱਕ ਤੋਂ ਇੱਕ ਖਿਆਲ, ਪੁਖਤਾ ਨਹੀਂ ਹੋ ਜਾਂਦੀ ਕਵਿਤਾ ਉਰਦੂ ਦੇ ਕੁਝ ਸ਼ਬਦਾਂ ਨਾਲ। ਵਾਹ ਵਾਹ। ਤੁਹਾਨੂੰ ਆਪਣੀ ਭਾਸ਼ਾ ਵਿੱਚ ਵੀ ਪੰਜਾਬੀ ਵਿੱਚ ਵੀ ਬਹੁਤ ਸਾਰੇ ਸ਼ਬਦ ਹੁੰਦੇ ਆ ਕਿ ਪਰ ਉਹ ਕਈ ਵਾਰੀ ਅਸੀਂ ਉਹਨੂੰ ਗਜ਼ਲ ਨੂੰ ਜਾਂ ਕਵਿਤਾ ਨੂੰ ਖੂਬਸੂਰਤ ਕਰਨ ਲਈ ਵਿੱਚ ਵਾਰ ਦਿੰਦੇ ਆ ਸ਼ਬਦ, ਹਨਾ ਕਿ ਜਿਹੜੀ ਰਮਨ ਵੀ ਤੁਸੀਂ ਕਹਿ ਰਹੇ ਹੋ ਨਾ ਵੀ ਜਿਹੜੀ ਮਨ ਚਾਹਣੀ
ਕੋਸ਼ਿਸ਼ ਹੁੰਦੀ ਹੈ, ਸ਼ੌਰੀ ਕੋਸ਼ਿਸ਼, ਉਹ ਤੇ ਵਾਕਈ ਫੜੀ ਜਾਂਦੀ ਹੈ। ਲੇਕਿਨ ਸਾਡੇ ਹਾਂ ਇੱਕ ਸਾਜ਼ਿਸ਼ ਵੀ ਹੋਈ, ਜਿਹੜੀ ਤੁਸੀਂ ਜਾਣਦੇ ਹੋ, ਪੰਜਾਬ ਪਿਛੋਕੜ ਕੇ ਅੰਗਰੇਜ਼ ਨੇ ਜਿਵੇਂ ਸੰਸਕ੍ਰਿਤ ਉਰਦੂ ਨੂੰ ਧਰਮਾਂ ਨਾਲ ਜੋੜ ਕੇ ਪੰਜਾਬੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਔਰ ਨੁਕਸਾਨ ਹੋਇਆ ਵੀ ਇਸ ਤੋਂ ਕਿ ਉਹ ਜਿਹੜੇ ਅਸੀਂ ਅੱਖਰ ਜਾਂ ਸ਼ਬਦ ਸੁਣਦੇ ਰਹਿੰਦੇ ਆ, ਉਹ ਸਾਡੀ ਜ਼ਾਤ ਦਾ ਹਿੱਸਾ ਵੀ ਬਣ ਜਾਂਦੇ ਨੇ। ਬਿਲਕੁਲ ਜਦੋਂ ਸਾਨੂੰ ਇੰਨੇ ਸੁਣਾਏ ਗਏ ਔਰ ਇੰਨੇ ਵਿਖਾਏ ਗਏ ਤਾਂ ਵਿੱਚ ਆਉਣੇ ਹੀ ਸਨ। ਲੇਕਿਨ ਮੇਰੀ ਜ਼ਾਤੀ ਰਾਏ ਕਿ ਮਾਂ ਬੋਲੀ ਦੀ ਫਿਰ ਵੀ ਇਹ ਖੂਬੀ ਹੈ, ਉਹਦਾ ਜ਼ਰਫ ਹੈ ਕਿ ਉਹਦੇ ਖਿਲਾਰ 'ਚ ਹਰ ਜ਼ਬਾਨ ਦਾ ਲਫ਼ਜ਼ ਆਇਆ ਹੈ, ਉਹਨੇ ਕਬੂਲਿਆ ਹੈ। ਲੇਕਿਨ ਫਿਰ ਵੀ ਮੈਂ ਕਹਿੰਦਾ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਸਾਨੂੰ ਆਪਣੀ ਭਾਸ਼ਾ ਵਿੱਚ ਜੇ ਉਹਦਾ ਸ਼ਬਦ ਲੱਭਦਾ ਹੈ ਤੇ ਆਪਾਂ ਨੂੰ ਉਹਦੀ ਵਰਤੋਂ ਕਰਨੀ ਚਾਹੀਦੀ ਆ। ਬਿਲਕੁਲ ਠੀਕ ਹੈ। ਇਹ ਸਰ ਬੜੀ ਸੋਹਣੀ, ਕਿਉਂਕਿ ਪੰਜਾਬੀ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਆਏ ਆ। ਹਾਂਜੀ ਸਰ, ਜਿਵੇਂ ਤੁਸੀਂ ਉਹ ਗੱਲ ਕੀਤੀ ਨਾ, ਤੁਹਾਡੀ ਨਜ਼ਰ ਮੈਂ ਉਹ ਗਜ਼ਲ ਸੁਣਨੀ ਹੈ ਜਿਹਦੇ ਤੁਸੀਂ ਸਾਰੇ ਪੰਜਾਬੀ ਦੇ ਜਿਹੜੇ ਸਾਡੇ ਬਾਬੇ ਨੇ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਨੂੰ ਸਲਾਮ ਕੀਤਾ ਹੈ। ਹਾਂਜੀ ਉਹ ਇਦਾਂ ਸੀਗਾ, ਉਹ ਤੇ ਇੱਕ ਅਰਜ਼ੋਈ ਕਰਦਾ ਹੁੰਦਾ ਮੈਂ ਕਿ ਖੂਹ ਫੁਲਕਾਰੀ, ਸੱਥ ਕਬੱਡੀ, ਤੀਆਂ ਚੌਂਕੇ ਚੁੱਲ੍ਹੇ, ਵਾਹ, ਨਾਨਕ ਪੀਲੂ ਫਜ਼ਲ ਦਮੋਦਰ ਹਾਸ਼ਮ ਵਾਰਸ ਬੁੱਲੇ, ਆਹਾ, ਵਾਹ ਵਾਹ, ਰੋਜੀ ਰੋਟੀ ਖਾਤਰ ਜਿੱਥੇ ਜਾਣਾ ਬੇਸ਼ੱਕ ਜਾਵਣ, ਐ ਪਰ ਕੋਈ ਪੰਜਾਬੀ ਆਪਣੀ ਮਾਂ ਬੋਲੀ ਨਾ ਭੁੱਲੇ। ਵਾਹ ਵਾਹ ਵਾਹ, ਐ ਪਰ ਕੋਈ ਪੰਜਾਬੀ ਆਪਣੀ ਮਾਂ ਬੋਲੀ ਨਾ ਭੁੱਲੇ। ਬਹੁਤ ਸੋਹਣਾ ਸੁਣਿਆ ਜੀ, ਬਹੁਤ ਸੋਹਣਾ। ਸੋ ਮੈਂ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਆਪਣੇ ਸਾਰੇ ਦੋਸਤਾਂ ਨਾਲ ਵੀ, ਕਿ ਮੈਂ ਜੋ ਵੀ ਆਖਦਾ ਮੰਨਦੀ ਹੈ ਉਹ ਤਕਰਾਰ ਨਹੀਂ ਕਰਦੀ। ਮੈਂ ਜੋ ਵੀ ਆਖਦਾ ਮੰਨਦੀ ਹੈ ਉਹ ਤਕਰਾਰ ਨਹੀਂ ਕਰਦੀ। ਮੇਰੀ ਖਾਹਿਸ਼ ਕਦੇ ਔਕਾਤ ਦੀ ਹੱਦ ਪਾਰ ਨਹੀਂ ਕਰਦੀ। ਵਾਹ ਵਾਹ ਵਾਹ, ਮੇਰੀ ਖਾਹਿਸ਼, ਮੈਂ ਜੋ ਵੀ ਆਖਦਾ ਮੰਨਦੀ ਹੈ ਉਹ ਤਕਰਾਰ ਨਹੀਂ ਕਰਦੀ। ਮੇਰੀ ਖਾਹਿਸ਼ ਕਦੇ ਔਕਾਤ ਦੀ ਹੱਦ ਪਾਰ ਨਹੀਂ ਕਰਦੀ। ਮੇਰੇ ਲਈ ਲਾਜ਼ਮੀ ਹੈ ਸਾਂਭ ਕੇ ਰੱਖਾਂ ਨਵੀਂ ਆਪਣੀ। ਵਾਹ, ਘਟਾ ਮਾਰੂ ਥਲਾਂ ਤੇ ਰਹਿਮਤਾਂ ਹਰ ਵਾਰ ਨਹੀਂ ਕਰਦੀ। ਵਾਹ ਵਾਹ ਵਾਹ, ਮੇਰੇ ਲਈ ਲਾਜ਼ਮੀ ਹੈ ਸਾਂਭ ਕੇ ਰੱਖਾਂ ਨਵੀਂ ਆਪਣੀ। ਘਟਾ ਮਾਰੂ ਥਲਾਂ ਤੇ ਰਹਿਮਤਾਂ ਹਰ ਵਾਰ ਨਹੀਂ ਕਰਦੀ। ਉਹਦੀ ਦੀਵਾਰ ਨੂੰ ਟਕਰਾ ਕੇ ਅਕਸਰ ਪਰਤ ਆਉਂਦੀ ਹੈ। ਵਾਹ, ਦੁਆ ਮੇਰੀ ਕਿਸੇ ਮੰਦਰ ਦੀ ਚੌਖਟ ਪਾਰ ਨਹੀਂ ਕਰਦੀ। ਕੀ ਬਾਤ, ਵਾਹ ਵਾਹ। ਉਹਦੀ ਦੀਵਾਰ ਨੂੰ ਟਕਰਾ ਕੇ ਅਕਸਰ ਪਰਤ ਆਉਂਦੀ ਹੈ। ਦੁਆ ਮੇਰੀ ਕਿਸੇ ਮੰਦਰ ਦੀ ਚੌਖਟ ਪਾਰ ਨਹੀਂ ਕਰਦੀ। ਜਦੋਂ ਮੰਜ਼ਲ ਨੂੰ ਪਾ ਕੇ ਭਟਕਿਆ ਤਾਂ ਫਿਰ ਪਤਾ ਚੱਲਿਆ ਤਬਾਹ ਸਾਹਿਲ ਵੀ ਕਰ ਸਕਦਾ, ਮਹਿਜ਼ ਮਝਦਾਰ ਨਹੀਂ ਕਰਦੀ। ਵਾਹ ਵਾਹ ਵਾਹ, ਬਹੁਤ ਖੂਬ ਜੀ, ਬਹੁਤ ਸੋਹਣਾ। ਜਦੋਂ ਮੰਜ਼ਲ ਨੂੰ ਪਾ ਕੇ ਭਟਕਿਆ ਤਾਂ ਫਿਰ ਪਤਾ ਚੱਲਿਆ ਤਬਾਹ ਸਾਹਿਲ ਵੀ ਕਰ ਸਕਦਾ, ਮਹਿਜ਼ ਮਝਦਾਰ ਨਹੀਂ ਕਰਦੀ। ਮੈਂ ਉਸ ਕੋਠੇ ਦੀ ਖਾਮੋਸ਼ੀ ਨੂੰ ਸੁਣ ਕੇ ਸਭ ਸਮਝ ਜਾਣਾ। ਮੈਂ ਉਸ ਕੋਠੇ ਦੀ ਖਾਮੋਸ਼ੀ ਨੂੰ ਸੁਣ ਕੇ ਸਭ ਸਮਝ ਜਾਣਾ। ਜੋ ਚੁੱਪ ਝਾਂਜਰ ਦੀ ਕਰਦੀ ਹੈ ਬਿਆਂ, ਛਣਕਾਰ ਨਹੀਂ ਕਰਦੀ। ਕੀ ਬਾਤ, ਵਾਹ ਵਾਹ, ਜੋ ਚੁੱਪ ਝਾਂਜਰ ਦੀ ਕਰਦੀ ਹੈ ਬਿਆਂ। ਮੈਂ ਉਸ ਕੋਠੇ ਦੀ ਖਾਮੋਸ਼ੀ ਨੂੰ ਸੁਣ ਕੇ ਸਭ ਸਮਝ ਜਾਣਾ। ਵਾਹ, ਜੋ ਚੁੱਪ ਝਾਂਜਰ ਦੀ ਕਰਦੀ ਹੈ ਬਿਆਂ, ਛਣਕਾਰ ਨਹੀਂ ਕਰਦੀ। ਸੋ ਇਹ ਗਜ਼ਲ ਸੀਗੀ ਜੀ, ਬਹੁਤ ਸੋਹਣੀ ਗਜ਼ਲ ਜੀ। ਰਾਜ ਲਾਲੀ ਬਟਾਲਾ ਹਰੀ ਵੀ ਵਡਿਆਰੇ ਨੇ ਤੁਹਾਨੂੰ ਹੋਰ ਕਹਿ ਰਹੇ ਨੇ ਕਿ ਬਹੁਤ ਸਹੀ ਆਖਿਆ। ਤੇ ਅਵਤਾਰ ਸਿੰਘ ਹਰੀ, ਸੁਖਵਿੰਦਰ ਕੌਰ, ਗਗਨ ਪੋਲੀ ਹਰੀ, ਸਾਰੇ ਦੋਸਤ ਤੁਹਾਡੇ ਸੁਣ ਰਹੇ ਨੇ, ਖੁਸ਼ ਹੋ ਰਹੇ ਨੇ। ਸ਼ੁਕਰੀਆ ਜੀ, ਸ਼ੁਕਰੀਆ ਸਰ। ਸੋ ਕਈ ਜਿਹੜੀ ਜਿੱਦਾਂ ਆਪਾਂ ਕਵਿਤਾ ਲਿਖਦੇ ਆ, ਕਵਿਤਾ ਨੂੰ ਆਪਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹ ਇੱਕ ਵਿਸ਼ਾ ਲੈ ਕੇ ਆਪਾਂ ਚੱਲਦੇ ਆ ਨਾ, ਕਿ ਕਵਿਤਾ ਦੇ ਵਿੱਚ ਪੂਰਾ ਆਪਾਂ ਨੂੰ ਸਾਰਾ ਕੁਝ ਕਹਿਣਾ ਹੁੰਦਾ। ਗਜ਼ਲ ਦੇ ਤਾਂ ਤੁਸੀਂ ਵੀ ਗਜ਼ਲ ਲਿਖਦੇ ਆ, ਉਹਦੇ ਹਰ ਸ਼ੇਰ ਦਾ ਰੰਗ ਵੱਖਰਾ ਆ, ਹੈਨਾ ਜੀ, ਹਰ ਸ਼ੇਰ 'ਚ ਮਜ਼ਮੂਨ ਵੱਖਰਾ ਹੈ। ਜਿਵੇਂ ਮੇਰੀ ਇੱਕ ਗਜ਼ਲ ਦੇਖੋ, ਉਹਦੇ 2-3 ਸ਼ੇਰ ਮੈਂ ਤੁਹਾਨੂੰ ਸੁਣਾਉਣਾ, ਅਲੱਗ-ਅਲੱਗ ਉਹਦੇ ਰੰਗ ਹੋਣਗੇ ਜੀ। ਗਜ਼ਲ ਦਾ ਮਤਲਬ ਏਦਾਂ ਕਿ ਕੋਈ ਤਾਂ ਖੋਟ ਹੋਵੇਗੀ ਉਹਨਾਂ ਦੇ ਜਜ਼ਬਿਆਂ ਅੰਦਰ। ਵਾਹ, ਕੋਈ ਤਾਂ ਖੋਟ ਹੋਵੇਗੀ ਉਹਨਾਂ ਦੇ ਜਜ਼ਬਿਆਂ ਅੰਦਰ, ਕਿਸਾਨਾਂ ਦੀ ਜੋ ਗੱਲ ਕਰਦੇ ਨੇ ਏਸੀ ਕਮਰਿਆਂ ਅੰਦਰ। ਵਾਹ ਵਾਹ ਵਾਹ, ਕੋਈ ਤਾਂ ਖੋਟ ਹੋਵੇਗੀ ਉਹਨਾਂ ਦੇ ਜਜ਼ਬਿਆਂ ਅੰਦਰ, ਕਿਸਾਨਾਂ ਦੀ ਜੋ ਗੱਲ ਕਰਦੇ ਨੇ ਏਸੀ ਕਮਰਿਆਂ ਅੰਦਰ। ਇਹਦਾ ਇੱਕ ਸ਼ੇਰ ਦੇਖਿਓ, ਉਹੀ ਬੱਚੇ
ਸਮਾਂ ਪਾ ਕੇ ਸਿਆਸਤਦਾਨ ਬਣ ਜਾਣੇ, ਹਾਂ ਜੋ ਲੈ ਉਹੀ ਕੇ ਬੱਚੇ। ਫਿਰ ਰਹੇ ਫਿਰਕਾ ਪ੍ਰਸਤੀ ਬਸਤਿਆਂ ਅੰਦਰ। ਵਾਹ ਵਾਹ ਵਾਹ। ਉਹੀ ਬੱਚੇ ਸਮਾਂ ਪਾ ਕੇ ਸਿਆਸਤਦਾਨ ਬਣ ਜਾਣੇ, ਜੋ ਲੈ ਕੇ ਫਿਰ ਰਹੇ ਫਿਰਕਾ ਪ੍ਰਸਤੀ ਬਸਤਿਆਂ ਅੰਦਰ। ਤੂਫਾਨ ਮਗਰੋਂ ਫਰੋਲਣ ਦੀ ਕਰੋ ਕੁਝ ਕਾਲ ਮੁਮਕਿਨ ਹੈ, ਜਿਉਂਦੇ ਹੋਣ ਕੁਝ ਸੁਪਨੇ ਘਰਾਂ ਦੇ ਮਲਬਿਆਂ ਅੰਦਰ। क्या बात है, वाह वाह वाह। ਤੂਫਾਨ ਮਗਰੋਂ ਫਰੋਲਣ ਦੀ ਕਰੋ ਕੁਝ ਕਾਲ ਮੁਮਕਿਨ ਹੈ, ਜਿਉਂਦੇ ਹੋਣ ਕੁਝ ਸੁਪਨੇ ਘਰਾਂ ਦੇ ਮਲਬਿਆਂ ਅੰਦਰ। ਸੋ ਇੱਕ ਗਜ਼ਲ ਦੇ ਵਿੱਚ ਅਲੱਗ-ਅਲੱਗ ਰੰਗ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ। जी जी यही खूबसूरती है गजल दी जी। और ਹਾਂਜੀ, बड़ी सोहनी तुसी निभा रहे हो ਤੁਹਾਡੀਆਂ ਗਜ਼ਲਾਂ ਮੈਂ ਸੁਣੀਆਂ, ਬਹੁਤ ਸੋਹਣਾ ਰੰਗ ਔਰ ਬੜੀ ਇੱਕ ਸ਼ਿੱਦਤ। ਤੇ ਮੈਨੂੰ ਇੱਕ ਦੋ ਸਵਾਲ ਕਰ ਰਿਹਾ ਸੀ ਕਿ ਪੰਜਾਬੀ ਦਾ ਜ਼ਿਆਦਾ ਕਲਾਮ ਜਿਹੜਾ ਹੈ ਉਹ ਫੇਲਨ ਬਹਿਲ ਚ ਕਿਉਂ ਹੁੰਦਾ ਹੈ। ਹਾਂਜੀ, ਮੈਂ ਕਿਹਾ ਚਲੋ ਯਾਰ ਅੱਜ ਇੱਕ ਮਹਿਮਾਨ ਸਾਡੇ ਕੋਲ ਆ ਰਹੇ ਨੇ ਕਿ ਅਸੀਂ ਇਹ ਸਾਂਝਾ ਕਰਾਂਗੇ ਤਾਂ ਕਿ ਬੇਲੀਆਂ ਨਾਲ ਵੀ ਇੱਕ ਵਿਚਾਰ ਇਸੇ ਇੱਥੇ ਸਾਂਝੇ ਹੋ ਜਾਣ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸੇ ਖਾਸ ਬਹਿਰ ਕਿਉਂ ਹੈ ਮਾਂ ਪੰਜਾਬੀ ਚ ਬੋਲੀ ਲਿਖਣ ਦੀ। ਇਹ ਜਿਹੜੀ ਚੀਜ਼ ਮੈਂ ਦੇਖੀ ਹੈ ਨਾ, ਫੇਲਨ ਹੈ, ਇਹ ਜਿਹੜਾ ਤੁਹਾਡੇ ਵਾਲੇ ਪਾਸੇ ਵਾਲਾ ਪੰਜਾਬ ਆ ਉਧਰ ਜ਼ਿਆਦਾ ਮੈਂ ਦੇਖੀ, ਉਧਰੋਂ ਇਹ ਜ਼ਿਆਦਾ ਆਉਂਦੀ ਆ। ਜੀ ਜੀ। ਤੁਸੀਂ ਥੋੜੇ ਸ਼ਬਦਾਂ ਵਿੱਚ ਹੀ ਫੇਲਨ ਬਹਿਰ ਇੱਕ ਤੇ ਸੌਖੀ ਆ। ਮੈਂ ਵੀ ਇੱਕ ਦੋ ਕੁਝ ਗਜ਼ਲਾਂ ਲਿਖੀਆਂ ਫੇਲਨ ਚ ਜਿੱਦਾਂ, ਪਰ ਇੱਧਰ ਸਾਡੇ ਵਾਲੇ ਪਾਸੇ ਮੈਂ ਦੇਖਿਆ ਮੁਫਾਇਲਨ ਬਹਿਰ ਜਾਂ ਫਾਇਲਾਤਨ ਬਹਿਰ ਇਹ ਜ਼ਿਆਦਾ ਚੱਲਦੀਆਂ ਆ। ਹਾਂ ਫੇਲਨ ਵੀ ਚੱਲਦੀ ਆ ਜ਼ਿਆਦਾ, ਪਰ ਫੇਲਨ ਉਸ ਵਾਲੇ ਪਾਸੇ ਜ਼ਿਆਦਾ ਮੈਂ ਦੇਖੀ ਉਧਰ ਆਉਂਦੀ ਆ। ਮੈਂ ਫੇਲਨ ਚ ਬਹਿਰ ਬਿਲਕੁਲ ਠੀਕ ਤੁਸੀਂ ਕਿਹਾ। ਅੱਛਾ ਮੈਨੂੰ ਇਹ ਲੱਗਦਾ ਜੀ ਸਾਡੇ ਵੱਲ ਇਸ ਤੋਂ ਜ਼ਿਆਦਾ ਹੈ ਕਿ ਜਿਸ ਤਰ੍ਹਾਂ ਮੀਆਂ ਮੁਹੰਮਦ ਬਖਸ਼ ਸਰਕਾਰ ਦੀ ਜਿਹੜੀ ਮਸਨਵੀ ਸੈਫੁਲ ਮਲੂਕ, ਉਹ ਸਾਰੇ ਦੇ ਸਾਰੇ ਸ਼ੇਰ ਇਹ ਸਾਡੇ ਨਾਲ ਫੇਲਨ ਚ ਨੇ। ਅੱਛਾ ਫਿਰ ਇਹ ਸੁਲਤਾਨ ਬਹੁਤ ਸਰਕਾਰ ਦਾ ਕਲਾਮ ਹੈ ਜ਼ਿਆਦਾ, ਉਹ ਵੀ ਫੇਲਨ ਚ। ਅੱਛਾ ਫਿਰ ਬੁੱਲੇ ਸ਼ਾਹ ਨੇ ਵਰਤਿਆ ਜੋ ਸਾਡੇ ਬਾਬਿਆਂ ਨੇ ਕੀਤਾ ਨਾ ਜੀ, ਤੇ ਸ਼ਾਇਦ ਸਾਡੇ ਤੇ ਰੰਗੋ ਚੜ ਗਿਆ। ਦੂਜੀ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਸ਼ਿੱਦਤ ਹੈ ਨਾ ਜੀ, ਸਾਡੀ ਜਿਹੜੀ ਜ਼ੁਬਾਨ ਦੇ ਵਿੱਚ ਇੱਕ ਗੱਲ ਕਰਨ ਦਾ ਜਿਹੜਾ ਇੱਕ ਖੰਮਾ ਦਾਵਾ ਹੈ, ਉਹ ਇਹ ਜ਼ਿਆਦਾ ਨਿਭਾ ਕਰਦੀ ਏ। ਇਹ ਮੈਨੂੰ ਚੁੱਕੇ ਜਦੋਂ ਮੈਂ ਹੁਣ ਵੀ ਬਹੁਤ ਜ਼ਿਆਦਾ ਮੈਨੂੰ ਬਹਿਰਾਂ ਦਾ ਨਹੀਂ ਪਤਾ, ਲੇਕਿਨ ਜਦੋਂ ਮੈਂ ਸ਼ੁਰੂ ਚ ਸ਼ੇਰ ਲਿਖੇ ਤੇ ਉਹ ਮੇਰੇ ਅੰਦਰੋਂ ਹੀ ਇੰਝ ਫੁੱਟੇ, ਕੋ ਸਾਰੇ ਹੀ ਫੇਲਨ ਚ ਸਨ। ਅੱਛਾ ਜਦੋਂ ਮੈਂ ਉਹ ਤਨਵੀਰ ਬੁਖਾਰੀ ਸਾਹਿਬ ਮੇਰੇ ਪਹਿਲੇ ਉਸਤਾਦ ਨੇ, ਉਹਨਾਂ ਨੂੰ ਵਿਖਾਇਆ ਔਰ ਪੁੱਛਿਆ, ਉਹ ਤਖਤੀ ਉਹਨਾਂ ਨੂੰ ਸਿੱਖੀ, ਫਿਰ ਥੋੜਾ ਉਹਦੀ ਸਮਝ ਵੀ ਆਉਣੀ ਸ਼ੁਰੂ ਹੋਈ। ਤੇ ਉਹ ਲੱਗਦਾ ਕਿ ਤੁਹਾਡੇ ਅੰਦਰੋਂ ਇੱਕ ਖਾਸ ਤਰ੍ਹਾਂ ਦਾ ਰਿਦਮ ਨਿਕਲਦਾ ਹੈ। ਔਰ ਚੂੰਕਿ ਅਸੀਂ ਸੁਣਿਆ ਆਪਣੇ ਬਾਬਿਆਂ ਨੂੰ, ਤੇ ਉਹ ਰੰਗ ਸਾਡੇ ਤੇ ਗਾਲਬ ਹੈ ਉਹਨਾਂ ਸੂਫੀਆਂ ਦਾ। ਔਰ ਜੇ ਉਹਨਾਂ ਦੀ ਗੱਲ ਫਿਲਮ 'ਚ ਪੂਰੀ ਆ ਗਈ ਔਰ ਉਹਦਾ ਅਸਰ ਹੈਗਾ ਹੈ, ਤੇ ਸਾਡੀ ਗੱਲ ਵੀ ਕੋਈ ਕੁਚੱਜੀ ਦੀ ਰਹਿਣ ਲੱਗੀ ਹੈ, ਮੇਰਾ ਯਕੀਨ ਹੈ। ਤੇ ਦੂਜੀ ਗੱਲ ਇਹ ਭਾਜੀ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਖਿਆਲ ਤੁਹਾਡੇ, ਮੈਂ ਵੇਖਿਆ ਗਜ਼ਲਾਂ 'ਚ ਬੜੇ ਨਵੇਂ ਖਿਆਲ ਨੇ, ਔਰ ਤੁਸੀਂ ਬੜੀ ਜਦੀਦ ਜਿਵੇਂ ਆ ਤੁਸੀਂ ਤਕਨੀਕ ਲਫ਼ਜ਼ ਵਰਤਿਆ ਕਿ ਮੁਹੱਬਤ ਦੀ ਕੋਈ ਤਕਨੀਕ ਨਹੀਂ, ਬਹੁਤ ਸੋਹਣਾ ਲੱਗਾ। ਦੇਖੋ ਨਾ ਕੋਈ ਲਫ਼ਜ਼ ਐਸੇ ਹੁੰਦੇ ਨੇ ਕਿ ਤੁਸੀਂ ਉਹ ਸਾਡੇ ਵਰਤੋਂ 'ਚ ਰੋਜ਼ ਹੁੰਦੇ ਨੇ, ਲੇਕਿਨ ਅਸੀਂ ਪਰਹੇਜ਼ ਕਰਨੇ ਆ ਕਿ ਸਾਡੀ ਸ਼ਾਇਰੀ 'ਚ ਨਾ ਆ ਜਾਏ। ਅੱਛਾ ਜੀ ਉਹ ਰੋਜ਼ ਦੀ ਬੋਲਨੇ ਤੇ ਕਿਤੇ ਆ ਵੀ ਜਾਏ ਤਾਂ ਕੋਈ ਜੁਰਮ ਕੋਈ ਨਹੀਂ, ਤੇ ਹਾਂਜੀ ਲੇਕਿਨ ਧੱਕੇ ਨਾਲ ਵਿੱਚ ਨਹੀਂ ਪਾਣੇ ਚਾਹੀਦੇ ਤੁਹਾਡੇ ਵਾਲੀ ਗੱਲ। ਤੇ ਕੋਈ ਗਜ਼ਲ ਸਾਂਝੀ ਕਰੋ ਜੀ, ਕੋਈ ਨਵੇਂ ਜਿਹਦੇ 'ਚ ਵਿਚਾਰ ਹੋਣ। ਵੈਸੇ ਤੇ ਹਰ ਗਜ਼ਲ ਤੁਹਾਡੀ ਤੋਂ ਵੇਖ ਲਈ ਫੇਲਨ ਦੀ ਗੱਲ ਚੱਲੀ ਸੀ, ਇੱਕ ਦੋ ਸ਼ੇਰ ਮੈਂ ਤੁਹਾਨੂੰ ਫੇਲਨ 'ਚ ਸੁਣਾਉਣਾ ਹੈ ਕਿ ਨਵੀਂ ਗਜ਼ਲ ਹੈ ਕਿ ਵੇਖੋ ਉਹਦਾ ਡਿਫਰੈਂਟ ਜਿਹਾ ਰੰਗ ਹੈ ਕਿ ਐਸੀ ਗੁੰਮੀ ਮੈਥੋਂ ਫਿਰ ਨਾ ਭਾਲੀ ਗਈ, ਐਸੀ ਗੁੰਮੀ ਮੈਥੋਂ ਫਿਰ ਨਾ ਭਾਲੀ ਗਈ, ਕਿਹਦੇ ਹੱਥੋਂ ਮੇਰੀ ਰੀਝ ਉਧਾਲੀ ਗਈ। ਵਾਹ ਵਾਹ ਵਾਹ। ਇਹਦੇ 'ਚ ਇੱਕ ਸ਼ੇਰ ਦੇਖਿਓ ਕਿ ਤਕੜੇ ਨੇ ਘਰ ਜਰਮਨ ਸ਼ੈਫਰਡ ਪਾਲ ਲਿਆ। ਤਕੜੇ ਨੇ ਘਰ ਜਰਮਨ ਸ਼ੈਫਰਡ ਪਾਲ ਲਿਆ, ਮਾੜੇ ਤੋਂ ਇੱਕ ਖਾਹਿਸ਼ ਵੀ ਨਾ ਪਾਲੀ ਗਈ। ਵਾਹ ਵਾਹ ਵਾਹ। ਤਕੜੇ ਨੇ ਘਰ ਜਰਮਨ ਸ਼ੈਫਰਡ ਪਾਲ ਲਿਆ, ਮਾੜੇ ਤੋਂ ਇੱਕ ਖਾਹਿਸ਼ ਵੀ ਨਾ ਪਾਲੀ ਗਈ। ਸਾਂਭਣ ਵਾਲੇ ਲਮਹੇ ਸੁੱਟ ਤੇ ਪਤਨੀ ਨੇ, ਸੁੱਟਣ ਵਾਲੀ ਹਰ ਇੱਕ ਚੀਜ਼ ਸੰਭਾਲੀ ਗਈ। ਵਾਹ 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 ਵਾਹ। ਸੋ ਇਹ ਚੀਜ਼ਾਂ ਜਿੱਦਾਂ ਇੱਕ ਤੇ ਇਹਦੇ ਚ ਜੋ ਤੁਸੀਂ ਕੁਝ ਜੋ ਤੁਹਾਨੂੰ ਕੋਈ ਖਿਆਲ ਆਉਂਦਾ ਹੈ, ਚਾਹੇ ਉਹ ਤੁਸੀਂ ਡਰਾਈਵ ਕਰਦੇ ਆ, ਚਾਹੇ ਤੁਸੀਂ ਸੌਣ ਲੱਗੇ ਆ, ਤੁਹਾਨੂੰ ਖਿਆਲ ਤੁਹਾਡੇ ਅੰਦਰ ਚੱਲਦੇ ਰਹਿੰਦੇ ਆ ਨਾ ਜੀ। ਉਹਨੂੰ ਤੁਸੀਂ ਕਿੰਨਾ ਕੁ ਵੱਡਾ ਕਰਨਾ ਹੈ ਜਾਂ ਕਿੰਨਾ ਕੁ ਛੋਟਾ ਕਰਨਾ ਹੈ। ਕਈ ਵਾਰ ਉਹ ਛੋਟੀ ਬਹਿਰ ਵਿੱਚ ਪੂਰਾ ਆ ਜਾਂਦਾ ਹੈ ਨਾ। ਫਿਰ ਕਈ ਵਾਰ ਕੀ ਹੁੰਦਾ, ਜਿਹੜਾ ਸ਼ਾਇਰ ਆ ਉਹਨੂੰ ਇਹ ਲੱਗਦਾ ਕਿ ਇਹ ਜਿਹੜਾ ਖਿਆਲ ਹੈ ਕਿਸੇ ਬਹਿਰ ਵਿੱਚ ਆਉਣਾ ਨਹੀਂ ਆ, ਫਿਰ ਉਹ ਉਹਦੀ ਨਜ਼ਮ ਵੀ ਲਿਖ ਸਕਦਾ ਆ। ਹਾਂਜੀ ਬਿਲਕੁਲ ਠੀਕ। ਕੋਸ਼ਿਸ਼ ਇਹੀ ਹੁੰਦੀ ਹੈ, ਜਿਹੜਾ ਗਜ਼ਲ ਲਿਖਣ ਵਾਲਾ ਬੰਦਾ ਆ ਉਹਦੇ ਵਾਸਤੇ ਕੋਸ਼ਿਸ਼ ਇਹੀ ਹੁੰਦੀ ਆ ਕਿ ਇਹਨੂੰ ਕਿਸੇ ਤਰ੍ਹਾਂ ਗਜ਼ਲ ਵਿੱਚ ਫਿੱਟ ਕਰ ਲਿਆ ਜਾਵੇ।
ਅੱਛਾ, ਇਹ ਸਰ ਇਹ ਜਿਹੜੀ ਮੈਂ ਇਹਨੂੰ ਕਹਿੰਦਾ ਲਵਾਰਾ ਤਰਖਾਣਾ, ਜਿਹੜਾ ਮਰਜ਼ੀ ਨਾਲ ਫਿਟਿੰਗ ਕਰਨੀ ਹੈ ਨਾ ਜੀ, ਹਾਂਜੀ ਇਹ ਹਾਂਜੀ ਜਿਵੇਂ ਮੰਜੀ ਪੀੜੀ ਠੋਕਣੀ ਹੁੰਦੀ ਨਾ ਜੀ, ਤੇ ਹਾਂਜੀ ਸਾਡੇ ਕੋਲ ਵੀ ਬੜੇ ਜਿਹੜੇ ਉਹਨੂੰ ਕਾਰੀਗਰੀਆਂ ਕਰਦੇ ਨੇ, ਔਰ ਬਹੁਤ ਸਾਰੇ ਹਾਂਜੀ ਉਰਦੂ ਸ਼ੇਰ ਪੜ੍ਹ ਕੇ ਜਾਂ ਫਾਰਸੀ ਜਾਂ ਸੰਸਕ੍ਰਿਤ ਉਹ ਤਰਜਮੇ ਹਾਂਜੀ ਕਰੀ ਜਾ ਰਹੇ ਨਵੇਂ ਖਿਆਲਾਂ ਦੇ। ਲੇਕਿਨ ਜਿਹੜਾ ਸੱਚਾਈ ਔਰ ਜਿਹੜਾ ਬੇਲਾਗ ਇਜ਼ਹਾਰ ਹੁੰਦਾ ਹੈ, ਜਿਹੜਾ ਅੰਦਰੋਂ ਫੁੱਟਦਾ ਹੈ। ਅੱਛਾ, ਹਾਂਜੀ ਤੁਸੀਂ ਸ਼ਾਇਰੀ ਤੋਂ ਸ਼ੁਰੂ ਕੀਤੀ, ਤੇ ਮੈਨੂੰ ਲੱਗਦਾ ਤੁਹਾਡੇ ਵੀ ਆਪ ਮੁਹਾਰੇ ਜਿਹੜੇ ਤੁਸੀਂ ਫੁੱਟੇ ਹੋ, ਕਿ ਤੁਸੀਂ ਬਕਾਇਦਾ ਕਿਸੇ ਨੂੰ ਉਸਤਾਦ ਵੀ ਫੜਿਆ। ਮੈਂ ਨਾ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ ਕਿ ਮੈਂ ਗਜ਼ਲ ਵਿੱਚ ਉਸਤਾਦ ਹੋਣਾ ਜ਼ਰੂਰੀ ਹੁੰਦਾ। ਮੈਂ ਇਹਦਾ ਸੁਣਿਆ ਆ ਜੀ ਜੀ। ਕਿ ਇਹਦੀਆਂ ਜਿਹੜੀਆਂ ਅਰੂਜ ਦੀਆਂ ਬਾਰੀਕੀਆਂ ਆ ਉਹ ਤੁਹਾਨੂੰ ਉਸਤਾਦ ਤੋਂ ਬਣਾਉਂਦੀਆਂ ਨੇ, ਪਰ ਮੇਰਾ ਕੋਈ ਉਸਤਾਦ ਹੈ ਨਹੀਂ ਆ। ਵਾਹ। ਮੇਰੇ ਕੁਝ ਦੋਸਤ ਆ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ। ਇੱਕ ਡਾਕਟਰ ਜਗਵਿੰਦਰ ਜੋਧਾ ਆ, ਇੱਥੇ ਸਾਡੇ ਪੰਜਾਬ ਚੋਂ PhD ਆ ਪੰਜਾਬੀ ਗਜ਼ਲ ਤੇ ਹੀ ਆ, ਤੇ ਇੱਕ ਮੇਰਾ ਦੋਸਤ ਹੈ ਉਹ ਜਲੰਧਰ ਤੋਂ ਨਰਿੰਦਰਪਾਲ ਕੰਗ। ਅੱਛਾ ਜੀ। ਅਸੀਂ ਇੱਕ ਦੂਜੇ ਨਾਲ ਗੱਲਬਾਤ ਤੇ ਕਰ ਲੈਂਦੇ ਆ ਗਜ਼ਲ ਬਾਰੇ, ਪਰ ਸਿੱਖਣਾ ਜਿਵੇਂ ਮੈਂ ਇਦਾਂ ਲੱਗਦਾ ਕਿ ਸਿੱਖਣ ਵਾਲੀ ਚੀਜ਼ ਹੈ ਨਹੀਂ ਹੈ। ਠੀਕ ਹੈ। ਜਦੋਂ ਮੇਰੀ ਪਹਿਲੀ ਕਿਤਾਬ ਆਈ ਸੀ ਨਾ, ਮੈਨੂੰ ਉਦੋਂ ਮੈਨੂੰ ਮੁਫਾਇਲਨ ਕੀ ਹੈ ਜਾਂ ਫਾਇਲਾਤੁਨ ਕੀ ਹੈ ਜਾਂ ਫੇਲਨ ਕੀ ਹੈ, ਮੈਨੂੰ ਇੰਨਾ ਵੀ ਪਤਾ ਨਹੀਂ ਸੀ ਹੈਗਾ। ਪਰ ਫਿਰ ਵੀ ਉਹਦੇ ਵਿੱਚ ਕਾਫੀ ਸ਼ੇਰ ਇਦਾਂ ਦੇ ਆ ਜਿਹੜੇ ਸੱਚੀ ਮੁੱਚੀ ਬਹਿਰ ਵਿੱਚ ਹੈਗੇ ਸੀਗੇ। ਅੱਛਾ, ਵਾਹ। ਨਹੀਂ ਹੁੰਦਾ ਜੇ ਕੁਦਰਤੀ ਹੁੰਦਾ। ਹਾਂਜੀ, ਮੈਂ ਇਦਾਂ ਕਰਦਾ, ਹੁਣ ਵੀ ਇਦਾਂ ਕਰਦਾ ਕਿ ਹੁਣ ਤੇ ਮੈਨੂੰ ਚਲੋ 1 2 3 4 ਬਹਿਰਾਂ ਆਉਣ ਲੱਗ ਪਈਆਂ ਆ, ਪਰ ਮੈਂ ਕੀ ਕਰਦਾ ਕਿ ਉਹਨੂੰ ਤਰਨੁਮ ਚਗਾ ਕੇ ਦੇਖ ਲੈਂਦਾ ਆ। ਹਾਂ। ਤੁਹਾਨੂੰ ਉਹਦੇ ਨਾਲ ਕੀ ਹੁੰਦਾ, ਤੁਹਾਨੂੰ ਉਹਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕਿੱਥੋਂ ਤੁਸੀਂ ਇਹਨੂੰ ਥੋੜਾ ਘੱਟ ਵੱਧ ਕਰਨਾ ਆ। ਮੈਨੂੰ ਇਦਾਂ ਲੱਗਦਾ ਆ। ਨਹੀਂ ਸਰ, ਉਹ ਸਿੱਖੀ ਦਾ ਬੜਾ ਇੱਕ ਤਾਲੁਕ ਹੈ ਸ਼ਾਇਰੀ ਨਾਲ, ਜਿਹਨੂੰ ਇਹਦੀ ਸਮਝ ਹੈ ਉਹ ਤੇ ਬੜਾ ਕਮਾਲ ਹੈ। ਪਰ ਮੈਂ ਵੀ ਫਿਰ ਵੀ ਜਿਹੜੇ ਨਵੇਂ ਲਿਖਣ ਵਾਲੇ ਮੁੰਡੇ ਆ, ਆਪਣੀਆਂ ਭੈਣਾਂ ਛੋਟੀਆਂ ਬੱਚੀਆਂ, ਉਹਨਾਂ ਨੂੰ ਜਿਨ੍ਹਾਂ ਗਜ਼ਲ ਲਿਖਣੀ ਆ, ਉਹਨਾਂ ਵਾਸਤੇ ਮੇਰੀ ਬੇਨਤੀ ਇਹੀ ਹੈ ਕਿ ਉਹਨਾਂ ਨੂੰ ਉਸਤਾਦ ਬੇਸ਼ੱਕ ਕੋਈ ਨਾ ਬਣਾਉਣ, ਪਰ ਉਹਨਾਂ ਨੂੰ ਅਰੂਜ਼ ਦੀਆਂ ਕਿਤਾਬਾਂ ਵੀ ਬਹੁਤ ਹੁੰਦੀਆਂ। ਬੇਸ਼ੱਕ ਕਿਤਾਬਾਂ ਤੋਂ ਸਾਨੂੰ ਕੋਈ ਸਮਝ ਆਉਂਦੀ ਨਹੀਂ ਹੈ ਜ਼ਿਆਦਾ, ਮੈਂ ਟਰਾਈ ਕੀਤੀ ਸੀਗੀ, ਪਰ ਕਿਤਾਬਾਂ ਪੜ੍ਹ ਕੇ ਤੁਸੀਂ ਉਲਝ ਜਾਂਦੇ ਆ। ਜਿਹੜੀਆਂ ਅਰੂਜ਼ ਦੀਆਂ ਕਿਤਾਬਾਂ ਪੜ੍ਹ ਕੇ ਨਾ ਤੁਸੀਂ ਉਲਝ ਜਾਂਦੇ ਆ ਕਿ ਉਹਦੇ 'ਚ ਇੰਨੇ ਔਖਾ ਕੰਮ ਦਿੱਤਾ ਹੁੰਦਾ। ਮੈਂ ਵੀ ਟਰਾਈ ਕੀਤੀ ਸੀ, ਪਰ ਅਨਫੋਰਚੂਨੇਟਲੀ ਮੈਨੂੰ ਉਹਦੇ ਨਾਲ ਕੁਝ ਪਤਾ ਲੱਗਾ ਨਹੀਂ। ਪਰ ਹੁਣ ਮੈਨੂੰ 1 2 3 ਪਹਿਰਾਂ ਠੀਕ ਠਾਕ ਆਉਣ ਲੱਗ ਪਈਆਂ। ਅੱਛਾ, ਬੜੀ ਸੋਹਣੀ ਤੁਸੀਂ ਗੱਲ ਕੀਤੀ ਜੀ। ਉਸਤਾਦ ਜਿਹੜੇ ਨਾ ਜੀ, ਮੈਂ ਸਮਝਣਾ ਬੜੀ ਜ਼ਰੂਰੀ ਹੈ ਕਿਸੇ ਤੋਂ ਸਿੱਖਣਾ ਵੀ। ਔਰ ਤੁਸੀਂ ਕਹਿ ਰਹੇ ਸੀ ਨਾ ਕਿ ਉਸਤਾਦ ਜ਼ਰੂਰੀ ਹੁੰਦਾ, ਲੇਕਿਨ ਮੈਨੂੰ ਮੈਂ ਇੱਕ ਮਜ਼ਾਕ ਦੀ ਗੱਲ ਹੈ ਕਿ ਉਹਨਾਂ ਦੀ ਜ਼ਰੂਰੀ ਜਿਹੜੇ ਆਪ ਬਹੁਤ ਉਸਤਾਦ ਨੇ। ਤੁਸੀਂ ਜਿਹੜੇ ਆਪ ਬੜੇ ਉਸਤਾਦ ਨੇ ਉਹ। ਅੱਛਾ, ਜਿਹੜੇ ਕਈ ਬੰਦੇ ਨਾ, ਇੱਕ ਮੇਰੇ ਦੋਸਤ ਨੇ ਬੜੀ ਸੋਹਣੀ ਗੱਲ ਕੀਤੀ ਕਿ ਕਈ ਬੰਦੇ ਨਾ ਜੀ ਐਸੇ ਸ਼ਾਗਿਰਦ ਫੜ ਲੈਂਦੇ ਨੇ ਜਾਂ ਰੱਬੋਂ ਨਾਲ ਲੱਭ ਜਾਂਦੇ ਨੇ ਕਿ ਜਿਹਨਾਂ ਨੂੰ ਸਾਰੀ ਉਮਰ ਧੱਕਾ ਲਾਉਂਦੇ ਰਹਿਣ, ਤੇ ਐਸੀ ਗੱਡੀ ਉਹਦੀ ਸਟਾਰਟ ਨਹੀਂ ਹੁੰਦੀ। ਉਹਨਾਂ ਜਦੋਂ ਵੀ ਆਉਣਾ ਉਸਤਾਦ ਕੋਲੋਂ ਕੁਝ ਲਿਖਵਾ ਕੇ ਲਿਜਾਣਾ ਹੈ। ਤੇ ਅਸੀਂ ਕਹਿੰਦੇ ਕਿ ਜਿਹੜੀ ਗੱਡੀ 'ਚ ਇੰਜਨ ਹੋਵੇ ਨਾ ਜੀ, ਉਹ ਧੱਕੇ ਨਾਲ ਸਟਾਰਟ ਹੋ ਜਾਂਦੀ ਹੈ, ਤੇ ਬਿਨਾਂ ਇੰਜਨ ਨਾ ਸ਼ਾਗਿਰਦ ਲੱਭਿਆ ਕਰੋ। ਸਾਡੇ ਇੱਧਰ ਵੀ, ਸਾਡੇ ਵਾਲੇ ਪਾਸੇ ਵੀ ਨਾ ਕੁਝ ਉਸਤਾਦ ਇਦਾਂ ਦੇ ਆ ਗਜ਼ਲ ਦੇ ਕਿ ਉਹ ਪੱਗਾਂ ਆਪਣੇ ਬੈਗ 'ਚ ਪਾਈ ਫਿਰਦੇ ਆਪ ਹੀ। ਅੱਛਾ ਜੀ। ਕਿ ਜਿਹੜਾ ਵੀ ਕੋਈ ਸ਼ਾਗਿਰਦ ਲੱਭੇ ਉਹਨੂੰ ਦੇ ਦਿੰਦੇ ਕਿ ਆਹ ਪੱਗ ਤੂੰ ਮੈਨੂੰ ਦੇ ਦੀ ਭਰਾ। ਇੱਧਰ ਵੀ ਇਦਾਂ ਦਾ ਚੱਲਦਾ ਹੈ ਕੰਮ। ਇਹ ਸਰ ਜਿਵੇਂ ਦਾ ਮੁਆਸ਼ਰਾ ਹੋਵੇ ਨਾ ਜੀ, ਜਿਵੇਂ ਤੁਸੀਂ ਕਿਹਾ ਕਿ ਸ਼ਾਇਰੀ ਚੁੱਕੇ ਅਹਿਸਾਸ ਹੁੰਦਾ, ਤੇ ਤੁਹਾਡੀ ਉਹ ਮੈਂ ਵੇਖ ਰਿਹਾ ਸੀ ਕਿ ਸਿਰ ਫਿਰ ਹਾਕਮ ਤੇ ਸਭ ਝੂਠੇ ਗਵਾਹ। ਹਾਂਜੀ, ਮੇਰੇ ਹੱਕ ਦਾ ਕੋਈ ਵੀ ਫੈਸਲਾ ਨਹੀਂ ਹੋਣਾ। ਕਿਸੇ ਇਹ ਜ਼ਰਾ ਸੁਣਾਇਓ। ਹਾਂਜੀ, ਇਹ ਸੀਗਾ ਕਿ ਸਿਰੇ ਦਾ ਸਿਰ ਫਿਰਾ ਹਾਕਮ ਤੇ ਸਭ ਝੂਠੇ ਗਵਾਹ, ਇੱਥੇ ਮੇਰੇ ਹੱਕ ਵਿੱਚ ਨਹੀਂ ਹੋਣਾ ਕੋਈ ਵੀ ਫੈਸਲਾ ਇੱਥੇ। ਵਾਹ ਵਾਹ। ਮਤਲਬ ਇਹ ਗਜ਼ਲ ਏਦਾਂ ਸੀਗੀ। ਇੱਕ ਤਾਂ ਨਵੀਂ ਗਜ਼ਲ ਮੈਂ ਸੁਣਾਉਣਾ ਆ ਜੀ, ਜ਼ਰੂਰ। ਕਿ ਹੈ ਕਿ ਮੈਂ ਹਰ ਇੱਕ ਸ਼ੈ ਦੀ ਸੀਰਤ ਦਾ ਹੁਸਨ ਮਹਿਸੂਸ ਕਰਦਾ ਹਾਂ। ਮੈਂ ਹਰ ਇੱਕ ਸ਼ੈ ਦੀ ਸੀਰਤ ਦਾ ਹੁਸਨ ਮਹਿਸੂਸ ਕਰਦਾ ਹਾਂ। ਹਮੇਸ਼ਾ ਰਾਖ ਵਿੱਚੋਂ ਵੀ ਅਗਨ ਮਹਿਸੂਸ ਕਰਦਾ ਹਾਂ। ਵਾਹ। ਮੈਂ ਹਰ ਇੱਕ ਸ਼ੈ ਦੀ ਸੀਰਤ ਦਾ ਹੁਸਨ ਮਹਿਸੂਸ ਕਰਦਾ ਹਾਂ। ਹਮੇਸ਼ਾ ਰਾਖ ਵਿੱਚੋਂ ਵੀ ਅਗਨ ਮਹਿਸੂਸ ਕਰਦਾ ਹਾਂ। ਮੇਰੇ ਕਿਰਦਾਰ ਤੇ ਕੁਝ ਇਸ ਕਦਰ ਭਾਰੀ ਹੈ ਇਕਲਾਪਾ। ਵਾਹ। ਮੇਰੇ ਕਿਰਦਾਰ ਤੇ ਕੁਝ ਇਸ ਕਦਰ ਭਾਰੀ ਹੈ ਇਕਲਾਪਾ। ਕੋਈ ਰਿਸ਼ਤਾ ਬਣਾਵਾਂ ਤਾਂ ਘੁਟਨ ਮਹਿਸੂਸ ਕਰਦਾ ਹਾਂ। ਕਿਆ ਬਾਤ ਹੈ। ਵਾਹ ਵਾਹ ਵਾਹ, ਬਹੁਤ ਮੇਰੇ ਕਿਰਦਾਰ ਤੇ ਕੁਝ ਇਸ ਕਦਰ ਭਾਰੀ ਹੈ ਇਕਲਾਪਾ। ਕੋਈ ਰਿਸ਼ਤਾ ਬਣਾਵਾਂ ਤਾਂ ਘੁਟਨ ਮਹਿਸੂਸ ਕਰਦਾ ਹਾਂ। ਸਮਝ ਜਾਣਾ ਕਿ ਅੱਗੇ ਜਾਣ ਤੋਂ ਮੁੜਨਾ ਹੀ ਬਿਹਤਰ ਹੈ।
ਸਮਝ ਸਮਝ ਜਾਣਾ ਕਿ ਅੱਗੇ ਜਾਣ ਤੋਂ ਮੁੜਨਾ ਹੀ ਬਿਹਤਰ ਹੈ, ਜਦੋਂ ਰਸਤੇ ਦੇ ਮੱਥੇ ਤੇ ਸ਼ਿਕਨ ਮਹਿਸੂਸ ਕਰਦਾ ਹਾਂ। ਕਿਆ ਬਾਤ, ਵਾਹ ਵਾਹ, ਜਦੋਂ ਰਸਤੇ ਦੇ ਮੱਥੇ ਤੇ। ਜਦੋਂ ਸਮਝ ਜਾਣਾ ਕਿ ਅੱਗੇ ਜਾਣ ਤੋਂ ਮੁੜਨਾ ਹੀ ਬਿਹਤਰ ਹੈ, ਜਦੋਂ ਰਸਤੇ ਦੇ ਮੱਥੇ ਤੇ ਸ਼ਿਕਨ ਮਹਿਸੂਸ ਕਰਦਾ ਹਾਂ। ਚੜੀ ਉਮਰੇ ਜੋ ਫੁੱਲ ਤੋੜਨ ਸਮੇਂ ਪੋਟੇ 'ਚ ਖੁੱਭਿਆ ਸੀ। ਆਹ, ਚੜੀ ਉਮਰੇ ਜੋ ਫੁੱਲ ਤੋੜਨ ਸਮੇਂ ਪੋਟੇ 'ਚ ਖੁੱਭਿਆ ਸੀ, ਅਜੇ ਤੱਕ ਉਸ ਕੰਡੇ ਦੀ ਚੁਭਨ ਮਹਿਸੂਸ ਕਰਦਾ ਹਾਂ। ਕਿਆ ਬਾਤ, ਵਾਹ ਵਾਹ ਵਾਹ। ਇਹ ਕਵਿਤਾ ਤੇਰਿਆਂ ਨੈਣਾਂ 'ਚ ਜਦ ਵੀ ਬੇਰੁਖੀ ਤੱਕ ਲਾਂ, ਮੈਂ ਆਪਣੀ ਜ਼ਿੰਦਗੀ ਉੱਤੇ ਕਫਨ ਮਹਿਸੂਸ ਕਰਦਾ। ਕਿਆ ਬਾਤ, ਵਾਹ ਵਾਹ। ਇਹ ਕਵਿਤਾ ਤੇਰਿਆਂ ਨੈਣਾਂ 'ਚ ਜਦ ਵੀ ਬੇਰੁਖੀ ਤੱਕ ਲਾਂ, ਮੈਂ ਆਪਣੀ ਜ਼ਿੰਦਗੀ ਉੱਤੇ ਕਫਨ ਮਹਿਸੂਸ ਕਰਦਾ ਹਾਂ। ਵਾਹ ਵਾਹ ਵਾਹ, ਬਹੁਤ ਆਲਾ ਜੀ। ਉਹ ਕਹਿੰਦੇ ਨੇ ਕਿ ਕਹਿਣਾ ਧੀ ਨੂੰ ਤੇ ਇਸ਼ਾਰਾ ਨੂੰਹ ਨੂੰ। ਜਿਹੜਾ ਤੁਸੀਂ ਕਿਹਾ ਮੈਂ ਕਿ ਤਲਕ ਦਾ ਘੁੱਟਣ ਮਹਿਸੂਸ ਕਰਨਾ, ਪਤਾ ਨਹੀਂ ਸਾਡੇ ਵਾਲਾ ਇਸ਼ਾਰਾ ਹੈ, ਕੋਈ ਦੋਸਤੀ ਬਣ ਗਈ ਕਿ ਮੈਂ ਇਕੱਲਾ ਹੀ ਚੰਗਾ ਭਾਈ, ਮੈਂ ਕੁੱਟਣ ਮਹਿਸੂਸ। ਬੜਾ ਸੋਹਣਾ ਸਰ ਵਿਚਾਰ ਨੇ, ਔਰ ਜਿਹੜੇ ਦੋਸਤ ਇਸ ਤਰ੍ਹਾਂ ਮਹਿਸੂਸ ਕਰਦੇ ਨੇ, ਉਹਨਾਂ ਦੇ ਜਜ਼ਬਿਆਂ ਨੂੰ ਤੁਸੀਂ ਜ਼ੁਬਾਨ ਦਿੱਤੀ ਹੈ, ਉਹ ਯਕੀਨਨ ਤੁਹਾਡੇ ਧੰਨਵਾਦੀ ਹੋਣਗੇ। ਹਰ ਸ਼ਾਇਰ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਨਾਲ ਇੰਨਾ ਹੀ ਸੱਚਾ ਹੋਵੇ ਕਿ ਜੋ ਉਹਦੇ ਆਲੇ ਦੁਆਲੇ ਵਾਪਰ ਰਿਹਾ ਹੈ, ਉਦੋਂ ਆਪਣੀ ਸ਼ਾਇਰੀ 'ਚ ਲੋਕ ਉਹਨਾਂ ਬੇਜ਼ਬਾਨਾਂ ਦੀ ਜ਼ੁਬਾਨ ਬਣੇ ਜਿਹੜੇ ਆਪਣੀ ਗੱਲ ਆਪ ਨਹੀਂ ਕਰ ਸਕਦੇ। ਮੈਂ ਦੇਖਿਆ ਤੁਹਾਡੀ ਕਿਉਂਕਿ ਸ਼ਾਇਰੀ 'ਚ ਬੜਾ ਇੱਕ ਬਹਾਦਰੀ, ਇੱਕ ਬੋਲਡਨੈਸ, ਔਰ ਇੱਕ ਸਾਹਮਣੇ ਖਲੋ ਜਾਣ ਵਾਲੀ ਇੱਕ ਮੈਨੂੰ ਗੱਲ ਲੱਗਦੀ ਹੈ ਕਿ ਬੰਦਾ ਛਾਲ ਮਾਰ ਕੇ ਕਿਸੇ ਵੀ ਜ਼ੁਲਮ ਦੇ ਸਾਹਮਣੇ ਆ ਖਲੋਂਦਾ ਹੈ। ਜਿਵੇਂ ਮੈਂ ਪੜ੍ਹਿਆ ਤੁਹਾਡਾ ਕਿ ਹਕੀਕਤ ਨਾ ਬਿਆਨ ਕਰਦੇ, ਜ਼ਰਾ ਸਮਝਾ ਦਿਓ ਇਸ ਨੂੰ। ਹਾਂਜੀ, ਗਵਾ ਤੋੜੋ ਖਰੀਦੋ, ਨਹੀਂ ਤਾਂ ਮਰਵਾ ਦਿਓ। ਇਹ ਜ਼ਰੂਰ ਸੁਣਾਓ ਜੀ। ਸਾਡੇ ਇਸ ਵੇਲੇ ਜਿਹੜਾ ਸਾਡਾ ਕਾਨੂੰਨੀ ਜਿਹੜਾ ਨਿਜ਼ਾਮ ਚੱਲ ਰਿਹਾ ਹੈ ਜੀ, ਉਹਦੇ 'ਚ ਤੇ ਇਸ ਤਰ੍ਹਾਂ ਹੀ ਹੋ ਰਿਹਾ ਹੈ ਕਿ ਮਾੜੇ ਬੁੱਤੇ। ਇਸ ਗਜ਼ਲ ਦੇ 2-4 ਸ਼ੇਰ ਮੈਨੂੰ ਯਾਦ ਹੋਣੇ ਆ ਕਿ ਹਕੀਕਤ ਨਾ ਬਿਆਨ ਕਰਦੇ, ਜ਼ਰਾ ਸਮਝਾ ਦਿਓ ਉਸ ਨੂੰ। ਹਕੀਕਤ ਨਾ ਬਿਆਨ ਕਰਦੇ, ਜ਼ਰਾ ਸਮਝਾ ਦਿਓ ਉਸ ਨੂੰ। ਗਵਾ ਤੋੜੋ ਖਰੀਦੋ, ਨਹੀਂ ਤਾਂ ਫਿਰ ਮਰਵਾ ਦਿਓ ਉਸ ਨੂੰ। ਵਾਹ ਵਾਹ, ਗਵਾ ਤੋੜੋ ਖਰੀਦੋ, ਗਵਾ ਤੋੜੋ ਖਰੀਦੋ, ਨਹੀਂ ਤਾਂ ਫਿਰ ਮਰਵਾ ਦਿਓ ਉਸ ਨੂੰ। ਉਮਰ ਭਰ ਸਿਰ ਤੇ ਅਰਥੀ ਲੈ ਕੇ ਚੱਲਣਾ ਤਾਂ ਨਾਦਾਨੀ ਹੈ, ਜੋ ਰਿਸ਼ਤਾ ਮਰ ਗਿਆ ਹੈ ਵਕਤ ਸਿਰ ਦਫਨਾ ਦਿਓ ਉਸ ਨੂੰ। ਵਾਹ 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 ਵਾਹ, ਜੋ ਰਿਸ਼ਤਾ ਮਰ ਗਿਆ ਹੈ ਵਕਤ ਸਿਰ ਦਫਨਾ ਦਿਓ। ਉਮਰ ਭਰ ਸਿਰ ਤੇ ਅਰਥੀ ਲੈ ਕੇ ਚੱਲਣਾ ਤਾਂ ਨਾਦਾਨੀ ਹੈ, ਜੋ ਰਿਸ਼ਤਾ ਮਰ ਗਿਆ ਹੈ ਵਕਤ ਸਿਰ ਦਫਨਾ ਦਿਓ ਉਸ ਨੂੰ। ਇਹ ਤੋਂ ਪਹਿਲਾਂ ਕਿ ਮਤਦਾਤਾ ਸੜਕ ਬਿਜਲੀ ਦੀ ਮੰਗ ਰੱਖਦੇ, ਸਿਆਸਤ ਵਾਲਿਓ ਧਰਮਾਂ 'ਚ ਬੜ ਉਲਝਾ ਦਿਓ ਉਸ ਨੂੰ। ਵਾਹ ਵਾਹ ਵਾਹ। ਇਹ ਤੋਂ ਪਹਿਲਾਂ ਕਿ ਮਤਦਾਤਾ ਸੜਕ ਬਿਜਲੀ ਦੀ ਮੰਗ ਰੱਖਦੇ, ਸਿਆਸਤ ਵਾਲਿਓ ਧਰਮਾਂ 'ਚ ਮੁੜ ਉਲਝਾ ਦਿਓ ਉਸ ਨੂੰ। ਇਹਦੇ 'ਚ ਇੱਕ ਸ਼ੇਰ ਦੇਖੋਗੇ, ਰਹੀ ਖਾਮੋਸ਼ ਜੇ ਝਾਂਜਰ ਤਾਂ ਇੱਕ ਦਿਨ ਬਣ ਜਾਊ ਬੇੜੀ। ਵਾਹ, ਰਹੀ ਖਾਮੋਸ਼ ਜੇ ਝਾਂਜਰ ਤਾਂ ਇੱਕ ਦਿਨ ਬਣ ਜਾਊ ਬੇੜੀ। ਸੁਣੋ ਦਿਲ ਦੀ ਬਣੋ ਬਾਗੀ, ਚਲੋ ਛਣਕਾ ਦਿਓ ਉਸ ਨੂੰ। ਵਾਹ 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 ਵਾਹ, ਬਹੁਤ ਅੱਛਾ ਹੈ ਰਮਨ ਭਾਈ। ਜਦੋਂ ਵੀ ਫਿਰ ਸੁਣਾਓ ਜੀ। ਰਹੀ ਖਾਮੋਸ਼ ਜੇ ਝਾਂਜਰ ਤਾਂ ਇੱਕ ਦਿਨ ਬਣ ਜਾਊ ਬੇੜੀ। ਰਹੀ ਖਾਮੋਸ਼ ਜੇ ਝਾਂਜਰ ਤਾਂ ਇੱਕ ਦਿਨ ਬਣ ਜਾਊ ਬੇੜੀ। ਬਣੋ ਬਾਗੀ ਸੁਣੋ ਦਿਲ ਦੀ, ਚਲੋ ਛਣਕਾ ਦਿਓ ਇਸ ਨੂੰ। ਇਹਦੇ 'ਚ ਇੱਕ ਸ਼ੇਰ ਦੇਖਿਓ ਕਿ ਜਦੋਂ ਵੀ ਜ਼ਿੰਦਗੀ ਇੱਕ ਡੁਸਕ ਦੇ ਬੱਚੇ ਜਿਹੀ ਜਾਪੇ। ਜਦੋਂ ਵੀ ਜ਼ਿੰਦਗੀ ਇੱਕ ਡੁਸਕ ਦੇ ਬੱਚੇ ਜਿਹੀ ਜਾਪੇ, ਖਿਡੌਣਾ ਖਾਬ ਦਾ ਦਿਖਲਾ ਦਿਓ, ਪਰਚਾ ਦਿਓ ਉਸ ਨੂੰ। ਵਾਹ ਵਾਹ ਵਾਹ। ਇਹ ਮੁਮਕਿਨ ਹੈ ਕਿ ਅਗਲੇ ਵਰਕਿਆਂ 'ਚੋਂ ਕੁਝ ਸਕੂਨ ਲੱਭ ਜੇ। ਉਮਰ ਦਾ ਜੋ ਸਫਾ ਬੇਚੈਨ ਹੈ ਪਲਟਾ ਦਿਓ ਉਸ ਨੂੰ। ਵਾਹ ਵਾਹ ਵਾਹ। ਇਹ ਮੁਮਕਿਨ ਹੈ ਕਿ ਅਗਲੇ ਵਰਕਿਆਂ 'ਚੋਂ ਕੁਝ ਸਕੂਨ ਲੱਭ ਜੇ। ਉਮਰ ਦਾ ਜੋ ਸਫਾ ਬੇਚੈਨ ਹੈ ਪਲਟਾ ਦਿਓ ਉਸ ਨੂੰ। ਵਾਹ ਕਿਆ ਅੱਛਾ ਰਮਨ ਭਾਈ, ਬੜੀ ਗੱਲ ਹੈ ਕਿ ਤੁਸੀਂ ਬੜੀ ਇੰਜੀਨੀਅਰਿੰਗ ਹੈ, ਲੇਕਿਨ ਸਮਾਜੀ ਮੌਜੂਦਾਤ ਤੁਹਾਡੀ ਬੜੀ ਗ੍ਰਿਪ ਹੈ। ਸਮਾਜ ਨੂੰ ਬੜੇ ਤੁਸੀਂ ਗੌਰ ਨਾਲ ਵੇਖਿਆ ਹੈ, ਔਰ ਸਮਾਜੀ ਰਿਸ਼ਤਿਆਂ ਦਾ ਜਿਹੜਾ ਤੁਸੀਂ ਐਨਾਲਿਸਿਸ ਔਰ ਤਜਜ਼ੀਆ ਕੀਤਾ ਹੈ, ਇਹ ਬਹੁਤ ਕਮਾਲ ਹੈ। ਔਰ ਮੈਂ ਸੁਣਨ ਵਾਲਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਤੁਹਾਡੇ ਲਈ ਬਹੁਤ ਸਾਰੇ ਇਹ ਮਸ਼ਵਰੇ ਨੇ ਇਹਨਾਂ ਦੇ ਕੋਲ, ਜਿਹੜੇ ਇੱਕ ਮੋਟੀਵੇਸ਼ਨਲ ਸਪੀਕਰ ਦਿੰਦਾ ਹੈ ਕਿ ਤੁਸੀਂ ਅਗਰ ਜ਼ਿੰਦਗੀ ਦਾ ਉਹਨਾਂ ਰਿਸ਼ਤਿਆਂ ਦਾ ਬੋਝ ਚੁੱਕੀ ਫਿਰਦੇ ਹੋ, ਅਸੀਂ ਬਹੁਤ ਸਾਰੇ ਐਸੇ ਰਿਸ਼ਤਿਆਂ ਨਾਲ ਚੁੱਕੀ ਫਿਰਦੇ ਹਾਂ ਜਿਨ੍ਹਾਂ ਦੇ ਵਿੱਚ
ਅਸਰ ਨਹੀਂ ਹੁੰਦਾ, ਤਾਸੀਰ ਨਹੀਂ ਹੁੰਦੀ, ਬਰਕਤ ਨਹੀਂ ਹੁੰਦੀ, ਲੇਕਿਨ ਉਹ ਸਾਰੀ ਜ਼ਿੰਦਗੀ ਅਸੀਂ ਸਾਡੇ ਮੋਢਿਆਂ ਤੇ ਰਹਿੰਦੇ ਨੇ ਤੇ ਅਸੀਂ ਮੈਂ ਨਾ ਕਦੀ ਇੱਕ ਹੌਸਲਾ ਹੀ ਨਹੀਂ ਕਰਦੇ ਜੀ। ਬਿਲਕੁਲ ਸਹੀ, ਮੈਂ ਮੇਰੀ ਇੱਕ ਗਜ਼ਲ ਹੈ, ਉਹਦੇ ਚ ਇੱਕ ਸ਼ੇਰ ਆਉਂਦਾ, ਦੇਖਿਓ ਗਜ਼ਲ ਦਾ ਮਤਲਬ ਏਦਾਂ ਸੀਗਾ, ਬੜੇ ਮਾਯੂਸ ਨੇ ਜੰਗ ਜਿੱਤ ਕੇ ਪਰਤੇ ਨਹੀਂ ਲੱਗਦੇ। ਆਹਾ, ਵਾਹ ਬੜੇ ਵਾਹ ਮਾਯੂਸ ਨੇ, ਬੜੇ ਮਾਯੂਸ ਨੇ ਜੰਗ ਜਿੱਤ ਕੇ ਪਰਤੇ ਨਹੀਂ ਲੱਗਦੇ, ਵਾਹ ਝੁਕਾ ਕੇ ਸੀਸ ਮੁੜਿਆ ਹਿੱਕ ਤੇ ਤਮਗੇ ਨਹੀਂ ਲੱਗਦੇ। ਵਾਹ ਵਾਹ ਵਾਹ। ਬੜੇ ਮਾਯੂਸ ਨੇ। ਆਪਣੇ ਕੋਲ ਟਾਈਮ ਹੈਗਾ ਜੀ? ਕਿੰਨਾ ਕੁ ਟਾਈਮ ਹੋ ਗਿਆ? ਜੀ ਜੀ ਜੀ, ਸਾਡੇ ਕੋਲ ਟਾਈਮ ਹੈ ਜੀ, ਮੈਂ ਤੁਹਾਨੂੰ ਦੱਸ ਦਿਆਂਗਾ 5-7 ਮਿੰਟ ਪਹਿਲਾਂ। ਦੱਸ ਦਿਓ। ਹਾਂ, ਅੱਜ ਸਾਡੇ ਕੋਲ 20 ਮਿੰਟ ਹੈ ਜੀ ਪੂਰੇ ਜੀ। ਬੜੇ ਮਾਯੂਸ ਨੇ ਜੰਗ ਜਿੱਤ ਕੇ ਪਰਤੇ ਨਹੀਂ ਲੱਗਦੇ, ਝੁਕਾ ਕੇ ਸੀਸ ਮੁੜਿਆ ਹਿੱਕ ਤੇ ਤਮਗੇ ਨਹੀਂ ਲੱਗਦੇ। ਕੋਈ ਤਮਗੇ ਵੀ ਕਹਿੰਦੇ, ਕੋਈ ਤਗਮੇ ਵੀ ਕਹਿੰਦੇ ਆ। ਜੀ ਜੀ ਤਮਗਾ ਅਸਲੀ ਸ਼ਬਦ ਤਮਗਾ ਹੁੰਦਾ। ਜੀ ਜੀ ਝੁਕਾ ਕੇ ਸੀਸ ਮੁੜਿਆ ਹਿੱਕ ਤੇ ਤਮਗੇ ਨਹੀਂ ਲੱਗਦੇ। ਇਹਦੇ ਚ ਇੱਕ ਸ਼ੇਰ ਆਉਂਦਾ ਕਿ ਭਰਾ ਭੈਣਾ ਪਿਤਾ ਬੱਚੇ ਤੇ ਐਸਾ ਹੋਰ ਵੀ ਨਿਕਸੁਖ। ਆਹਾ, ਵਾਹ ਕਿਆ ਨਿਕਸੁਖ, ਵਾਹ ਵਾਹ। ਭਰਾ ਭੈਣਾ ਪਿਤਾ ਬੱਚੇ ਤੇ ਐਸਾ ਹੋਰ ਵੀ ਨਿਕਸੁਖ, ਇਹ ਹੁਣ ਵਾਕਿਫ ਤਾਂ ਲੱਗਦੇ ਨੇ ਮਗਰ ਰਿਸ਼ਤੇ ਨਹੀਂ ਲੱਗਦੇ। ਕਿਆ ਵਾਹ ਵਾਹ ਵਾਹ। ਇਹ ਹੁਣ ਵਾਕਿਫ ਤੇ ਲੱਗਦੇ ਨੇ, ਵਾਕਿਫ ਤੇ ਲੱਗਦੇ ਨੇ ਮਗਰ ਰਿਸ਼ਤੇ ਨਹੀਂ ਲੱਗਦੇ। ਕਿਰਾਏਦਾਰ ਹਾਂ ਘਰ ਵੜਦਿਆਂ ਬੇਚੈਨ ਹੋ ਜਾਣਾ। ਆਹਾ, ਕਿਰਾਏਦਾਰ ਹਾਂ ਘਰ ਵੜਦਿਆਂ ਬੇਚੈਨ ਹੋ ਜਾਣਾ, ਬੇਗਾਨੇ ਜੋੜਿਆਂ ਵਿੱਚ ਪੈਰ ਵੀ ਆਪਣੇ ਨਹੀਂ ਲੱਗਦੇ। ਵਾਹ ਵਾਹ ਵਾਹ, ਬਹੁਤ ਖੂਬਸੂਰਤ ਰਮਨ ਭਾਈ, ਵਾਹ। ਹਾਂਜੀ, ਮਤਲਬ ਇਹ ਵੇਖੋ ਰਿਸ਼ਤਿਆਂ ਦੀਆਂ, ਆਪਾਂ ਜਿਹੜੇ ਕਹਿੰਦੇ ਪਏ, ਅਸੀਂ ਬਹੁਤ ਸਾਰੇ ਰਿਸ਼ਤੇ ਹੁੰਦੇ ਆ ਜਿਹੜੇ ਅਸੀਂ ਨਾ ਚਾਹੁੰਦੇ ਆ ਵੀ ਸਾਨੂੰ ਨਿਭਾਉਣੇ ਪੈਂਦੇ ਆ ਜੀ। ਇਹ ਸੰਭਵ ਨਹੀਂ ਹੁੰਦਾ ਕਿ ਸਾਨੂੰ ਕੋਈ ਰਿਸ਼ਤਾ ਨਹੀਂ ਪਸੰਦ ਤੇ ਅਸੀਂ ਛੱਡ ਦਿੰਦੇ ਆ, ਤਾਂ ਹੁੰਦਾ ਨਹੀਂ ਆ, ਪੋਸੀਬਲ ਨਹੀਂ ਆ। ਬਹੁਤ ਸੋਹਣੀ ਤੁਸੀਂ ਆਪਣਾ ਕਲਾਮ ਸੁਣਾਇਆ ਜੀ, ਔਰ ਬੜੀ ਤੁਸੀਂ ਤੁਹਾਡੀ ਨਜ਼ਰ ਹੈ ਸਾਰੇ ਸਮਾਜ ਤੇ, ਔਰ ਮੈਂ ਸਮਝਦਾ ਕਿ ਹਰ ਸ਼ਾਇਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਡੀ ਸ਼ਾਇਰੀ 'ਚੋਂ ਲੋਕਾਂ ਨੂੰ ਜੀਣ ਦੇ ਰਾਹ ਲੱਭਣ, ਉਹਨਾਂ ਨੂੰ ਉਹ ਚਾਨਣ ਲੱਭੇ ਜਿਹੜਾ ਉਹ ਆਲੇ ਦੁਆਲੇ ਮਾਣਦੇ ਪਏ ਨੇ। ਤੇ ਬਹੁਤ ਹੀ ਸੋਹਣਾ ਕਲਾਮ ਤੁਹਾਡਾ, ਔਰ ਜਿਹੜਾ ਤੁਸੀਂ ਬਹਾਦਰੀ ਨਾਲ ਸਾਹਮਣੇ ਖਲੋ ਜਾਂਦੇ ਹੋ ਜ਼ਾਲਮ ਦੇ, ਇਹ ਕਦੀ ਜ਼ਿੰਦਗੀ 'ਚ ਕੋਈ ਥ੍ਰੈਟ ਵੀ ਮਿਲੀ ਜੀ ਕੋਈ ਇਹ ਤਗੜੀ ਸ਼ਾਇਰੀ ਕਰਨ ਤੇ ਜਾਂ ਸਿਆਸਤਦਾਨਾਂ ਨੂੰ ਬੇਨਕਾਬ ਕਰਨ ਤੇ? ਨਹੀਂ, ਅਜੇ ਦੇਖੋ ਇਦਾਂ ਦਾ ਅਸੀਂ ਕੋਈ ਬਗਾਵਤ ਵਾਲਾ ਤੇ ਕੁਛ ਆਪਾਂ ਲਿਖਦੇ ਨਹੀਂ ਆ, ਹਨਾ। ਨਾ ਹੀ ਕੁਛ ਇਦਾਂ ਦਾ ਆਪਣੇ ਨਾਲ ਹੋਇਆ ਕਿ ਸਾਨੂੰ ਬਗਾਵਤ ਕਰਨੀ ਪਵੇ, ਕਿ ਕਿਸੇ ਮੋਰਚੇ ਤੇ ਇਦਾਂ ਦਾ ਲਿਖਣਾ ਪਵੇ ਜਿੱਦਾਂ ਦਾ ਕਿ ਸਾਨੂੰ ਅਸੀਂ ਸਰਕਾਰਾਂ ਨਾਲ, ਅਸੀਂ ਤੇ ਆਪਣੇ ਸ਼ਬਦਾਂ 'ਚ ਗੱਲ ਕਹਿਣੀ ਆ। ਤੇ ਜਿਵੇਂ ਤੁਸੀਂ ਸਿਆਸਤਦਾਨਾਂ ਬਾਰੇ ਕੀਤਾ ਨਾ ਜੀ ਕਿ ਤੁਹਾਨੂੰ ਧਰਮਾਂ 'ਚ ਉਲਝਾਉਂਦੇ ਨੇ, ਤੇ ਸਿਆਸਤਦਾਨ ਚਲੋ ਕੋਈ ਨਹੀਂ, ਦਿਲੋਂ ਤੁਹਾਨੂੰ ਮਾੜਾ ਤਾਂ ਸਮਝ ਸਕਦੇ ਨੇ ਨਾ ਕਿਤੇ ਕਲਾਮ ਸੁਣਾਉਣ। ਹਾਂਜੀ, ਹੁੰਦਾ ਹੀ ਆ ਆਪਣੇ, ਕਿਉਂਕਿ ਆਪਣੇ ਸਰਕਲ ਦੇ ਵਿੱਚ ਵੀ ਕਈ ਲੋਕੀ ਹੈਗੇ ਜਿਹੜੇ ਪੋਲੀਟੀਸ਼ੀਅਨ 'ਚ ਆ, ਰਿਸ਼ਤੇਦਾਰੀ 'ਚ ਵੀ ਹੁੰਦੇ ਆ ਜਿਹੜੇ ਪੋਲੀਟੀਸ਼ੀਅਨ 'ਚ ਹੁੰਦੇ ਆ, ਤੇ ਉਹਨਾਂ ਨੂੰ ਵੀ ਪਤਾ ਹੀ ਹੁੰਦਾ ਹੈ ਸਾਰਾ ਕੁਝ। ਹਾਂ ਬਿਲਕੁਲ ਠੀਕ। ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਕੀ ਹੁੰਦਾ ਪਿਆ। ਜੋ ਹੁਣ ਜਿਵੇਂ ਕਰੋਨਾ ਦੇ ਨਾਮ ਤੇ ਜੋ ਹੁੰਦਾ ਪਿਆ, ਉਹ ਵੀ ਸਾਰਿਆਂ ਨੂੰ ਪਤਾ ਹੀ ਹੈ ਕੀ ਹੁੰਦਾ ਪਿਆ। ਸੋ ਆਪਣਾ ਕੰਮ ਆ, ਜਿਹੜੇ ਮੀਡੀਆ ਵਾਲੇ ਉਹਨਾਂ ਦਾ ਕੰਮ ਆ ਕਿ ਉਹਨਾਂ ਨੂੰ ਖਬਰਾਂ ਬਾਹਰ ਲਿਆਉਣੀਆਂ। ਅਸੀਂ ਕਿਸੇ ਤਰ੍ਹਾਂ ਵਿਅੰਗ ਕਰਕੇ ਜਾਂ ਕਟਾਕਸ਼ ਕਰਕੇ, ਜਿੱਦਾਂ ਤੁਸੀਂ ਕਹਿੰਦੇ ਆ, ਉਹਨਾਂ ਨੂੰ ਉਜਾਗਰ ਕਰਨਾ ਹੈ ਕਿ ਆਹ ਮਸਲਾ ਹੈ ਸਾਡਾ। ਅਸੀਂ ਉਹਨਾਂ ਨੂੰ ਸਿੱਧਾ ਤਾਂ ਨਹੀਂ ਕਹਿ ਸਕਦੇ। ਅਸੀਂ ਹੁਣ ਗੱਲਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਉਹਨਾਂ ਨੂੰ, ਜੇ ਉਹਨਾਂ ਨੂੰ ਕਿਸੇ ਨੂੰ ਵੀ, ਚਾਹੇ ਉਹ ਪੋਲੀਟੀਸ਼ੀਅਨ ਆ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ, ਤੇ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੂੰ ਇੱਕ ਕਲਿੱਕ ਤੇ ਹੋਣਾ ਚਾਹੀਦਾ ਕਿ ਹਾਂ ਕੁਛ ਸਾਨੂੰ ਇਹ ਚੀਜ਼ ਸਾਡੇ ਵਾਸਤੇ ਲਿਖੀ ਗਈ ਹੈ ਜੀ। ਅੱਛਾ, ਕਦੀ ਤੁਹਾਨੂੰ ਇੰਜ ਵੀ ਰਮਨ ਮਹਿਸੂਸ ਹੋਇਆ ਕਿ ਤੁਸੀਂ ਪੰਜਾਬੀ 'ਚ ਲਿਖਿਆ ਹੈ, ਮਾਂ ਬੋਲੀ 'ਚ, ਤੇ ਤੁਹਾਨੂੰ ਵੀ ਕਦੀ ਲੱਗਾ ਹੋਵੇ ਕਿ ਮੇਰਾ ਹੁਣ ਬਲਾਗ ਨਹੀਂ ਹੋ ਰਿਹਾ, ਉਹਨੇ ਲੋਕਾਂ ਤੱਕ ਗੱਲ ਨਹੀਂ ਪਹੁੰਚ ਰਹੀ, ਕਿ ਅਗਰ ਮੈਂ ਫਲਾਣੀ ਜ਼ਬਾਨ 'ਚ ਲਿਖਦਾ ਜਾਂ ਕਿਸੇ ਹੋਰ ਬੋਲੀ 'ਚ ਲਿਖਦਾ ਤੇ ਜ਼ਿਆਦਾ ਮੇਰੀ ਗੱਲ ਪਹੁੰਚਦੀ ਨਵੇਂ ਲੋਕਾਂ ਤੱਕ, ਜਾਂ ਇੰਜ ਕਦੀ ਮਹਿਸੂਸ ਹੋਇਆ ਤੁਹਾਨੂੰ? ਮੇਰੇ ਖਿਆਲ ਨਾਲ ਮੈਨੂੰ ਏਦਾਂ ਕਦੀ ਮਹਿਸੂਸ ਹੋਇਆ ਨਹੀਂ ਆ। ਅੱਛਾ, ਵਾਹ। ਜਦੋਂ ਤੁਸੀਂ ਮੈਨੂੰ ਏਦਾਂ, ਮੈਂ ਜਿਵੇਂ ਫੇਮਸ ਹੋ ਜਾ, ਲੋਕੀ ਮੈਨੂੰ ਸਮਝਣ ਕਿ ਇਹ ਸ਼ਾਇਰ ਆ ਜਾਂ ਪੋਇਟ ਆ, ਮੈਨੂੰ ਏਦਾਂ ਦੀ ਭੁੱਖ ਰਹੀ ਨਹੀਂ ਕਿ ਮੇਰੀ ਕਵਿਤਾ ਕਿਸੇ ਹੋਰ ਜ਼ਬਾਨ 'ਚ ਮੈਂ ਲਿਖਦਾ ਤੇ ਕੋਈ ਏਦਾਂ ਨਹੀਂ ਹੁੰਦਾ। ਤੁਸੀਂ ਆਪਣੀ ਮਾਂ ਬੋਲੀ ਵਾਸਤੇ ਕੁਝ ਲਿਖ ਰਹੇ ਆ, ਇੰਨਾ ਹੀ ਕਾਫੀ ਆ। ਮੈਂ ਕੀ ਕਰਦਾ ਆ ਕਿ ਰੱਬ ਨੇ, ਖੁਦਾ ਨੇ ਛੋਟੀ ਜਿਹੀ ਕਾਰ ਵੀ ਦਿੱਤੀ ਆ। ਮੈਂ ਕਾਰ ਵਿੱਚ ਸਾਰੇ ਰੰਗ ਰੱਖੇ ਆ, ਚਿੱਟਾ, ਕਾਲਾ, ਨੀਲਾ, ਹਰਾ, ਜਿੰਨੇ ਵੀ ਹੁੰਦੇ ਆ।
ਮੈਂ ਜਦੋਂ ਕਿਤੇ ਲੰਘਦਾ ਆ, ਮੈਨੂੰ ਕੋਈ ਬੋਰਡ ਕਿਸੇ ਪਿੰਡ ਦਾ ਨਾਮ ਜਾਂ ਕਿਸੇ ਦੁਕਾਨ ਦੇ ਅੱਗੇ ਕੁਝ ਲਿਖਿਆ ਪੰਜਾਬੀ ਚ, ਉਹ ਗਲਤ ਲਿਖਿਆ, ਜਿੱਦਾਂ ਉਹਦੇ ਸ਼ਬਦ ਜੋੜ ਗਲਤ ਆ, ਤੇ ਮੈਂ ਉਹਨਾਂ ਨੂੰ ਪੁੱਛ ਕੇ ਉਹਨੂੰ ਠੀਕ ਕਰ ਦਿੰਦਾ। ਅੱਛਾ, ਵਾਹ ਕਮਾਲ ਹੈ, ਵਾਹ ਵਾਹ। ਇਹ ਪਿਛਲੇ ਕਾਫੀ ਸਾਲਾਂ ਤੋਂ ਮੈਂ ਕਰਦਾ ਆ ਰਿਹਾ, ਪਰ ਮੈਨੂੰ ਇਹ ਨਹੀਂ ਹੈ ਕਿ ਮੈਂ ਕਿਸੇ ਟੀਵੀ ਚੈਨਲ ਵਾਲੇ ਨੂੰ ਸੱਦ ਕੇ ਕਹਾਂ ਕਿ ਮੈਂ ਆਹ ਕੰਮ ਕਰਦਾ ਪਿਆ, ਜਾਂ ਮੈਂ ਕਰਦਿਆਂ ਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਪਾਦਾ। ਮੈਨੂੰ ਇਦਾਂ ਦਾ ਕੋਈ ਸ਼ੌਕ ਹੈ ਨਹੀਂ। ਉਹ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਕਿਸੇ ਜ਼ਖਮੀ ਪਰਿੰਦੇ ਨੂੰ ਮੱਲਮ ਪੱਟੀ ਕਰਕੇ ਛੱਡਿਆ ਹੋਵੇ, ਕਿ ਮੈਨੂੰ ਇਦਾਂ, ਕਿਉਂਕਿ ਬਹੁਤ ਸਾਰੇ ਸ਼ਬਦ ਜੋੜ ਗਲਤ ਹੁੰਦੇ ਆ ਸਾਡੇ ਭਾਰਤ ਵਿੱਚ ਹੀ ਨਾ। ਜਿੱਦਾਂ ਤੁਸੀਂ ਸਾਊਥ ਇੰਡੀਆ ਵਾਲੇ ਪਾਸੇ ਚਲ ਜਾਓ, ਕੇਰਲਾ ਆ, ਕਰਨਾਟਕਾ, ਉਹ ਆਪਣੀ ਆਪਣੀ ਮਾਂ ਬੋਲੀ ਵਿੱਚ ਦੁਕਾਨਾਂ ਦੇ ਅੱਗੇ ਬੋਰਡ ਲਿਖਦੇ ਆ, ਘਰਾਂ ਦੇ ਨਾਂ, ਆਪਣੇ ਨਾਂ, ਉਹ ਬੋਲਣ 'ਚ ਵੀ ਤਰਜੀਹ ਦਿੰਦੇ ਆ ਉਹਨਾਂ ਨੂੰ। ਪਰ ਆਪਣੇ ਜਿਹੜੇ ਲੋਕ ਆ, ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਭਾਸ਼ਾ ਹੈ ਉਹ ਮਤਲਬ ਉਹ ਜ਼ਿਆਦਾ ਨੀਵੀਂ ਭਾਸ਼ਾ ਹੈ, ਕਿ ਉਹ ਜਾਂ ਇੱਥੇ ਘਰਾਂ ਦੇ ਵਿੱਚ ਵੀ ਦੇਖਿਆ ਹਿੰਦੀ ਬੋਲਣ ਲੱਗ ਪੈਣਗੇ ਜਾਂ ਅੰਗਰੇਜ਼ੀ ਬੋਲਣ ਲੱਗ ਪੈਣਗੇ ਨਾ। ਜੀ ਜੀ। ਮੈਨੂੰ ਇਹੀ ਹੈ ਕਿ ਜਿੰਨਾ ਕੁ ਤੁਸੀਂ ਕਰ ਸਕਦੇ ਆ ਭਾਸ਼ਾ ਵਾਸਤੇ, ਉਹਨਾਂ ਕਰਨਾ ਚਾਹੀਦਾ ਹੈ ਤੁਹਾਨੂੰ। ਨਹੀਂ, ਬੜੀ ਸਰ ਇਹ ਬੜੀ ਅੱਛੀ ਸੋਚ ਰਹਾ ਬਾਈ, ਤੁਸੀਂ ਅਮਲੀ ਤੌਰ ਤੇ ਕੁਝ ਕਰਦੇ ਹੋ, ਕਿਉਂਕਿ ਗੱਲਾਂ ਤੇ ਕਹਿੰਦੇ ਨੇ ਗੱਲਾਂ ਕਰਨ ਸੁਖਾਲੀਆਂ, ਤੇ ਗੱਲਾਂ ਤੇ ਸਾਰੇ ਹੀ ਕਰਦੇ ਨੇ, ਲੇਕਿਨ ਤੁਸੀਂ ਜਿੱਥੇ ਵੀ ਕੋਈ ਸ਼ਬਦ ਬਦਲੇ ਹੈ, ਉਹਨਾਂ ਲੋਕਾਂ ਦੀ ਨਜ਼ਰ 'ਚ ਵੀ ਤੁਹਾਡਾ ਇਹ ਹੋਇਆ ਕਿ ਯਾਰ ਕੁਝ ਲੋਕ ਕੁਝ ਕਰਦੇ ਵੀ ਨੇ। ਇਹ ਕਿੰਨੀ ਸੋਹਣੀ ਗੱਲ ਹੈ। ਅੱਛਾ, ਇੱਥੋਂ ਤੇ ਹੋਰ ਗੱਲ ਵੀ, ਖੁਸ਼ਬੂ ਦੀ ਤੁਹਾਡੀ ਲਿਖਾਈ ਵੀ ਸੋਹਣੀ ਹੈ, ਤੁਸੀਂ ਰੰਗ ਤੇ ਰੱਖਦੇ ਹੋ, ਉਹਦੇ ਨਾਲ ਬੋਰਡ ਲਿਖਦੇ ਹੋ, ਕਿਉਂਕਿ ਸ਼ਬਦ ਜੋੜਾਂ 'ਚ ਮੈਂ ਦੇਖਿਆ ਬਹੁਤ ਵੱਡੀਆਂ ਵੱਡੀਆਂ ਕੋਈ ਗਲਤੀਆਂ ਹੁੰਦੀਆਂ ਨਹੀਂ, ਜਿਹੜੀਆਂ ਅਸੀਂ ਠੀਕ ਨਹੀਂ ਕਰ ਸਕਦੇ ਉਹਨਾਂ ਨੂੰ। ਉਹ ਜਿੱਦਾਂ ਗੁਰਮੁਖੀ 'ਚ ਪੈਰ ਵਿੱਚ ਬਿੰਦੀ ਪੈਂਦੀ ਆ ਜਾਂ ਉੱਪਰ ਬਿੰਦੀ ਪੈਂਦੀ ਆ, ਇੰਨੀਆਂ ਟਿੱਕੀਆਂ ਮੋਟੀਆਂ ਗਲਤੀਆਂ ਹੁੰਦੀਆਂ, ਪਰ ਉਹਦੇ ਅਰਥ ਬਿਲਕੁਲ ਚੇਂਜ ਹੋ ਜਾਂਦੇ ਆ। ਬਿਲਕੁਲ ਠੀਕ। ਤੁਸੀਂ ਉਹ ਜੇ ਨਹੀਂ ਪਾਉਂਦੇ ਨਾ, ਉਹਦੇ ਅਰਥ ਹੀ ਟੋਟਲ ਚੇਂਜ ਹੋ ਜਾਂਦੇ ਆ। ਸੋ ਮੈਂ ਉਹਨਾਂ ਨੂੰ ਪੁੱਛ ਕੇ, ਜੇ ਕੋਈ ਦੁਕਾਨ ਆ ਉਹਨੂੰ ਪੁੱਛ ਕੇ ਕਿ ਭਾਈ ਸਾਹਿਬ ਆ ਤੁਹਾਡਾ ਗਲਤ ਆ, ਇਹਨੂੰ ਮੈਂ ਠੀਕ ਕਰ ਦਿੰਦਾ, ਉਹਨਾਂ ਨੂੰ ਕੋਈ ਇਤਰਾਜ਼ ਹੁੰਦਾ ਨਹੀਂ ਆ। ਦੇ ਜੀ, ਉਹ ਬਾਅਦ ਚੋਂ ਇੱਕ ਮਿਸਾਲ ਵੀ ਦਿੰਦੇ ਹੋਣਗੇ। ਔਰ ਤੁਸੀਂ, ਮੈਂ ਸਮਝਦਾ ਤੁਸੀਂ ਸਿਰਫ ਬੋਰਡ ਠੀਕ ਨਹੀਂ ਕਰ ਰਹੇ, ਲੋਕਾਂ ਦੇ ਦਿਲ 'ਚ ਜਿਹੜਾ ਲੋਕਾਂ ਦਾ ਤਾਸਰ ਬਣ ਰਿਹਾ ਹੈ ਕੁਝ ਲੋਕਾਂ ਦੀਆਂ ਹਰਕਤਾਂ ਤੋਂ, ਤੁਸੀਂ ਉਹ ਗਲਤ ਤਾਸਰ ਵੀ ਨਾਲ ਨਾਲ ਠੀਕ ਕਰੀ ਜਾ ਰਹੇ ਹੋ। ਕਿ ਕੁਝ ਲੋਕ ਬੇਲੌਸ ਵੀ ਇਹ ਫਿਰ ਰਹੇ ਨੇ ਇੱਥੇ, ਜਿਨ੍ਹਾਂ ਨੂੰ ਇਹ ਚੀਜ਼ਾਂ, ਇਹ ਜਿਹੜਾ ਚੰਗਾ ਕਰਨਾ ਚਾਹੁੰਦੇ ਨੇ ਲੋਕਾਂ ਨਾਲ। ਇਹ ਤੇ ਬਹੁਤ ਅੱਛੀ ਗੱਲ ਹੈ, ਔਰ ਇਹ ਤੁਹਾਡੀ ਸੋਹਣੀ ਗੱਲ ਹੈ ਕਿ ਅਸੀਂ ਆਪਣੇ ਤਸੱਲੀ ਲਈ ਆਪਣੇ ਇਜ਼ਹਾਰ ਕਰਨੇ ਆ ਕਿ ਸਾਨੂੰ ਖੁਸ਼ੀ ਕਦ 'ਚ ਮਿਲੇ, ਤੇ ਉਹ ਯਕੀਨਨ ਮਾਂ ਬੋਲੀ 'ਚ ਜ਼ਿਆਦਾ ਮਿਲਦੀ ਹੈ। ਤੇ ਹੋਰ ਸਰ ਕੋਈ ਸਾਂਝੀ ਕਰੋ ਕੋਈ ਗਜ਼ਲ ਜੀ, ਤਾਂ ਕਿ ਸੁਣਨ ਵਾਲੇ ਜਿਹੜੇ ਨੇ। ਹਾਂ, ਨਵੀਂ ਗਜ਼ਲ ਦੇ ਕੋਈ ਸ਼ੇਰ ਦੇਖਿਓ ਕਿ ਚਲੋ ਅੱਜ ਇਹ ਪਤਾ ਲੱਗ ਜੂ ਕਿ ਕਿਸ ਤੇ ਕੌਣ ਭਾਰੀ ਹੈ। ਆਹਾ, ਵਾਹ ਵਾਹ। ਚਲੋ ਅੱਜ ਇਹ ਪਤਾ ਲੱਗ ਜਾਓ, ਚਲੋ ਅੱਜ ਇਹ ਪਤਾ ਲੱਗ ਜੂ ਕਿ ਕਿਸ ਤੇ ਕੌਣ ਭਾਰੀ ਹੈ। ਵਾਹ। ਉਹਦਾ ਵਰਨਾ ਵੀ ਨਹੀਂ ਥੰਮਿਆ, ਮੇਰਾ ਖੁਰਨਾ ਵੀ ਜਾਰੀ ਹੈ। ਆਹਾ, ਵਾਹ। ਚਲੋ ਅੱਜ ਇਹ ਪਤਾ ਲੱਗ ਜੂ ਕਿ ਕਿਸ ਤੇ ਕੌਣ ਭਾਰੀ ਹੈ। ਉਹਦਾ ਵਰਨਾ ਵੀ ਨਹੀਂ ਥੰਮਿਆ, ਮੇਰਾ ਖੁਰਨਾ ਵੀ ਜਾਰੀ ਹੈ। ਪਰਿੰਦੇ ਧਰਮ ਆਪਣੇ ਦੀ ਸ਼ਨਾਖਤ ਕਰਕੇ ਚੁਗਦੇ ਨੇ, ਤੁਸੀਂ ਮਸਜਿਦ ਦੀ ਛੱਤ ਤੇ ਚੋਗ ਅੱਜ ਕੈਸੀ ਖਿਲਾਰੀ ਹੈ। ਵਾਹ। ਪਰਿੰਦੇ ਧਰਮ ਆਪਣੇ ਦੀ ਸ਼ਨਾਖਤ ਕਰਕੇ ਚੁਗਦੇ ਨੇ, ਤੁਸੀਂ ਮਸਜਿਦ ਦੀ ਛੱਤ ਤੇ ਚੋਗ ਅੱਜ ਕੈਸੀ ਖਿਲਾਰੀ ਹੈ। ਇਹ 'ਚ ਇੱਕ ਸ਼ੇਰ ਸੁਣਿਓ ਕਿ ਜੇ ਸੱਚ ਕੌੜਾ ਜਿਹਾ ਜਾਪੇ ਤਾਂ ਮੈਨੂੰ ਮਾਫ ਕਰਦੀ ਸੁਣ। ਜੇ ਸੱਚ ਕੌੜਾ ਜਿਹਾ ਜਾਪੇ ਤਾਂ ਮੈਨੂੰ ਮਾਫ ਕਰਦੀ ਸੁਣ। ਲਿਆਕਤ ਜੋ ਤੂੰ ਪਹਿਨੀ ਹੈ, ਇਹ ਵੀ ਮੇਰੀ ਉਤਾਰੀ ਹੈ। ਵਾਹ ਵਾਹ ਵਾਹ। ਲਿਆਕਤ ਜੋ ਤੂੰ ਪਹਿਨੀ ਹੈ। ਜੇ ਸੱਚ ਕੌੜਾ ਜਿਹਾ ਜਾਪੇ ਤਾਂ ਮੈਨੂੰ ਮਾਫ ਕਰਦੀ ਸੁਣ। ਲਿਆਕਤ ਜੋ ਤੂੰ ਪਹਿਨੀ ਹੈ, ਇਹ ਵੀ ਮੇਰੀ ਉਤਾਰੀ ਹੈ। ਇਹਦੇ 'ਚ ਇੱਕ ਮੈਂ ਸ਼ੇਰ ਸੁਣਿਆ ਸੀ, ਜਿਹੜੀਆਂ ਧੜਾ ਧੜ ਕਵਿਤਾਵਾਂ ਲੋਕੀ ਲਿਖੀ ਜਾਂਦੇ ਆ, ਗਲਤ ਸ਼ਬਦ ਜੋੜ ਗਲਤ ਹੁੰਦੇ ਆ ਲਿਖੀ ਜਾਂਦੇ, ਉਹਨਾਂ ਵਾਸਤੇ ਇੱਕ ਸ਼ੇਰ ਆ ਭੈਣਾਂ ਭਰਾਵਾਂ ਵਾਸਤੇ ਕਿ ਜਦੋਂ ਵੀ ਸਮਝ ਨਾ ਆਵੇ ਬਿਨਾ ਸਿਰ ਪੈਰ ਦੀ ਕਵਿਤਾ, ਉਦੋਂ ਸਮਝੋ ਕਿ ਸ਼ਾਇਰ ਦੇ ਖਿਆਲਾਂ ਦੀ ਉਡਾਰੀ ਹੈ। ਵਾਹ ਵਾਹ ਵਾਹ। ਉਦੋਂ ਸਮਝੋ ਕਿ ਸ਼ਾਇਰ ਦੇ ਖਿਆਲਾਂ ਦੀ ਉਡਾਰੀ। ਵਾਹ ਵਾਹ, ਸ਼ੁਕਰੀਆ। ਬਹੁਤ ਖੂਬ ਜਨਾਬ, ਬਹੁਤ ਵਧੀਆ ਜੀ। ਤੇ ਅੱਛਾ, ਤੁਸੀਂ ਜਦੋਂ ਆਪਣਾ ਘਰ ਹੁੰਦੇ ਹੋ ਤੇ ਘਰਦਿਆਂ ਨੂੰ ਲੱਗਦਾ ਹੈ ਕਿ ਇਸ ਘਰ 'ਚ ਕੋਈ ਸ਼ਾਇਰ ਫਿਰ ਰਿਹਾ ਹੈ, ਤੇ ਘਰ 'ਚ ਤੁਹਾਡਾ ਸੁਭਾਅ ਇੱਕ ਨਾਰਮਲ ਬੰਦੇ ਵਾਲਾ, ਜਿਹਦਾ ਮੂਡ ਹਰ ਵੇਲੇ ਠੀਕ ਰਹਿੰਦਾ ਹੈ? ਮਲਿਕ ਸਾਹਿਬ, ਜਦੋਂ ਮੇਰਾ ਸ਼ੇਰ ਹੈ ਕਿ ਕੋਈ ਰਿਸ਼ਤਾ ਬਣਾਵਾਂ ਤਾਂ ਘੁਟਨ ਮਹਿਸੂਸ ਕਰਦਾ ਹਾਂ। ਕਿਉਂਕਿ ਮੈਂ ਇਕੱਲਾ ਰਹਿੰਦਾ ਜੀ, ਮੇਰਾ ਕੋਈ ਰਿਸ਼ਤਾ ਹੈ ਨਹੀਂ ਆ। ਅੱਛਾ, ਤੁਸੀਂ ਇਕੱਲੇ ਰਹਿੰਦੇ ਹੋ? ਮੇਰੇ ਪੇਰੈਂਟਸ ਐਕਸਪਾਇਰਡ ਹੋ ਗਏ ਸੀਗੇ। ਫਾਦਰ ਤੇ ਮੇਰੇ ਐਕਸਪਾਇਰਡ ਹੋ ਗਏ ਸੀ ਜਦੋਂ ਮੈਂ 8 ਮਹੀਨਿਆਂ ਦਾ ਸੀਗਾ।
ਅੱਛਾ ਜੀ। ਤੇ 2004 ਵਿੱਚ ਮਦਰ ਵੀ ਐਕਸਪਾਇਰ ਹੋ ਗਏ ਸੀਗੇ, ਤੇ ਮੇਰਾ ਮੈਰਿਜ ਹੋਈ ਸੀ, ਫਿਰ ਮੇਰਾ ਡਿਵੋਰਸ ਹੋ ਗਿਆ ਸੀਗਾ। ਅੱਛਾ ਜੀ। ਤੇ ਭੈਣ ਭਰਾ ਸਾਰੇ ਵੱਡੇ ਆ, ਉਹ ਆਪਣੇ ਆਪਣੇ ਘਰਾਂ 'ਚ ਸੈਟਲਡ ਆ ਜੀ, ਮੈਂ ਇਕੱਲਾ ਹੀ ਰਹਿਣਾ ਜੀ। ਅੱਛਾ ਵਾਹ, ਤੁਹਾਡੇ ਤੇ ਬੜਾ ਮੌਜੂ ਰਹਿੰਦਾ ਹੈ ਸ਼ਾਇਰੀ ਦਾ ਮੌਸਮ, ਹਰ ਵੇਲੇ ਹੀ ਮੌਸਮ ਹੈ ਸ਼ਾਇਰੀ ਦਾ, ਇਕੱਲੇ ਰਹਿ ਕੇ। ਹਾਂਜੀ ਬਿਲਕੁਲ, ਹਾਂਜੀ ਬਿਲਕੁਲ, ਹਾਂਜੀ ਅੱਛਾ ਚਲੋ, ਇਹ ਤੁਹਾਡਾ ਤਾਂ ਬੜਾ ਸੁੱਖ ਹੋਏਗਾ ਯਾਰਾਂ ਬੇਲੀਆਂ ਨੂੰ ਵੀ, ਕਿ ਬੰਦਾ ਹਾਂਜੀ ਇਕੱਲਾ ਰਹਿੰਦਾ ਹੋਵੇ ਤੇ ਯਾਰ ਬੇਲੀ ਆਏ ਰਹਿੰਦੇ ਨੇ। ਹਾਂਜੀ, ਕਾਫੀ ਲੋਕ, ਕਾਫੀ ਯਾਰ ਦੋਸਤ ਆਏ ਰਹਿੰਦੇ ਆ, ਹਾਂਜੀ ਮਿਲਦੇ ਆ। ਕਿ ਮੈਂ ਬਹੁਤ ਵਧੀਆ ਮੇਜ਼ਬਾਨ ਆ ਜੀ। ਕਿਆ ਬਾਤ ਹੈ ਜੀ, ਕਿਆ। ਅੱਛਾ ਵਾਹ ਜੀ। ਨਹੀਂ ਸਰ, ਇਹ ਬੜੀ ਅੱਛੀ ਗੱਲ ਹੈ ਕਿ ਜਿਹੜਾ ਦਾਵਾ ਕਰਨਾ ਹੈ ਨਾ ਜੀ, ਉਹ ਹਾਂਜੀ ਇਹ ਵੀ ਕਿਸੇ ਗੱਲ ਨਾਲ ਹੀ ਹੁੰਦਾ ਹੈ, ਕਿਸੇ ਕਿਸੇ ਗਰਾਊਂਡ ਤੇ, ਕਿਸੇ ਜ਼ਮੀਨ ਤੇ ਹੁੰਦਾ ਹੈ। ਬਿਲਕੁਲ ਜਦੋਂ ਸਹੀ ਇੰਨੇ ਗੱਲ ਹੈ ਬੰਦੇ ਜੀ। ਸੁਣਦੇ ਨੇ ਤੇ ਵਿੱਚੋਂ ਹਾਂਜੀ ਕੋਈ ਕਮੈਂਟ ਹੀ ਕਰ ਸਕਦਾ ਕਿ ਭਾਈ ਅਸੀਂ ਗਏ, ਸਾਨੂੰ ਪਾਣੀ ਨਹੀਂ, ਵੀ ਨਹੀਂ ਮੈਂ ਪਿਆ। ਮੈਂ ਮੈਂ ਤਾਂ ਕਹਿੰਦਾ ਕੋਈ ਕਰੇ ਤੇ ਫਿਰ ਮੈਨੂੰ ਚੰਗਾ ਲੱਗੂਗਾ ਜੇ ਉਹਨਾਂ ਨੂੰ ਕਿਸੇ ਨੂੰ ਕੋਈ ਸ਼ਿਕਾਇਤ ਮੇਰੇ ਤੋਂ ਹੈਗੀ ਆ, ਮੇਰੇ ਕੋਲ ਵਾਹ ਆਏ ਆ ਮਹਿਮਾਨ ਬਣ ਕੇ, ਤੇ ਉਹਨਾਂ ਨੂੰ ਕੋਈ ਸ਼ਿਕਾਇਤ ਆ, ਤੇ ਮੈਨੂੰ ਉਹ ਚੰਗਾ ਲੱਗੂਗਾ ਜੋ ਕਰਨਗੇ, ਤੇ ਮੈਂ ਅੱਗੇ ਤੋਂ ਧਿਆਨ ਰੱਖੂਗਾ। ਵਾਹ। ਤੇ ਕਿਹੜੇ ਸ਼ਹਿਰ ਰਹਿੰਦੇ ਹੋ ਤੁਸੀਂ ਅਮਨ ਭਾਈ, ਇਹ ਕਿਹੜੇ ਸ਼ਹਿਰ 'ਚ ਰਹਿੰਦੇ ਹੋ? ਮੈਂ ਚੰਡੀਗੜ੍ਹ ਆ ਜੀ, ਮੋਹਾਲੀ। ਚੰਡੀਗੜ੍ਹ ਹੀ ਸਮਝ ਸਕਦੇ ਤੁਸੀਂ। ਅੱਛਾ ਅੱਛਾ, ਯੂਨੀਵਰਸਿਟੀ ਦੇ ਕੋਲ ਹੀ ਕਿਤੇ ਰਹਿੰਦੇ ਹੋ? ਯੂਨੀਵਰਸਿਟੀ ਆਪਣੇ ਤੋਂ ਇੱਥੋਂ ਸਮਝੋ ਕਿ 10 ਮਿੰਟ ਦਾ ਰਸਤਾ ਹੈ ਜੀ। ਅੱਛਾ ਅੱਛਾ। ਅੱਛਾ, ਤੁਹਾਨੂੰ ਸਰ ਇਹ ਜਿਹੜੇ ਪੰਜਾਬੀ ਸ਼ਾਇਰ ਤੁਸੀਂ ਪੜ੍ਹੇ ਨੇ, ਜਾਂ ਤੁਸੀਂ ਪੰਜਾਬ ਜਿਵੇਂ ਕਹਿੰਦੇ ਹੋ ਕਿ ਇੱਕੋ ਹੀ ਹੈ, ਤੇ ਇਸ ਪੰਜਾਬ 'ਚ ਤੁਹਾਨੂੰ ਕਿਹੜਾ ਸ਼ਾਇਰ ਪਸੰਦ ਹੈ ਆਪਣੇ ਕਲਾਸੀਕਲ ਸ਼ਾਇਰਾਂ 'ਚੋਂ, ਬਾਬਿਆਂ 'ਚੋਂ ਕਿਹਦਾ ਕਲਾਮ ਤੁਹਾਨੂੰ ਬਤੌਰੇ ਖਾਸ? ਤੇ ਸਾਡੇ ਇੱਧਰ ਨਾ ਤੁਸੀਂ ਕੋਈ ਵੀ ਬੰਦਾ ਉਹਨਾਂ ਦਾ ਨਾਮ ਜਿਹੜਾ ਉਹਨੂੰ ਛੱਡ ਨਹੀਂ ਸਕਦਾ। ਡਾਕਟਰ ਜਗਤਾਰ ਸੀਗੇ, ਜੀ ਜੀ। ਉਹਨਾਂ ਦਾ ਨਾਮ ਕੋਈ ਵੀ ਜਿਹੜਾ ਗਜ਼ਲ ਲਿਖਣ ਵਾਲਾ ਬੰਦਾ ਹੈ, ਉਹਨਾਂ ਦਾ ਨਾਮ ਭੁੱਲ ਨਹੀਂ ਸਕਦਾ, ਕਿ ਉਹਨਾਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਵਾਹ ਵਾਹ। ਤੇ ਹਾਂ, ਉਸ ਤੋਂ ਬਾਅਦ ਡਾਕਟਰ ਸੁਰਜੀਤ ਪਾਤਰ, ਜਿਹੜੇ ਹੁਣ ਵੀ ਉਹ ਐਕਟਿਵ ਆ ਪੂਰੇ, ਜੇ ਤੇ ਕਮਾਲ ਸ਼ਾਇਰ ਨੇ, ਬਹੁਤ ਸੋਹਣੇ ਕਮਾਲ ਸ਼ਾਇਰ। ਸ਼ਾਇਰ ਆ। ਫਿਰ ਜਿਹੜੇ ਜਿਨ੍ਹਾਂ ਨੂੰ ਅਸੀਂ ਦੇਖਣਾ ਚਾਹੁੰਦੇ ਆ, ਸੁਣਨਾ ਚਾਹੁੰਦੇ ਆ ਵਾਰ-ਵਾਰ, ਉਹਨਾਂ ਚੋਂ ਗੁਰਤੇਜ ਕੁਹਾਰ ਵਾਲਾ ਆ ਜੀ, ਵਿਜੇ ਵਿਵੇਕ ਬਹੁਤ ਆ ਜੀ। ਕਿਆ ਬਾਤ ਹੈ, ਹਾਂਜੀ ਨਵੇਂ ਨਜ਼ਮ ਲਿਖਣਾ ਨੇ, ਗਜ਼ਲ ਲਿਖਣਾ ਜੋ ਕਿ ਬਹੁਤ ਸੋਹਣੀ ਗਜ਼ਲ ਜਿਹੜੇ ਲਿਖਦੇ ਜਿਨ੍ਹਾਂ ਨੂੰ ਅਸੀਂ ਆਪਣੇ ਰਾਹ ਦਸੇਰੇ ਮੰਨਦੇ ਆ ਜੀ, ਨੇ। ਕਿ ਵਾਹ ਅਸੀਂ ਉਹਨਾਂ ਨੂੰ ਦੇਖ ਕੇ ਚਾਹੁੰਦੇ ਆ। ਫਿਰ ਜਿਹੜੇ ਮੇਰੇ ਸਰਕਲ ਦੇ ਵਿੱਚ ਆ ਸਾਰੇ, ਉਹ ਜਿਹੜੇ ਵਧੀਆ ਗਜ਼ਲ ਲਿਖਣ ਵਾਲੇ ਆ ਜੀ, ਉਹ ਜਗਵਿੰਦਰ ਜੋਧਾ ਹੈ ਜੀ, ਡਾਕਟਰ ਜਗਵਿੰਦਰ ਜੋਧਾ, ਸੁਨੀਲ ਚੰਦਿਆਨਵੀ ਆ, ਔਰ ਉਸ ਤੋਂ ਇਲਾਵਾ ਸ਼ਮਸ਼ੇਰ ਮੋਹੀ ਆ, ਜਿਹੜੇ ਵਧੀਆ ਗਜ਼ਲ ਲਿਖਦੇ ਆ। ਮਨਜੀਤ ਪੁਰੀ ਆ, ਵਧੀਆ ਗਜ਼ਲ ਲਿਖਦੇ ਆ। ਫਿਰ ਜਲੰਧਰ ਤੋਂ ਮੇਰੇ ਦੋਸਤ ਆ ਨਰਿੰਦਰਪਾਲ ਕੰਗ ਜੀ, ਉਹ ਬਹੁਤ ਵਧੀਆ ਗਜ਼ਲ ਲਿਖਦੇ ਆ। ਮਤਲਬ ਇਹ ਹਾਂ। ਪੀੜ੍ਹੀ ਹੁਣ, ਇੱਕ ਰਣਜੀਤ ਸਰਾਂ ਵਾਲੀ ਆ ਮੁੰਡਾ, ਉਹ ਵੀ ਬਹੁਤ ਵਧੀਆ ਗਜ਼ਲ ਲਿਖਦਾ ਆ। ਤੇ ਕਾਫੀ ਨਵੀਂ ਪੀੜ੍ਹੀ ਚੋਂ ਨਵੇਂ ਹੋਰ ਜਿਹੜੇ ਬੱਚੇ ਅੱਗੇ ਨਵੇਂ ਆਉਂਦੇ ਪਏ ਆ, ਉਹਨਾਂ ਚੋਂ ਵੀ ਬਹੁਤ ਵਧੀਆ ਬਲਕਾਰ ਔਲਖਾ ਬਹੁਤ ਵਧੀਆ ਗਜ਼ਲ ਲਿਖਦਾ ਮੁੰਡਾ। ਜੀ ਜੀ, ਅਸੀਂ ਤਵਾ ਕੇ ਕਿ ਸੁਨੀਲ ਚੰਦਿਆਣੀ ਸਾਹਿਬ ਜੀ, ਦਾ ਮੁੰਡਾ ਇੱਕ ਵਧੀਆ ਗਜ਼ਲ ਲਿਖਦਾ। ਹਾਂਜੀ ਸੁਨੀਲ ਸਾਹਿਬ ਉਦੋਂ ਆਏ ਤੇ ਉਹ ਥੋੜਾ ਨੈਟਵਰਕ ਦਾ ਮਸਲਾ ਬਣ ਗਿਆ। ਜਿਵੇਂ ਹਾਂਜੀ ਅਸੀਂ ਉਦੋਂ ਇਹ ਸੋਚਿਆ ਸੀ ਕਿ ਜਿਹੜੇ ਤੁਸੀਂ ਦੋਸਤ ਹੋ, ਤੁਹਾਨੂੰ ਇਕੱਲਿਆਂ ਕੋਲ ਲੈਣਾ ਚਾਹੀਦਾ, ਤੇ ਉੱਥੋਂ ਹੀ ਤੁਹਾਡਾ ਤਾਰਫ ਹੋਇਆ, ਔਰ ਤੁਹਾਡੀ ਮੁਹੱਬਤਾਂ ਕਿ ਤੁਸੀਂ ਅੱਜ ਸਾਡੇ ਨਾਲ ਬੈਠੇ ਹੋ। ਤੇ ਸਾਡੇ ਕੋਲ ਪਿੱਛੇ ਰਹਿ ਗਏ ਨੇ ਜੋ 8-9 ਮਿੰਟ, 8 ਜਾਂ 9 ਮਿੰਟ, ਤੇ ਮੈਂ ਅੱਛਾ ਜੀ। ਚਾਹਾਂਗਾ ਕਿ ਤੁਹਾਡਾ ਕਲਾਮ ਜਿਹੜਾ ਹੈ, ਆਖਰ ਤੁਸੀਂ ਸੁਣਿਆ ਵੀ ਤੁਹਾਡੇ ਕੋਲ ਲੈਣਾ ਹੈ, ਆਪਣੇ ਸੁਣਨ ਲਈ ਔਰ ਆਪਣੇ ਦੋਵਾਂ ਪੇਜਾਂ ਲਈ ਵੀ। ਤੁਹਾਡੀ ਰਾਏ ਜਿਹੜੀ ਹੈ, ਤੁਹਾਡੇ ਵਿਚਾਰ ਸਾਡੇ ਲਈ ਬੜੇ ਅਹਿਮ ਨੇ, ਤੇ ਕੋਈ ਚੀਜ਼ਾਂ ਤੁਹਾਡੀਆਂ ਇੱਕ ਦੋ ਮਜ਼ੀਦ ਸਾਂਝੀਆਂ ਕਰ ਲਈਏ ਜਿਹੜੀ ਤੁਸੀਂ ਸੁਣਾਉਣਾ ਪਸੰਦ ਕਰੋ, ਗਜ਼ਲ ਕੋਈ। ਗਜ਼ਲ ਤੇ ਮੈਂ ਤੁਹਾਨੂੰ, ਆਪਣੇ ਕੋਲ ਟਾਈਮ ਹੈਗਾ ਜੀ? ਜੀ ਹੈ ਟਾਈਮ ਜੀ, ਬਿਸਮਿਲ੍ਲਾ ਸੁਣਾਓ, ਲੋਕ ਸੁਣ ਰਹੇ ਨੇ। ਇੱਕ ਗਜ਼ਲ ਦੇ ਕੋਈ ਸ਼ੇਰ ਆ, ਦੇਖੋ ਕਿ ਮਲਾਹਾਂ ਬਿਨ ਕਿਸੇ ਕਿਸ਼ਤੀ ਨੂੰ ਮੰਜ਼ਲ ਪਾਰ ਨਹੀਂ ਮਿਲਦੀ। ਵਾਹ। ਮਲਾਹਾਂ ਬਿਨ ਕਿਸੇ ਕਿਸ਼ਤੀ ਨੂੰ ਮੰਜ਼ਲ ਪਾਰ ਨਹੀਂ ਮਿਲਦੀ, ਖੜੇ ਪਾਣੀ 'ਚ ਤਾਂ ਠਹਿਰਾ ਮਿਲੇ ਰਫ਼ਤਾਰ ਨਹੀਂ ਮਿਲਦੀ। ਵਾਹ ਵਾਹ ਵਾਹ। ਮਲਾਹਾਂ ਬਿਨ ਕਿਸੇ ਕਿਸ਼ਤੀ ਨੂੰ ਮੰਜ਼ਲ ਪਾਰ ਨਹੀਂ ਮਿਲਦੀ, ਖੜੇ ਪਾਣੀ 'ਚ ਤਾਂ ਠਹਿਰਾ ਮਿਲੇ ਰਫ਼ਤਾਰ ਨਹੀਂ ਮਿਲਦੀ। ਉਹਦਾ ਚੱਲਣਾ ਹਵਾ ਤੇ ਜਾਂ ਵਹਾਅ ਉੱਤੇ ਮਨਸਰ ਹੈ। ਵਾਹ ਵਾਹ ਵਾਹ। ਉਹਦਾ ਚੱਲਣਾ ਹਵਾ ਤੇ ਜਾਂ ਵਹਾਅ ਉੱਤੇ ਮਨਸਰ ਹੈ, ਕਦੇ ਕਾਗਜ਼ ਦੀ ਬੇੜੀ ਨੂੰ ਕੋਈ ਪਤਵਾਰ ਨਹੀਂ ਮਿਲਦੀ। ਵਾਹ 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 ਵਾਹ। ਕਦੇ ਕਾਗਜ਼ ਦੀ ਬੇੜੀ ਨੂੰ ਕੋਈ ਪਤਵਾਰ ਨਹੀਂ ਮਿਲਦੀ। ਵਾਹ। ਬਦਲ ਲੈਂਦਾ ਹਾਂ ਮੌਸਮ ਵਾਂਗ ਘਰ ਵੀ ਸ਼ਹਿਰ ਵੀ, ਲੇਕਿਨ ਬਦਲ ਲੈਂਦਾ ਹਾਂ ਮੌਸਮ ਵਾਂਗ ਘਰ ਵੀ ਸ਼ਹਿਰ ਵੀ,
ਲੇਕਿਨ ਘਰ ਵੀ ਸ਼ਹਿਰ ਵੀ ਲੇਕਿਨ ਤੇਰੀ ਤਸਵੀਰ ਦੇ ਕਾਬਿਲ ਕੋਈ ਦੀਵਾਰ ਨਹੀਂ ਮਿਲਦੀ। ਵਾਹ ਵਾਹ, ਕੀ ਬਾਤ, ਬਹੁਤ ਅੱਛਾ ਖਿਆਲ ਹੈ ਜੀ। ਬਦਲ ਲੈਂਦਾ ਹਾਂ ਮੌਸਮ ਵਾਂਗ ਘਰ ਵੀ ਸ਼ਹਿਰ ਵੀ ਲੇਕਿਨ ਤੇਰੀ ਤੇਰੀ ਤਸਵੀਰ ਤਸਵੀਰ ਦੇ ਦੇ ਕਾਬਿਲ ਕੋਈ ਦੀਵਾਰ ਨਹੀਂ ਮਿਲਦੀ। ਮੁਹੱਬਤ ਵਿੱਚ ਅਸੀਂ ਜਿੱਤਣਾ ਨਹੀਂ ਚਾਹੁੰਦੇ ਕਦੇ ਵਰਨਾ ਆਹ ਇਹ ਮੁਹੱਬਤ ਐਸੀ ਵਿੱਚ ਜੰਗ ਅਸੀਂ। ਹੈ, ਇਹ ਐਸੀ ਜੰਗ ਹੈ ਜਿਸ ਚੋਂ ਕਿਸੇ ਨੂੰ ਹਾਰ ਨਹੀਂ ਮਿਲਦੀ। ਵਾਹ ਵਾਹ ਵਾਹ, ਫਿਰ ਫੜੋ ਜੀ ਸ਼ੇਰ ਹੈ, ਕੀ ਬਾਤ ਹੈ। ਮੁਹੱਬਤ ਵਿੱਚ ਅਸੀਂ। ਮੁਹੱਬਤ ਵਿੱਚ ਅਸੀਂ ਜਿੱਤਣਾ ਨਹੀਂ ਚਾਹੁੰਦੇ ਕਦੇ ਵਰਨਾ ਵਾਹ ਇਹ ਐਸੀ ਜੰਗ ਹੈ ਜਿਸ ਚੋਂ ਕਿਸੇ ਨੂੰ ਹਾਰ ਨਹੀਂ ਮਿਲਦੀ। ਵਾਹ ਤਰੇੜਾਂ ਬਣਨ ਤੋਂ ਪਹਿਲਾਂ ਹੀ ਸ਼ਿਕਵੇ ਮਿਟਣੇ ਬਿਹਤਰ। ਵਾਹ, ਤ੍ਰਿਣਾ ਬਣਨ ਤੋਂ ਪਹਿਲੇ ਹੀ। ਤਰੇੜਾਂ ਬਣਨ ਤੋਂ ਪਹਿਲਾਂ ਹੀ ਸ਼ਿਕਵੇ ਮਿਟਣੇ ਬਿਹਤਰ। ਚਿਰਾਂ ਪਿੱਛੋਂ ਥਲਾਂ ਤੋਂ ਪੈੜ ਦੀ ਫਿਰ ਸਾਰ ਨਹੀਂ ਮਿਲਦੀ। ਵਾਹ ਵਾਹ ਵਾਹ, ਸੋ ਇਦਾਂ ਦੀਆਂ ਬਸ ਇੱਕ ਕੁਝ ਸ਼ੇਰ ਮੈਂ ਤੁਹਾਡਾ ਹੋਰ ਸਾਂਝੇ ਕਰਨਾ ਕਿ ਜੀ ਜ਼ਰੂਰ ਜ਼ਰੂਰ ਸੁਣਾਓ ਜੀ। ਇੱਕ ਗਜ਼ਲ ਹੈ ਕਿ ਕਰਾਂ ਨਾ ਜਾਣ ਕੇ ਹੁੰਦੀਆਂ ਨੇ ਆਪੇ ਗਲਤੀਆਂ ਮੈਥੋਂ। ਆਹ ਕਰਾਂ ਨਾ ਜਾਣ ਕੇ। ਕਰਾਂ ਨਾ ਜਾਣ ਕੇ ਹੁੰਦੀਆਂ ਨੇ ਆਪੇ ਗਲਤੀਆਂ ਮੈਥੋਂ। ਨਿਆਣਾ ਹਾਂ ਜ਼ਿਬਾ ਹੋ ਲੈਣ ਦੇ ਕੁਝ ਤਿਤਲੀਆਂ ਮੈਥੋਂ। ਆਹ ਵਾਹ ਵਾਹ ਕਰਾਂ ਵਾਹ, ਨਾ ਜਾਣ ਕੇ ਹੁੰਦੀਆਂ ਨੇ ਆਪੇ ਗਲਤੀਆਂ ਮੈਥੋਂ। ਨਿਆਣਾ ਹਾਂ ਜ਼ਿਬਾ ਹੋ ਲੈਣ ਦੇ ਕੁਝ ਤਿਤਲੀਆਂ ਮੈਥੋਂ। ਖੁਦਾ ਵੀ ਹੋ ਗਿਆ ਲੱਗਦਾ ਹੈ ਹਾਕਮ ਦੀ ਤਰ੍ਹਾਂ ਅੱਜ ਕੱਲ ਕਿ ਹੁਣ ਸਾਹ ਦੇਣ ਤੋਂ ਪਹਿਲਾਂ ਉਹ ਮੰਗਦਾ ਅਰਜ਼ੀਆਂ ਮੈਥੋਂ। ਵਾਹ ਵਾਹ, ਖੁਦਾ ਵੀ ਹੋ ਗਿਆ ਲੱਗਦਾ ਹੈ ਹਾਕਮ ਦੀ ਤਰ੍ਹਾਂ ਅੱਜ ਕੱਲ ਕਿ ਉਹ ਸਾਹ ਦੇਣ ਤੋਂ ਪਹਿਲਾਂ ਕਿ ਹੁਣ ਸਾਹ ਦੇਣ ਤੋਂ ਪਹਿਲਾਂ ਉਹ ਮੰਗਦਾ ਅਰਜ਼ੀਆਂ ਮੈਥੋਂ। ਇਹਦਾ ਇੱਕ ਸ਼ੇਰ ਸੁਣਿਆ ਕਿ ਮੇਰੇ ਹੱਥ ਵਿੱਚ ਕੁਹਾੜੀ ਹੈ ਜੜ੍ਹਾਂ ਤੇ ਹੈ ਨਜ਼ਰ ਮੇਰੀ। ਵਾਹ ਵਾਹ, ਮੇਰੇ ਹੱਥ ਵਿੱਚ ਕੁਆੜੀ ਹੈ ਜੜ੍ਹਾਂ ਤੇ ਹੈ ਨਜ਼ਰ। ਜੜ੍ਹਾਂ ਤੇ ਹੈ ਨਜ਼ਰ ਮੇਰੀ ਮਗਰ ਰੁੱਖ ਬਾਬਰਾ ਫਿਰਦਾ ਲਕਾਉਂਦਾ ਟਾਹਣੀਆਂ ਮੈਥੋਂ। ਆਹ ਵਾਹ ਵਾਹ ਵਾਹ, ਮੇਰੇ ਹੱਥ ਵਿੱਚ ਕੁਹਾੜੀ ਹੈ ਜੜ੍ਹਾਂ ਤੇ ਹੈ ਨਜ਼ਰ ਮੇਰੀ ਮਗਰ ਰੁੱਖ ਬਾਬਰਾ ਫਿਰਦਾ ਲਕਾਉਂਦਾ ਟਾਹਣੀਆਂ ਮੈਥੋਂ। ਜਦੋਂ ਸੁਣਿਆ ਉਹਨਾਂ ਨੇ ਕਿ ਸਮੁੰਦਰ ਖੌਲ ਵੀ ਸਕਦਾ ਹੈ। ਆਹ ਜਦੋਂ ਸੁਣਿਆ ਉਹਨਾਂ ਨੇ ਕਿ ਸਮੁੰਦਰ ਖੌਲ ਵੀ ਸਕਦਾ ਹੈ ਤਾਂ ਇੱਕ ਇੱਕ ਕਰ ਕਿਨਾਰਾ ਕਰ ਗਈਆਂ ਸਭ ਕਿਸ਼ਤੀਆਂ ਮੈਥੋਂ। ਵਾਹ ਵਾਹ ਵਾਹ, ਤਾਂ ਇੱਕ ਇੱਕ ਕਰ ਕਿਨਾਰਾ ਕਰ ਗਈਆਂ ਸਭ ਕਿਸ਼ਤੀਆਂ ਮੈਥੋਂ। ਤਾਂ ਇੱਕ ਇੱਕ ਕਰ ਕਿਨਾਰਾ ਕਰ ਗਈਆਂ ਸਭ ਕਿਸ਼ਤੀਆਂ ਮੈਥੋਂ। ਸੋ ਇਹ ਨਵੀਂ ਗਜ਼ਲ ਦੇ ਕੋਈ ਸ਼ੇਰ ਸੀਗੇ ਜੀ। ਵਾਹ ਵਾਹ ਵਾਹ, ਬਹੁਤ ਬਹੁਤ ਆਲਾ ਜੀ, ਬਹੁਤ ਖੂਬ ਰਮਨ ਬਾਈ ਸੀ। ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲ ਕਰਨ ਦਾ, ਤੁਹਾਡਾ ਕਲਾਮ ਸੁਣਨ ਦਾ। ਔਰ ਜੀਂਦੇ ਵਾਸਤੇ ਰਹੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਕ ਤੇ ਆਪਣੇ ਵਿਚਾਰ ਸਾਂਝੇ ਕਰੋ, ਕੋਈ ਸੁਨੇਹਾ ਦਿਓ ਸਾਡੇ ਸੁਣਨ ਵਾਲਿਆਂ ਨੂੰ, ਤੇ ਦੂਜਾ ਸਾਨੂੰ ਪੰਜਾਬੀ ਔਰ ਕੀਮਤੀ ਗੱਲਾਂ ਦੇ ਬਾਰੇ ਵੀ ਤੁਹਾਡੇ ਵਿਚਾਰ ਬੜੇ ਅਹਿਮ ਨੇ। ਜਿਹੜਾ ਕੰਮ ਅਸੀਂ ਦੋਵੇਂ ਦੋਸਤ ਕਰ ਰਹੇ ਔਰ ਇਸ ਕੰਮ ਦੀ ਵਜ੍ਹਾ ਤੋਂ ਤੁਹਾਡੇ ਤੱਕ ਕੱਪੜੇ ਆ। ਔਰ ਜਿੰਨੇ ਲੋਕ ਖੁਸ਼ ਨੇ ਤੁਹਾਨੂੰ ਵੇਖ ਕੇ, ਉਹ ਮੈਨੂੰ ਲੱਗਦਾ ਹੈ ਕਿ ਸਾਨੂੰ ਇਹਦੇ ਨਾਲ ਸ਼ਾਬਾਸ਼ ਰਲਾਸ਼ਰੀ ਮਿਲ ਜਾਂਦੀ ਹੈ ਜਦੋਂ ਅਸੀਂ ਕੋਈ ਤੁਹਾਡੇ ਜਿਹਾ ਸੱਜਣ ਲੱਭ ਕੇ ਇਹਨਾਂ ਨਾਲ ਬਣਾਉਂਦੇ ਆ। ਉਹ ਫਿਰ ਸਾਰੀ ਦੁਨੀਆ 'ਚ ਪੰਜਾਬ ਭਰ ਦੇ ਜਿਹੜੇ ਪੰਜਾਬੀ ਲੋਕ ਨੇ ਉਹ ਖੁਸ਼ ਹੋ ਜਾਂਦੇ ਨੇ। ਫਿਰ ਇਹ ਵੀਡੀਓ ਪਈਆਂ ਰਹਿਣਗੀਆਂ ਤੇ ਇਹ ਜਦੋਂ ਇਹ ਮੁਲਾਕਾਤ ਯਾਦਗਾਰ ਹੋ ਗਈ। ਤੁਸੀਂ ਜਿੰਨਾ ਮਰਜ਼ੀ ਖੁੱਲਾ ਰਹਿਣ ਦੀ ਕੋਸ਼ਿਸ਼ ਕਰੋ, ਅਸੀਂ ਤੁਹਾਡੇ ਕੋਲ ਆ ਬੈਠੇ। ਬਿਲਕੁਲ ਬਿਲਕੁਲ ਹਾਂਜੀ। ਤੇ ਆਪਣੇ ਕੀ ਕਹੋਗੇ ਸੁਣਨ ਵਾਲਿਆਂ ਨੂੰ, ਕੋਈ ਸੁਨੇਹਾ? ਕੋਈ ਮੈਂ ਸੁਨੇਹਾ ਤੇ ਮੇਰੇ ਵੱਲੋਂ ਇਹੀ ਆ, ਜਿੰਨੇ ਵੀ ਸੁਣਦੇ ਆ ਉਹਨਾਂ ਚ ਕੁਝ ਲਿਖਦੇ ਵੀ ਆ ਜਾਂ ਕਿਵੇਂ ਵੀ ਆ, ਮਾਂ ਬੋਲੀ ਨੂੰ ਜਿੰਨਾ ਉਹਦੀ ਬਿਹਤਰੀ ਲਈ ਜਿੰਨਾ ਵੀ ਕੋਈ ਕੁਝ ਕਰ ਸਕਦਾ ਉਹ ਕਰਨਾ ਬਹੁਤ ਜ਼ਰੂਰੀ ਆ। ਕਿਉਂਕਿ ਵਕਤ ਦੇ ਨਾਲ ਅਸੀਂ ਤੇ ਕਹਿ ਦਿੰਦੇ ਆ ਮਾਂ ਬੋਲੀ ਨਹੀਂ ਮਰਦੀ, ਬੜੇ ਸਾਲਾਂ ਤੋਂ ਮਾਂ ਬੋਲੀ ਮਰਦੀ ਨਹੀਂ ਆ। ਪਰ ਜਿਵੇਂ ਅਸੀਂ ਦੇਖਦੇ ਆ ਇੱਧਰ ਸਾਡੇ ਵਾਲੇ ਪਾਸੇ ਜਿਹੜੇ ਗੈਂਗਸ ਬਣੇ ਆ ਕਨਵੈਂਟ ਸਕੂਲਾਂ ਦੇ, ਸੇਂਟ ਫਰਾਂਸਿਸ, ਸੇਂਟ ਥੋਮਸ, ਮਤਲਬ ਇਹ ਮੈਂ ਇਹਨਾਂ ਦਾ ਨਾਮ ਸਪੈਸ਼ਲ ਤਾਂ ਲੈਣਾ ਚਾਹੁੰਦਾ ਕਿ ਇਹਨਾਂ ਦਾ ਲੋਕਾਂ ਨੂੰ ਪਤਾ ਆ। ਹੋਰ ਵੀ ਬਹੁਤ ਸਾਰੇ ਇਦਾਂ ਦੇ ਆ ਜਿੱਥੇ ਪੰਜਾਬੀ ਬੋਲਣ ਤੇ ਵੀ ਮਨਾਹੀ ਹੁੰਦੀ ਆ। ਸਕੂਲਾਂ ਵਿੱਚ ਪੰਜਾਬੀ ਬੋਲਣ ਨਹੀਂ ਦਿੰਦੇ, ਬੋਲਣ ਤੋਂ ਵੀ ਗੁਰੇਜ਼ ਆ ਬੱਚਿਆਂ ਨੂੰ ਕਿ ਬੋਲਣੀ ਨਹੀਂ ਪੰਜਾਬੀ ਜੀ। ਸਾਡੇ ਇੱਥੇ ਵੀ ਕੀਤਾ ਸੀ ਬੀਕਨ ਹਾਊਸ ਨੇ ਨਾ ਜੀ, ਸਾਡੇ ਇੱਥੇ ਵੀ ਬੀਕਨ ਹਾਊਸ ਤੇ ਬੜਾ ਇਤਜਾਜ ਕੀਤਾ ਪੰਜਾਬੀਆਂ ਨੇ, ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ। ਹਾਂਜੀ ਬਿਲਕੁਲ ਸਹੀ ਕਿਹਾ।
ਤੇ ਇਹਨਾਂ ਨੂੰ ਵੀ ਕਈ ਵਾਰ ਇਹਨਾਂ ਨੇ ਵੀ ਕਈ ਵਾਰ ਏਦਾਂ ਕਿਹਾ ਕਿ ਨਹੀਂ ਅੱਗੇ ਤੋਂ ਨਹੀਂ, ਇਹ ਜਿਹੜੇ ਸਕੂਲ ਵੱਡੇ ਵੱਡੇ ਸਕੂਲ ਆ, ਪਰ ਮੈਂ ਇਹ ਕਹਿੰਦਾ ਕਿ ਸਾਨੂੰ ਜਿਹੜੇ ਸਾਡੇ ਪਾਸੇ ਵੀ ਕੋਈ ਮੋਹਤਬਾਰ ਹੈ, ਜਿੱਦਾਂ ਕੇਂਦਰੀ ਸਿਹਤ ਸਭਾਵਾਂ ਦੇ ਕੋਈ ਮੋਹਤਬਾਰ ਲੋਕ ਆ, ਉਹਨਾਂ ਨੂੰ ਇਸ ਪਾਸੇ ਬਹੁਤ ਹੀ ਸਖਤੀ ਨਾਲ ਵੀ ਨਹੀਂ ਕਹਿ ਸਕਦੇ, ਪਰ ਬਹੁਤ ਵਧੀਆ ਕਦਮ ਉਠਾਉਣੇ ਚਾਹੀਦੇ ਆ। ਅਸੀਂ ਨਹੀਂ ਤੇ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਪੰਜਾਬੀ ਤੋਂ ਬਹੁਤ ਟੁੱਟ ਚੁੱਕੀ। ਅਸੀਂ ਪਾਣੀ ਤੇ ਪਹਿਲਾਂ ਹੀ ਗਵਾਉਂਦੇ ਪਏ ਆ, ਪਾਣੀ ਕਿੰਨਾ ਥੱਲੇ ਚਲਾ ਗਿਆ ਆਪਣੀ ਧਰਤੀ ਦਾ ਨਾ, ਆਪਣੀ ਭਾਸ਼ਾ ਤੋਂ ਵੀ ਇਦਾਂ ਹੌਲੀ ਹੌਲੀ ਬੰਦਾ ਟੁੱਟ ਜਾਂਦਾ ਆ। ਤੇ ਜਿੱਥੋਂ ਤੱਕ ਤੁਹਾਡੇ ਪੰਜਾਬੀ ਕਾ ਤੇ ਕੀਮਤੀ ਗੱਲਾਂ ਪੇਜ ਦਾ ਸਵਾਲ ਆ, ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਆ। ਇਹ ਮੈਂ ਤੁਹਾਨੂੰ ਨਿੱਜੀ ਤੌਰ ਤੇ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਪਰਸਨਲ ਤੌਰ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ। ਤੁਸੀਂ ਕੱਲ ਵੀ ਜਿਵੇਂ ਤੁਸੀਂ ਇੱਕ ਮੁਲਾਕਾਤ ਕਰਾਈ ਸੀ, ਜਿਨ੍ਹਾਂ ਦੇ ਨੁਸਰ ਸਾਹਿਬ ਨੇ ਗਾਣੇ ਵੀ ਗਾਏ ਮੇਰੇ ਖਿਆਲ, ਜੀ ਨਾਸਰ ਨਿਜ਼ਾਮੀ ਸਾਹਿਬ। ਅਸੀਂ ਕਿਸੇ ਨੇ ਨੁਸਰ ਸਾਹਿਬ ਦੇ ਸਾਰੇ ਫੈਨ ਆ, ਪਰ ਸਾਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਨੂੰ ਦੇਖ ਕੇ ਕੌਣ ਦੇਣ ਵਾਲੇ ਲੋਕ ਆ, ਹਨਾ ਜੀ। ਜਦੋਂ ਅਸੀਂ ਨਿਜ਼ਾਮੀ ਸੁਣਦੇ ਸਾਂ ਤੇ ਅਸੀਂ ਵੀ ਸੋਚਦੇ ਸਾਂ ਕਿ ਇਹ ਕਿਹੜੇ ਨਿਜ਼ਾਮੀ ਸਾਹਿਬ ਨੇ, ਤੇ ਉਹ ਬੜੀ ਨਿਜ਼ਾਮੀ ਅਸੀਂ ਉਹਨਾਂ ਨੂੰ ਦੇਖਿਆ, ਤੁਸੀਂ ਸਾਡੇ ਰੂਬਰੂ ਉਹਨਾਂ ਨੂੰ ਕਰਾਇਆ। ਉਹ ਤੁਹਾਡੇ ਪੇਜ ਦਾ ਪੰਜਾਬੀਕਾ ਦਾ ਤੇ ਕੀਮਤੀ ਗੱਲਾਂ ਦਾ ਹੀ ਇਹ ਉਪਰਾਲਾ ਸੀਗਾ ਕਿ ਸਾਨੂੰ ਪਤਾ ਲੱਗਾ ਕਿ ਇਹ ਉਹ ਸ਼ਖਸ ਆ ਜਿਨ੍ਹਾਂ ਨੇ ਇੰਨੀ ਵਧੀਆ ਕਲਮ ਚੋਂ ਜਿਨ੍ਹਾਂ ਦੇ ਗੀਤ ਨਿਕਲੇ ਹਨਾ। ਸੋ ਇਹ ਬਹੁਤ ਵਧੀਆ ਉਪਰਾਲਾ ਆ। ਇਹ ਮੇਰੀਆਂ ਦੁਆਵਾਂ ਹੈ ਕਿ ਹਮੇਸ਼ਾ ਜਦੋਂ ਤੱਕ ਪੋਸੀਬਲ ਹੋ ਸਕਦਾ ਇਹ ਚੱਲਦਾ ਰਹੇ, ਤੇ ਆਪਾਂ ਬਾਕੀ ਸਾਰੇ ਮਿਲ ਕੇ ਇੱਧਰ ਵਾਲਾ ਪੰਜਾਬ ਉੱਧਰ ਵਾਲਾ ਪੰਜਾਬ ਤੇ ਕਹਿਣ ਦੀ ਲੋੜ ਹੀ ਨਹੀਂ, ਆਪਾਂ ਪੰਜਾਬੀ ਆ ਸਾਰੇ। ਇੱਧਰ ਵਾਲੇ ਬਹੁਤ ਲੋਕ ਹੈ ਜਿਹੜੇ ਸ਼ਾਹਮੁਖੀ ਸਿੱਖਦੇ ਆ, ਉਧਰ ਵੀ ਤੁਸੀਂ ਦੱਸਿਆ ਸੀ ਬਹੁਤ ਲੋਕ ਹੈ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਆਉਂਦੀ ਹੈ, ਗੁਰਮੁਖੀ ਔਰ ਹਿੰਦੀ ਵੀ ਲਿਖਣੀ ਬੋਲਣੀ ਆਉਂਦੀ ਹੈ। ਜੀ ਆਉਂਦੀ ਜੀ। ਅੱਛਾ ਸਰ, ਕਿਉਂਕਿ ਅਦਬ ਜਿਹੜਾ ਨਾ ਜੀ ਇਹ ਬੰਦੇ ਨੂੰ ਜੋੜਦਾ ਹੈ, ਔਰ ਅਸੀਂ ਮਾਂ ਬੋਲੀ ਦੇ ਵਿੱਚ ਸਾਡਾ ਜਿਹੜਾ ਬੌਂਡ ਹੈ, ਮੁਲਕ ਵਤਨ ਆਪਣੇ ਆਪਣੇ ਸਭ ਨੂੰ ਪਿਆਰੇ ਨੇ, ਪਿਆਰੇ ਹੋਣੇ ਵੀ ਚਾਹੀਦੇ ਨੇ, ਲੇਕਿਨ ਜਿਹੜੀ ਮਾਂ ਬੋਲੀ ਦੀ ਸਾਂਝ ਹੈ ਉਹਦੀ ਆਪਣੀ ਇੱਕ ਉਹ ਨਿੱਘੇ, ਉਹਦਾ ਆਪਣਾ ਇੱਕ ਮੋਹ ਹੈ, ਉਹਦੀ ਮੁਹੱਬਤ ਹੈ, ਤੇ ਸਾਨੂੰ ਜਦੋਂ ਮਿਲੀ ਇਹ ਲੱਗਦਾ ਹੈ ਕਿ ਸਾਡੀਆਂ ਕਿੰਨੀਆਂ ਸਾਂਝਾਂ ਨੇ। ਤੇ ਤੁਸੀਂ ਬੜੀ ਸੋਹਣੀ ਗੱਲ ਕੀਤੀ। ਤੁਹਾਡੇ ਮੂੰਹ ਸੁਣ ਕੇ ਸਾਡੇ ਸੁਣਨ ਵਾਲੇ ਇਹ ਨਾ ਸਮਝਣ ਕਿ ਅਸੀਂ ਆਪਣੇ ਪੇਜਾਂ ਬਾਰੇ ਖਾਸ ਤੌਰ ਤੇ ਕਿਉਂ ਗੱਲ ਕਰਾਉਂਦੇ ਆ, ਕਿ ਅਸੀਂ ਇਸ ਤੋਂ ਕਰਾਉਂਦੇ ਆ ਕਿ ਜਿਹੜਾ ਇਹ ਕੰਮ ਸਾਡੇ ਕੋਲੋਂ ਤੁਸੀਂ ਲੋਕ ਲੈ ਰਹੇ ਹੋ, ਜਿਹੜੇ ਵਡਿਆਉਂਦੇ ਹੋ, ਜਿਹੜੇ ਕਮੈਂਟ ਕਰਦੇ ਹੋ, ਜਿਹੜੇ ਰਾਏ ਦਿੰਦੇ ਹੋ, ਤੁਸੀਂ ਉਹਦੇ 'ਚ ਕੋਈ ਗਫਲਤ ਨਹੀਂ ਕਰ ਰਹੇ। ਮੈਂ ਤੇ ਰਵਿੰਦਰ ਸਾਰਾ ਦਿਨ ਸਾਰਾ ਵਕਤ ਲੱਭਦੇ ਰਹਿੰਦੇ ਆ। ਨਾਸਰ ਨਿਜ਼ਾਮੀ ਸਾਹਿਬ ਹਾਲੈਂਡ ਬੈਠੇ ਨੇ, ਔਰ ਰਮਨ ਸੰਧੂ ਸਾਹਿਬ ਨੂੰ ਅਸੀਂ ਦਰਖਾਸਤ ਕੀਤੀ, ਬਲਕਿ ਅੱਜ ਅਸੀਂ ਇਹਨਾਂ ਦੇ ਅਸੀਂ ਧੰਨਵਾਦ ਦੇ ਨਾਲ ਨਾਲ ਇੱਕ ਖੁਸ਼ਖਬਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਜਿਹੜੀ ਮੈਂ ਲਗਾ ਕੇ ਰੱਖੀ ਸੀ ਪੂਰਾ ਪ੍ਰੋਗਰਾਮ, ਕਿ ਦਿਲ ਮੇਰੇ 'ਚ ਵੀ ਗੱਲ ਰਹਿੰਦੀ ਨਹੀਂ। ਕਈ ਬੰਦੇ ਐਵੇਂ ਝੂਠ ਹੀ ਕਹਿੰਦੇ ਨੇ ਕਿ ਬੀਬੀਆਂ ਦੇ ਦਿਲ 'ਚ ਗੱਲ ਨਹੀਂ ਰਹਿੰਦੀ, ਹਾਲਾਂਕਿ ਕਈ ਬੰਦਿਆਂ ਦੇ ਢਿੱਡ 'ਚ ਵੀ ਗੋਲਾ ਬਣ ਜਾਂਦਾ ਹੈ। ਉਹਨਾਂ ਨੂੰ ਗੱਲ ਦੱਸ ਦਿੱਤੀ ਨਾ, ਤੇ ਉਹ ਵੀ ਚੁੱਕੀ ਫਿਰਦੇ ਨੇ ਕਿ ਮੇਰੇ ਢਿੱਡ 'ਚ ਗੋਲਾ ਬਣਿਆ, ਮੈਂ ਗੱਲ ਕਰਨੀ। ਤੇ ਮੈਂ ਵੀ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਖੁਸ਼ਖਬਰੀ ਦੀ, ਕਿ ਅਸੀਂ ਰਮਨ ਸੰਧੂ ਹੋਰਾਂ ਨੂੰ ਬੇਨਤੀ ਕੀਤੀ ਸੀ ਪਿਛਲੀ ਵਾਰੀ ਇਹਨਾਂ ਦੀ ਸ਼ਾਇਰੀ ਸੁਣ ਕੇ, ਇਹਨਾਂ ਦੀ ਗੱਲਬਾਤ, ਇਹ ਨਾ ਸਿਰਫ ਸ਼ਾਇਰ ਨੇ, ਤੁਸੀਂ ਆਪ ਸੁਣਿਆ ਕਿ ਕਿੱਡੇ ਸੋਹਣੇ ਬੁਲਾਰ ਨੇ, ਕਿੰਨੀ એનર્ਜੀ ਇਹਨਾਂ ਦੀ ਗੱਲ ਦੇ ਵਿੱਚ। ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦੋਵੇਂ ਪੇਜ ਨੇ ਇਹਨਾਂ ਦਾ ਕੰਮ ਵਧੇ, ਖਲਾਰ ਵਧੇ, ਤੇ ਤੁਸੀਂ ਸਾਨੂੰ ਜੁਆਇਨ ਕਰੋ। ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਸਾਡੀ ਇਹ ਜਿਹੜੀ ਸੀ ਦਰਖਾਸਤ ਕਬੂਲ ਕੀਤੀ। ਤੇ ਅੱਜ ਤੋਂ ਬਾਅਦ ਜਿਸ ਤਰ੍ਹਾਂ ਮਹਿਬੂਬ ਸਰਮਦ ਸਾਡੇ ਪਹਿਲੇ ਦਾਲ ਨੇ, ਤੇ ਹੁਣ ਰਮਨ ਸੰਧੂ ਹੋਰੀ ਵੀ ਸਾਡੇ ਪ੍ਰੋਗਰਾਮ ਕਰਨਗੇ। ਤੇ ਮੈਨੂੰ ਹਮੇਸ਼ਾ ਇਹ ਹੁੰਦਾ ਹੈ ਕਿ ਮੈਂ ਆਪਣੇ ਤੋਂ ਚੰਗਾ ਬੰਦਾ ਬੁਲਾਉਣ ਲੱਗਿਆ ਕੰਜੂਸੀ ਨਹੀਂ ਕਰਦਾ, ਹਾਲਾਂ 'ਚ ਖਤਰਾ ਵੀ ਹੁੰਦਾ ਹੈ ਕਿ ਆਪਣੇ ਤੋਂ ਆਪਣੀ ਥਾਂ ਕੋਈ ਨਹੀਂ ਰਹਿੰਦੀ, ਲੇਕਿਨ ਮੈਂ ਸਮਝਦਾ ਕਿ ਫਿਰ ਵੀ ਵੱਡਾ ਦਿਲ ਕਰਕੇ ਲਿਆਉਣਾ ਚਾਹੀਦਾ। ਨਹੀਂ ਜੀ, ਰਮਨ ਬਾਈ ਨੂੰ ਅਸੀਂ ਇਸ ਤੋਂ ਲਿਆਂਦਾ ਜੀ, ਇਹਨਾਂ ਦੀ ਗੱਲਬਾਤ, ਇਹਨਾਂ ਦੀ ਸ਼ਾਇਰੀ, ਇਹਨਾਂ ਦਾ ਜਜ਼ਬਾ, ਸਮਾਜ ਨੂੰ ਬਦਲਣ ਲਈ ਇਹਨਾਂ ਦੇ ਲਫ਼ਜ਼ਾਂ 'ਚ ਜਿਹੜਾ ਇਹਨਾਂ ਦਾ ਇਰਾਦਾ ਹੈ, ਜਿਹੜੇ ਸੁਪਨੇ ਇਹਨਾਂ ਵੇਖੇ ਨੇ, ਅਸੀਂ ਚਲ ਸਿਰਫ ਸੁਪਨੇ ਹੋਰ ਲੋਕਾਂ ਨਾਲ ਵੀ ਸਾਂਝੇ ਕਰੀਏ। ਤੇ ਤੁਸੀਂ ਵੇਖੋਗੇ ਇਨਸ਼ਾਅੱਲਾ ਪੰਜਾਬੀ ਕਾ ਔਰ ਕੀਮਤੀ ਗੱਲਾਂ ਦੇ ਪੇਜ ਤੇ ਰਮਨ ਵੀਰ ਜੀ ਪ੍ਰੋਗਰਾਮ ਕਰਨਗੇ, ਔਰ ਇਹਦੇ ਨਾਲ ਸਾਡਾ ਖਿਲਾਰ ਹੋਰ ਵਧੇਗਾ, ਤੇ ਤੁਸੀਂ ਦੋਸਤ ਵੀ ਨਾਲ ਰਲਦੇ ਰਹੋਗੇ। ਇਹ ਸਾਨੂੰ ਤੁਹਾਡੀਆਂ ਦੁਆਵਾਂ ਚਾਹੀਦੀਆਂ, ਤੁਹਾਡੇ ਕਮੈਂਟ ਚਾਹੀਦੇ ਨੇ, ਤਾਂ ਕਿ ਅਸੀਂ ਆਪਣੀ ਮਾਂ ਬੋਲੀ ਦਾ ਖਿਲਾਰ ਜਿਹੜਾ ਹੈ ਉਹਨੂੰ ਉੱਥੋਂ ਤੱਕ ਅਪਣਾ ਸਕੀਏ ਜਿੱਥੋਂ ਤੱਕ ਕੋਈ ਸੋਚ ਸਕਦਾ ਹੈ। ਕਿਉਂ ਜੇ ਹੁਣ ਬੋਲਿਆ ਗੱਲ ਸਾਡੀ ਹਰ ਥਾਂ ਪੜ ਰਹੀ ਹੈ, ਤੇ ਤੁਹਾਨੂੰ ਵੀ ਬੋਲਣਾ ਚਾਹੀਦਾ ਹੈ। ਮੇਰਾ ਇੱਕ ਸ਼ੇਰ ਹੈ ਕਿ ਚੁੱਪ ਹਨੇਰਾ ਅੱਖਰ ਚਾਨਣ, ਚੁੱਪ ਹਨੇਰਾ ਅੱਖਰ ਚਾਨਣ, ਬੋਲ ਕੇ ਤੈਨੂੰ ਲੋਕੀ ਜਾਣਨ। ਆਓ ਬੋਲੀਏ ਕਿ ਸਾਨੂੰ ਲੋਕ ਜਾਣਨ ਅਸੀਂ ਪੰਜਾਬੀ ਹਾਂ, ਅਸੀਂ ਜ਼ਿੰਦਾ ਕੌਮ ਆ, ਸਾਡੀਆਂ ਵੈਲਿਊ, ਸਾਡੀਆਂ ਰਸਮਾਂ ਪੂਰੀ ਦੁਨੀਆ ਮਾਣਦੀ ਏ, ਤੇ ਇੱਥੇ ਮਾਣ ਕਰੀਏ ਤੇ ਫਖਰ ਕਰੀਏ, ਨਾ ਕਿ ਅਸੀਂ ਇਹਨੂੰ ਲੁਕਾ ਕੇ ਸਮਝੀਏ ਕਿ ਅਸੀਂ ਵੱਡੇ ਬੰਦੇ ਬਣ ਗਏ ਹਾਂ। ਅਸੀਂ ਆਪਣੇ ਵੱਡਿਆਂ ਦੇ ਨਾਲ ਹੀ ਵੱਡੇ ਹਾਂ,
ਅਸੀਂ ਆਪਣੀ ਜ਼ੁਬਾਨ ਨਾਲ ਵੱਡੇ ਆ, ਆਪਣੇ ਵਿਚਾਰਾਂ ਨਾਲ ਵੱਡੇ ਆ। ਬਹੁਤ ਮਿਹਰਬਾਨੀ। ਤੇ ਰਮਨ ਸੰਧੂ ਜੀ, ਤੁਹਾਡਾ ਖਾਸ ਤੌਰ ਤੇ ਧੰਨਵਾਦ, ਤੁਸੀਂ ਟਾਈਮ ਦਿੱਤਾ ਔਰ ਤੁਸੀਂ ਸਾਡੇ ਨਾਲ ਆਉਣ ਵਾਲੇ ਵੇਲੇ 'ਚ ਵੀ ਜੁੜਨ ਦੀ ਗੱਲ ਕੀਤੀ। ਅਸੀਂ ਇਹਦਾ ਅਹਿਸਾਨ ਆਪਣੀ ਜ਼ਾਤ ਤੇ ਵੀ ਸਮਝਦੇ ਆ, ਜਦੋਂ ਕਿ ਤੁਸੀਂ ਮਾਂ ਬੋਲੀ ਦਾ ਹੱਕ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਸੁਣਨ ਜੀ। ਵੇਖਣ ਵਾਲੇ ਸਾਰੇ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਅਦੀਬਾਂ ਨੂੰ, ਸਾਰਿਆਂ ਨੂੰ ਉਹਨਾਂ ਦਾ ਧੰਨਵਾਦ ਕਰਦਾ ਆ। ਤੇ ਜੇ ਬੋਲਣ ਲੱਗਿਆ ਕੋਈ ਸ਼ਬਦ ਮੂੰਹ ਚੋਂ ਕਈ ਵਾਰ ਗਲਤ ਨਿਕਲ ਜਾਂਦੇ ਆ, ਸ਼ਬਦਾਂ ਦਾ ਉਚਾਰਨ ਕਈ ਵਾਰ ਗਲਤ ਹੋ ਜਾਂਦਾ ਆ, ਤੇ ਉਹਦੇ ਵਾਸਤੇ ਮੈਂ ਬਿਲਕੁਲ ਮਾਫੀ ਚਾਹੁੰਦਾ ਆ। ਤੇ ਮੈਂ 2 ਸ਼ੇਅਰ ਬੋਲ ਕੇ ਮੈਂ ਫਿਰ ਆਪਾਂ ਇਜਾਜ਼ਤ ਜੀ ਲੈਨੇ ਆ ਜ਼ਰੂਰ ਜੀ, ਜ਼ਰੂਰ ਜੀ, ਕਿ ਜ਼ਰੂਰ। ਹਾਂਜੀ, ਕਿ ਮੇਰੀ ਚੁੱਪ ਤੋਂ ਖਫਾ ਹੋ ਕੇ ਉਹ ਮੈਨੂੰ ਝਿੜਕ ਜਾਂਦਾ ਹੈ। ਹਾਂ ਹਾਂ, ਵਾਹ। ਮੇਰੀ ਚੁੱਪ ਤੋਂ ਖਫਾ ਹੋ ਕੇ ਮੇਰੀ ਚੁੱਪ ਤੋਂ ਖਫਾ ਹੋ ਕੇ ਉਹ ਮੈਨੂੰ ਝਿੜਕ ਜਾਂਦਾ ਹੈ। ਖੁਦਾ ਜਾਣੇ ਖੜੇ ਪਾਣੀ ਨੂੰ ਕਾਹਤੋਂ ਰਿੜਕ ਜਾਂਦਾ ਹੈ। ਵਾਹ ਵਾਹ, ਖੁਦਾ ਪਾਣੇ ਮੇਰੀ ਜਾਣੇ ਖੜੇ ਪਾਣੀ ਨੂੰ ਕਾਹਤੋਂ ਵਾਹ ਰਿੜਕ, ਮੇਰੀ ਚੁੱਪ ਤੋਂ ਖਫਾ ਹੋ ਕੇ ਉਹ ਮੈਨੂੰ ਝਿੜਕ ਜਾਂਦਾ ਹੈ। ਖੁਦਾ ਜਾਣੇ ਖੜੇ ਪਾਣੀ ਨੂੰ ਕਾਹਤੋਂ ਰਿੜਕ ਜਾਂਦਾ ਹੈ। ਕਦੇ ਚਾਨਣ ਸਬੂਤਾ ਰਾਸ ਆਉਂਦਾ ਹੀ ਨਹੀਂ ਮੈਨੂੰ। ਵਾਹ ਵਾਹ। ਕਦੇ ਕਦੇ ਚਾਨਣ ਚਾਨਣ ਸਬੂਤਾ ਰਾਸ ਆਉਂਦਾ ਹੀ ਨਹੀਂ ਮੈਨੂੰ। ਕਲਾਵੇ ਭਰਨ ਲੱਗਦਾ ਹਾਂ ਤਾਂ ਸੂਰਜ ਤੜਕ ਜਾਂਦਾ ਹੈ। ਵਾਹ 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 ਵਾਹ, ਕੀ ਸੋ ਬਾਤ ਹੈ। ਸੋ ਇਹਨਾਂ ਨਾਲ ਹੀ ਮੈਂ ਇਜਾਜ਼ਤ ਲੈਣਾ। ਤੇ ਮੈਂ ਸਾਰਿਆਂ ਦਾ, ਤੁਹਾਡਾ ਹਰਵਿੰਦਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੱਗੇ ਤੋਂ ਜਿਵੇਂ ਵੀ ਮੇਰੇ ਲਾਇਕ ਸੇਵਾ ਹੋਊਗੀ ਮੈਨੂੰ ਦੱਸ ਦਿਓ, ਫਿਰ ਆਪਾਂ ਇਹਨੂੰ ਕੰਟੀਨਿਊ ਕਰ ਲਾਂਗੇ। ਜੀ ਜ਼ਰੂਰ। ਜਿਹਨਾਂ ਲੋਕਾਂ ਨੂੰ ਬੜੀਆਂ ਸੋਹਣੀਆਂ ਗੱਲਾਂ ਲੱਗ ਰਹੀਆਂ ਨੇ ਰਮਨ ਜੀ ਦੇ, ਮੇਰੀ ਤਰ੍ਹਾਂ ਵੀ, ਉਹਨਾਂ ਲਈ ਖਾਸ ਤੌਰ ਤੇ ਖੁਸ਼ਖਬਰੀ ਹੈ ਕਿ ਤੁਸੀਂ ਹੁਣ ਇਹ ਆਵਾਜ਼, ਇਹ ਗੱਲਾਂ, ਇਹ ਸ਼ੇਰ ਇਹਨਾਂ ਰਲਵੇਂ ਮੰਚਾਂ ਤੇ ਸੁਣਦੇ ਰਹੋਗੇ। ਇਹ ਤੁਹਾਡੇ ਨਾਲ ਨੇ। ਇਸੇ ਖੁਸ਼ਖਬਰੀ ਦੇ ਨਾਲ ਸਭ ਦੋਸਤਾਂ ਕੋਲ ਆਪਣੇ ਮਜ਼ਬਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ। ਅੱਲਾ ਬੇਲੀ, ਰੱਬ ਰਾਖਾ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।